ਤੇ ਇਹ ਗੱਲ ਕਰ ਰਿਹਾ ਸੀ ਕਿ ਇਹਦੇ ਵਿੱਚ ਕੀ ਹੈ ਕਿ ਇਸ ਤਰ੍ਹਾਂ ਆਪਾਂ ਇਲੈਕਟ੍ਰਿਕ ਫੀਲਡ ਦੀ ਗੱਲ ਕਰ ਰਹੇ ਸੀ, ਇਸ ਤਰ੍ਹਾਂ ਇਲੈਕਟ੍ਰਿਕ ਫੀਲਡ ਤੁਸੀਂ ਸਮਝ ਰਹੇ ਹੋ ਕਿ ਕਿਸ ਤਰ੍ਹਾਂ ਉਹਦੇ ਵਿੱਚ ਮੈਂ ਇਧਰੋਂ ਐਂਟਰ ਕਰ ਰਿਹਾ ਵਾਂ ਇਲੈਕਟ੍ਰਿਕ ਫੀਲਡ, ਐਂਟਰ ਕਰ ਰਿਹਾ ਇਲੈਕਟ੍ਰਿਕ ਫੀਲਡ ਤੇ ਇਧਰੋਂ ਦੀ ਲੀਵ ਕਰ ਰਿਹਾ ਉਹਨੂੰ, ਉਹਦੇ ਵਿੱਚੋਂ ਇੱਕ ਸ਼ੇਕ ਜਿਹਾ ਕਰਕੇ ਨਿਕਲ ਰਿਹਾ, ਸਮਝ ਲਓ ਜਿਵੇਂ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਇਸ ਤਰ੍ਹਾਂ। ਤੇ ਆਪਾਂ ਕਿਹਾ ਸੀ ਫਲਕਸ ਪਤਾ ਕਰਨਾ ਹੈ, ਆਪਾਂ ਫਲਕਸ ਪਤਾ ਕਰਨ ਦੇ ਲਈ ਮੈਥਮੈਟੀਕਲ ਡੈਫੀਨੇਸ਼ਨ ਜਿਹੜੀ ਹੈਗੀ ਸਾਡੇ ਕੋਲ ਉਹ ਜਿਹੜੀ ਜਿਹਦੇ ਵਿੱਚ ਆਪਾਂ ਇਲੈਕਟ੍ਰਿਕ ਫੀਲਡ ਤੇ ਏਰੀਆ ਨੂੰ ਗੁਣਾ ਕਰ ਦਿੰਦੇ ਆ। ਪਰ ਇੱਥੇ ਆਪਾਂ ਕੱਲ ਇਹ ਗੱਲ ਕੀਤੀ ਸੀ ਕਿ ਜਿਹੜਾ ਆਹ ਵਾਲਾ ਏਰੀਆ ਹੈਗਾ, ਜਿਹੜਾ ਆਹ ਵਾਲਾ ਜਿਹੜਾ ਇਹਦਾ ਕਰਵਡ ਏਰੀਆ ਹੈ, ਇਹ ਬੇਸਿਕਲੀ ਸਮਝ ਲਓ ਇੱਕ ਤਰ੍ਹਾਂ ਇਹ ਟੋਪੀ ਹੈ, ਸਮਝ ਲਓ ਇੱਕ ਕੈਪ ਆ ਇੱਕ, ਠੀਕ ਆ, ਤੇ ਜਾਂ ਫਿਰ ਕੌਲੀ ਸਮਝ ਲਓ ਕੋਈ, ਉਹਦੇ ਵਿੱਚ ਸਮਝ ਲਓ ਇਧਰੋਂ ਜਦੋਂ ਆਪਾਂ ਕੋਈ ਇਲੈਕਟ੍ਰਿਕ ਫੀਲਡ ਦੀ ਗੱਲ ਕਰਾਂਗੇ, ਇਲੈਕਟ੍ਰਿਕ ਫੀਲਡ ਬੇਸਿਕਲੀ ਇਧਰੋਂ ਅੰਦਰ ਜਾ ਕੇ ਇਧਰੋਂ ਨਿਕਲੇਗਾ, ਬਲਕਿ ਇਹਨੂੰ ਇੱਥੋਂ ਵੀ ਫਿਲ ਕਰ ਸਕਦੇ ਆਪਾਂ, ਕਿਉਂਕਿ ਇੱਥੋਂ ਨਹੀਂ ਮੈਨੂੰ ਇਹ ਦਿਖਾਉਣਾ ਚਾਹੀਦਾ, ਇੱਥੋਂ ਐਂਟਰ ਕਰ ਰਿਹਾ ਬੇਸਿਕਲੀ ਐ ਪੂਰੀ ਤਰ੍ਹਾਂ ਉਹਦੇ ਅੰਦਰ ਜਾ ਕੇ ਉਧਰੋਂ ਨਿਕਲੇਗਾ, ਹਨਾ ਇਸ ਤਰ੍ਹਾਂ। ਤਾਂ ਇਹਦੇ 'ਚ ਆਪਾਂ ਇਹ ਗੱਲ ਕੀਤੀ ਸੀ ਕਿ ਵੀ ਤੁਸੀਂ ਇਸ ਨੂੰ ਐ ਸਮਝ ਕੇ ਚੱਲੋ, ਕਿਉਂਕਿ ਇਹਦੇ 'ਚ ਦੇਖੋ ਗੱਲ ਕੀ ਹੋ ਰਹੀ ਹੈ, ਇਹ 'ਚ ਇੱਕ ਪ੍ਰੋਬਲਮ ਹੋ ਰਹੀ ਹੈ ਕਿ ਜਿਹੜਾ ਆਪਣਾ ਸਰਫੇਸ ਏਰੀਆ ਵੈਕਟਰ ਹੋਏਗਾ, ਜਿਵੇਂ ਇੱਥੇ ਸਰਫੇਸ ਏਰੀਆ ਵੈਕਟਰ ਹੋਏਗਾ ਉਹ ਇਧਰੋਂ ਇੱਧਰ ਨੂੰ ਹੋਏਗਾ ਨਾ, इधर वाला सरफेस एरिया वेक्टर जो होगा वो इधर ਨੂੰ ਹੋਏਗਾ, ਇਹ ਕਰਕੇ ਸਾਰੇ ਪਾਸੇ ਨਾਰਮਲੀ ਆਊਟਵਰਡ ਇਧਰ ਨੂੰ ਹੋਏਗਾ, ਤਾਂ ਹਰ ਜਗ੍ਹਾ ds ਤੇ e ਦਾ ਜਿਹੜਾ ਆਪਾਂ ਕੈਲਕੂਲੇਟ ਕਰਨ ਲੱਗ ਜਾਵਾਂਗੇ ਤਾਂ ਬਹੁਤ ਔਖਾ ਹੋ ਜਾਏਗਾ ਕੰਮ। ਪਰ ਫਲਕਸ ਦੀ ਇੱਕ ਹੋਰ ਡੈਫੀਨੇਸ਼ਨ ਜਿਹੜੀ ਆਪਾਂ ਸਮਝਦੇ ਹਾਂ ਵੀ ਨੰਬਰ ਆਫ ਫੀਲਡ ਲਾਈਨਸ, ਤਾਂ ਆਪਾਂ ਇਹ ਸਮਝਦੇ ਹਾਂ ਕਿ ਜਿੰਨੀਆਂ ਫੀਲਡ ਲਾਈਨਸ ਇਸ ਸਰਕਲ ਦੇ ਵਿੱਚੋਂ ਨਾਰਮਲੀ ਪਾਸ ਕਰਨਗੀਆਂ, ਤੇ ਯੈਲੋ ਕਲਰ ਦਾ ਜਿਹੜਾ ਮੈਂ ਸ਼ੇਡ ਕੀਤਾ, ਤੇ ਸੋਚ ਕੇ ਦੇਖੋ ਯੈਲੋ ਕਲਰ ਨਾਲ ਇਲੈਕਟ੍ਰਿਕ ਫੀਲਡ ਦਾ ਜਿਹੜਾ ਜੇ ਕੋਈ ਵੀ ਇੱਥੇ ds ਵੈਕਟਰ ਲਾਉਂਗੇ ਉਹ ਇਧਰ ਨੂੰ ਹੀ ਹੋਏਗਾ, ਹਨਾ ਪਲੇਨ ਹੀ ਹੋਏਗਾ, ਕਿਉਂਕਿ ਉਹ ਇਸ ਤਰ੍ਹਾਂ ਇਹ ਸਾਰੇ ds ਵੈਕਟਰ ਹੋਣਗੇ, ਤੇ ਸਾਰੀ ਜਗ੍ਹਾਵਾਂ ਤੇ ਜਿਹੜਾ ds ਵੈਕਟਰ ਹੋਏਗਾ ਤੇ ਜਿਹੜਾ ਇਲੈਕਟ੍ਰਿਕ ਫੀਲਡ ਵੈਕਟਰ ਹੋਏਗਾ ਉਹ ਹਮੇਸ਼ਾ ਇੱਕ ਦੂਜੇ ਦੇ ਪੈਰਲਲ ਹੋਣਗੇ, ਤੇ ਆਪਾਂ ਕਹਿ ਸਕਦੇ ਹਾਂ ਕਿ ਇਲੈਕਟ੍ਰਿਕ ਫੀਲਡ ਇਸ ਸਰਫੇਸ ਤੇ ਹਮੇਸ਼ਾ ਨਾਰਮਲੀ ਹੀ ਪਾਸ ਕਰ ਰਿਹਾ। ਸੋ ਇੱਥੇ ਸਿੱਧਾ ਹੀ ਇਲੈਕਟ੍ਰਿਕ ਫੀਲਡ ਇਨਟੂ ਏਰੀਆ ਕਰ ਸਕਦੇ ਹਾਂ, ਹਰੇ ਵਾਲੇ ਸਰਫੇਸ ਦੇ ਲਈ ਇਲੈਕਟ੍ਰਿਕ ਫੀਲਡ ਇਨਟੂ ਏਰੀਆ ਆਫ ਦਿਸ ਇਹ ਕਰ ਨਹੀਂ ਸਕਦੇ, ਕਿਉਂਕਿ ਉਹ ਸਾਰਾ ਏਰੀਆ ਜਿਹੜਾ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਤਾਂ ਹੈ ਨਹੀਂਗਾ। ਇਸ ਲਈ ਆਪਾਂ ਕਿਹਾ ਸੀ ਵੀ ਤੁਸੀਂ ਐ ਕਰੋ ਇਹਦੇ ਥਰੂ ਪਤਾ ਕਰ ਲਓ ਫਲਕਸ, ਤੇ ਉਹ ਫਲਕਸ ਜਿੰਨਾ ਐਂਟਰ ਕਰੇਗਾ ਯੈਲੋ ਸਰਫੇਸ ਤੋਂ ਬਿਲਕੁਲ ਹਰੇ ਵਿੱਚੋਂ ਉਨੀਆਂ ਲਾਈਨਸ ਨਿਕਲਣਗੀਆਂ। ਸੋ ਆਪਾਂ ਇਹਨੂੰ ਐ ਕੰਪੇਅਰ ਕਰਕੇ ਦੱਸਿਆ ਸੀ ਕਿ ਜਿਹੜਾ ਫਲਕਸ ਹੈ ਉਹ ਇਲੈਕਟ੍ਰਿਕ ਫੀਲਡ ਦੀ ਵੈਲਿਊ ਜੇ E ਹੈ ਤੇ ਏਰੀਆ ਆਪਾਂ ਕੱਲਾ ਯੈਲੋ ਵਾਲਾ ਆ ਏਰੀਆ ਲੈ ਲਈਏ ਡਿਸਕ ਜੀ ਦਾ, ਇਹ ਬਣ ਗਿਆ ਸੀ ਕਿੰਨਾ ਪਾਈ ਆਰ ਸਕੁਅਰ, ਇਹੀ ਆਇਆ ਸੀ ਨਾ ਕੱਲ ਫਲਕਸ ਆਪਣਾ। ਹੁਣ ਜਸਜੋਤ ਪੁੱਛ ਰਿਹਾ ਕਿ ਜੇ ਇਹ ਮੈਂ ਇਹ ਯੈਲੋ ਵਾਲਾ ਪ੍ਰੋਜੈਕਸ਼ਨ ਲਿਆ ਸੀ, ਮੈਂ ਕਿਹਾ ਇਧਰ ਟਾਰਚ ਮਾਰ ਕੇ ਦੇਖੋ ਵੀ ਇਹਦਾ ਬੇਸਿਕਲੀ ਕਿੰਨਾ ਪ੍ਰੋਜੈਕਸ਼ਨ ਬਣਦਾ ਤਾਂ ਇੱਥੇ ਸਰਕਲ ਬਣ ਰਿਹਾ ਸੀ, ਉਹ ਆਹੀ ਆ। ਉਹ ਕਹਿੰਦਾ ਜੇ ਇਹ ਪੂਰਾ ਹੀ ਹੋ ਜਾਂਦਾ ਇਸ ਤਰ੍ਹਾਂ ਬੰਦ ਹੋ ਜਾਂਦਾ ਪੂਰਾ ਸਫੀਅਰ ਹੋ ਜਾਂਦਾ ਤਾਂ ਵੀ ਤਾਂ ਆਹੀ ਹੋਣਾ ਸੀ ਪ੍ਰੋਜੈਕਸ਼ਨ। ਸੋ ਦੇਖੋ ਇਸ ਗੱਲ ਤੇ ਆਪਣਾ ਅੱਜ ਦੀ ਗੱਲ ਜਿਹੜੀ ਫੋਕਸ ਕਰਾਂਗੇ ਹੁਣ। ਸੋ ਸਵਾਲ ਇਹਦਾ ਮੈਂ ਇਲੈਬੋਰੇਟ ਕੀਤਾ ਸਿਰਫ ਤੁਹਾਡੇ ਸਾਹਮਣੇ ਕਿ ਆਪਾਂ ਇਹ ਫਲਕਸ ਕੈਲਕੂਲੇਟ ਕਰਨਾ ਹੋਵੇ ਕਿਸੇ ਵੀ ਏਰੀਆ ਥਰੂ ਤਾਂ ਆਪਾਂ ਉਹਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਇਹਦੀ ਇੱਕ ਐਗਜ਼ਾਮਪਲ ਆਪਾਂ ਹੋਰ ਲਈ ਸੀ ਸਿਲੰਡਰ ਵਾਲੀ ਵੀ, ਹਾਫ ਸਿਲੰਡਰ ਲਿਆ ਸੀ ਜਾਣ ਬੁੱਝ ਕੇ, ਆਪਾਂ ਹਾਫ ਸਿਲੰਡਰ ਲੈ ਕੇ ਉਹਦੇ ਤੇ ਵੀ ਕਰਾਈ ਸੀ ਉਹ ਗੱਲ ਵੀ, ਆਪਣੇ ਕੋਲ ਰੈਕਟੈਂਗਲ ਬਣਿਆ ਸੀ ਤੇ ਉਹ ਗੱਲ ਵੀ ਆਪਣੀ ਡਿਸਕਸ ਹੋ ਗਈ ਸੀ, ਹਨਾ ਜਸਜੋਤ? ਯੈਸ ਸਰ। ਹੁਣ ਗੱਲ ਇਹ ਹੈ ਕਿ ਉੱਥੇ ਗੱਲ ਵੀ ਆਹੀ ਲਾਗੂ ਹੁੰਦੀ ਹੈ ਕਿ ਜੇ ਪੂਰਾ ਸਿਲੰਡਰ ਹੁੰਦਾ ਤਾਂ ਵੀ ਤਾਂ ਸਿਲੰਡਰ ਦਾ ਉਹ ਰੈਕਟੈਂਗਲ ਹੀ ਆਣਾ ਸੀ ਨਾ। ਯੈਸ ਸਰ, ਹਨਾ? ਸੋ ਬਿਲਕੁਲ ਆਪਾਂ ਇਸ ਚੀਜ਼ ਨੂੰ ਸਮਝਦੇ ਹੋਏ ਹੁਣ ਆਪਾਂ ਦੇਖਾਂਗੇ ਕਿ ਇਸ ਚੀਜ਼ ਨੂੰ ਆਪਾਂ ਲਾਗੂ ਕਿਵੇਂ ਕਰਦੇ ਹਾਂ ਕਿਸੇ ਵੀ ਕਲੋਜ਼ ਸਰਫੇਸ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਸਿੱਖਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਕਿ ਓਪਨ ਸਰਫੇਸ ਤੇ ਕਲੋਜ਼ ਸਰਫੇਸ ਵਿੱਚ ਕੀ ਫਰਕ ਹੁੰਦਾ ਆ। ਤੇ ਜਦੋਂ ਆਪਾਂ ਫਲਕਸ ਪਤਾ ਕਰਦੇ ਹਾਂ ਓਪਨ ਸਰਫੇਸਿਸ ਦਾ ਫਲਕਸ ਤਾਂ ਤੁਹਾਡੇ ਸਾਹਮਣੇ यूनिफॉर्म इलैक्ट्रिक फील्ड विच आपां रखीए तां एक दो एग्जांपल मैं कराईयां सी। अज मैं गल करांगा कि जे क्लोज सरफेस होवे तां असीं किवें फ्लक्स पता करांगे ते ओह किहड़ी-किहड़ी गल्लां ते डिपेंड करेगा, उहदे बारे ही साडी हैगी आ गॉसेस थ्योरम या गॉसेस लॉ। पर इस तो पहला कि आपां इस तो पहला पूरी तरह क्लैरिटी होनी चाहिए सानू कि ओपन सरफेस ते क्लोज सरफेस च की फर्क हुंदा है। सो आपां बस इस गल ते पहला गल करिए, थोड़ा मैथमैटिक्स दा ओह आ विच। ਹੁਣ ਦੇਖੋ ਬਈ ਇਸ ਤੋਂ ਪਹਿਲਾਂ ਕਿ ਆਪਾਂ ਓਪਨ ਸਰਫੇਸ ਤੇ ਕਲੋਜ਼ ਸਰਫੇਸ ਨੂੰ ਸਮਝੀਏ ਆਪਾਂ ਪਹਿਲਾਂ ਸਮਝਦੇ ਹਾਂ ਓਪਨ ਕਰਵ ਤੇ ਕਲੋਜ਼ਡ ਕਰਵ ਕੀ ਹੁੰਦੀ ਹੈ। ਓਪਨ ਕਰਵ ਤੇ ਕਲੋਜ਼ਡ ਕਰਵ ਕੀ ਹੁੰਦੀ ਹੈ, ਇਸ ਤੋਂ ਬਾਅਦ ਆਪਾਂ ਸਰਫੇਸ ਤੇ ਆ ਜਾਵਾਂਗੇ ਇਹਨੂੰ ਹੀ 3 ਡਾਇਮੈਂਸ਼ਨਲੀ ਸੋਚ ਕੇ। ਐ ਓਪਨ ਕਰਵ ਕੀ ਹੁੰਦੀ ਹੈ, ਦੇਖੋ ਇੱਥੋਂ ਚੱਲੋ ਆਏ ਦੇ ਉੱਪਰ ਪਲੇਨ ਦੇ ਉੱਪਰ ਗੇੜੀ ਮਾਰ ਕੇ ਇੱਥੇ ਆ ਗਏ, ਇੱਥੇ ਆ ਗਏ, A ਤੋਂ ਲੈ ਕੇ B ਤੇ ਆ ਗਏ, ਠੀਕ ਹੈ। ਇਹ ਜਿਹੜੀ ਕਰਵ ਬਣੀ ਆ ਇਹ ਇੱਕ ਓਪਨ ਕਰਵ ਬਣੀ ਆ, ਇਹਦੇ ਵਿੱਚ ਕੋਈ ਡਾਊਟ ਕਿਸੇ ਨੂੰ?
ਇਹ ਜਿਹੜੀ ਕਰਵ ਆ ਇਹ ਪੂਰੀ ਤਰ੍ਹਾਂ ਇਸ ਪੂਰੇ ਪਲੇਨ ਦੇ ਉੱਪਰ ਜਿਵੇਂ ਦਿਖਾਈ ਆ ਉਵੇਂ ਵੀ ਹੋ ਸਕਦੀ ਆ, ਜਾਂ ਫਿਰ ਇਹ ਟੇਢੀ ਮੇਢੀ 3 ਡਾਇਮੈਂਸ਼ਨਲੀ ਵੀ ਸੋਚ ਸਕਦੇ ਹੋ ਤੁਸੀਂ। ਜਿਵੇਂ ਕਿ ਮੰਨ ਲਓ A ਤੋਂ ਕੋਈ ਮੱਛਰ ਉੱਡਿਆ ਕਿਸੇ ਉਹਦੇ ਵਿੱਚ ਕਹਿੰਦੇ ਆ ਰੂਮ ਦੇ ਵਿੱਚ, ਤੇ ਉਹ ਮੱਛਰ ਦਾ ਰਸਤਾ ਟਰੈਕ ਕਰਨਾ। ਮੱਛਰ ਤਾਂ ਤੁਹਾਨੂੰ ਪਤਾ ਇੱਕ ਪਲੇਨ 'ਚ ਤਾਂ ਉੱਡੇਗਾ ਨਹੀਂ, ਕਦੇ ਉੱਪਰ ਗਿਆ ਕਦੇ ਨੀਚੇ ਗਿਆ, ਟੇਢਾ ਬੇਡਾ ਉਹ ਆ ਕੇ B ਤੇ ਆ ਗਿਆ। ਤਾਂ ਮੱਛਰ ਦੇ ਸਾਰੇ ਘੁੰਮੇ ਹੋਏ ਰਸਤੇ ਨੂੰ ਜੇ ਮੈਂ ਐ ਬਣਾਵਾਂ ਤਾਂ ਉਹਨੂੰ ਮੈਂ ਓਪਨ ਕਰਵ ਕਹਾਂਗਾ। ਇਹ ਗੱਲ ਸਮਝ ਲੱਗੀ ਸਾਰਿਆਂ ਨੂੰ? ਤੇ ਕਲੋਜ਼ਡ ਕਰਵ, ਅੱਛਾ ਫਿਰ ਜਿਹੜਾ ਪੈਰਾਬੋਲਾ ਹੁੰਦਾ ਇਸ ਤਰ੍ਹਾਂ ਦਾ ਪੈਰਾਬੋਲਾ, ਉਹ ਕੀ ਓਪਨ ਕਰਵ ਹੁੰਦੀ ਹੈ ਕਿ ਕਲੋਜ਼ ਕਰਵ ਹੁੰਦੀ ਹੈ? ਓਪਨ ਕਰਵ ਹੁੰਦੀ ਹੈ, ਹਨਾ। ਤੇ ਜੇ ਮੈਂ ਗੱਲ ਕਰਾਂ ਸਰਕਲ ਦੀ, ਸਰਕਲ ਕੀ ਹੁੰਦਾ? ਕਲੋਜ਼ ਕਰਵ ਹੁੰਦੀ ਹੈ। ਸੋ ਜੇ ਮੈਂ ਟੇਢੀ ਮੇਢੀ ਇਸ ਤਰ੍ਹਾਂ ਕਰਕੇ ਕੁਝ ਵੀ ਇਸ ਤਰ੍ਹਾਂ ਆ ਜਾਵਾਂ, ਮੰਨ ਲਓ ਇਹ ਪਲੇਨਰ, ਇਹਨੂੰ ਤੁਸੀਂ ਪਲੇਨ 'ਚ ਇਮੇਜਿਨ ਕਰੋ। ਵੈਸੇ ਤਾਂ ਇਹ ਮੱਛਰ ਵਾਲੀ ਐਗਜ਼ਾਮਪਲ ਵੀ ਛੱਡੋ, ਤੁਸੀਂ ਪਲੇਨ 'ਚ ਇਮੇਜਿਨ ਕਰੋ, ਫਲੋਰ ਤੇ ਇਮੇਜਿਨ ਕਰੋ ਕਿ ਕੀੜੀ ਚੱਲ ਰਹੀ ਸੀ ਤੇ ਉਹਦੀ ਗੱਲ ਕਰ ਰਹੇ। ਮੰਨ ਲਓ ਓਪਨ ਕਰਵ ਆ ਹੁੰਦੀ ਹੈ, ਕਲੋਜ਼ਡ ਕਰਵ ਆ ਹੁੰਦੀ ਹੈ। ਓਪਨ ਕਰਵ ਤੇ ਕਲੋਜ਼ਡ ਕਰਵ 'ਚ ਇੱਕ ਖਾਸ ਗੱਲ ਦਾ ਫਰਕ ਹੁੰਦਾ ਹੈ ਕਿ ਜਿਹੜੀ ਕਲੋਜ਼ਡ ਕਰਵ ਹੁੰਦੀ ਹੈ ਨਾ, ਉਹਦਾ ਕੋਈ ਫਿਕਸਡ ਐਂਡ ਕਲੋਜ਼ਡ ਏਰੀਆ ਹੁੰਦਾ ਹੈ ਕਿ ਨਹੀਂ? ਦੇਖੋ ਆ ਜਿਹੜਾ ਅੰਦਰ ਵਾਲਾ ਹੈ ਇਹਨੂੰ ਕੀ ਕਹਿੰਦੇ ਆ? ਐਨਕਲੋਜ਼ਡ ਏਰੀਆ। ਤੇ ਇਸ ਕਲੋਜ਼ਡ ਕਰਵ ਦੀ ਖਾਸ ਗੱਲ ਇਹ ਵੀ ਹੁੰਦੀ ਆ, ਇਹਦੇ ਤੁਸੀਂ ਇਨਸਾਈਡ ਤੇ ਆਊਟਸਾਈਡ ਨੂੰ ਡਿਸਾਈਡ ਕਰ ਸਕਦੇ ਹੋ ਕਿ ਅੰਦਰ ਕੀ ਆ ਤੇ ਬਾਹਰ ਕੀ ਆ ਇਸ ਕਲੋਜ਼ ਕਰਵ ਦੇ। ਇਹ ਗੱਲ ਕਲੀਅਰ ਹੈ ਸਾਰਿਆਂ ਨੂੰ? ਇਹਦੇ ਚ ਕੁਝ ਓਪਨ ਕਲੋਜ਼ ਨਹੀਂ ਹੈਗਾ। ਜੇ ਤੋਂ ਕੋਈ ਆ ਇਨਸਾਈਡ ਹੋ ਗਿਆ ਜਾਂ ਆਊਟਸਾਈਡ, ਇਹ ਜੀ ਕੋਈ ਗੱਲ ਨਹੀਂ ਹੈ। ਇਹ B ਇੱਥੋਂ ਘੁੰਮ ਕੇ ਜੇ ਐ ਆ ਜਾਵੇ, ਫਿਰ ਇੱਥੇ ਆ ਜਾਵੇ, C ਆ ਜਾਵੇ। ਮੰਨ ਲਓ ਹੁਣ ABC ਜਿਹੜੀ ਕਰਵ ਆ ਵੀ ਤਾਂ ਓਪਨ ਕਰਵ ਹੀ ਹੈ ਕਿ ਨਹੀਂ? ਸਮਝ ਲੱਗ ਰਹੀ ਗੱਲ? ਯੈਸ ਸਰ। ਤੇ ਤੁਸੀਂ ਇਹਦੇ ਚ ਦੱਸ ਹੀ ਨਹੀਂ ਸਕਦੇ ਕਿ ਅੰਦਰ ਕੀ ਆ ਬਾਹਰ ਕੀ ਹੈ। ਮਤਲਬ ਕਲੋਜ਼ ਕਰਵ ਚ ਦੱਸ ਸਕਦੇ ਹੋ ਵੀ ਇਨਸਾਈਡ ਐਂਡ ਆਊਟਸਾਈਡ ਕੀ ਹੁੰਦਾ ਹੈ। ਇਹ ਪਲੇਨ ਦੇ ਵਿੱਚ ਗੱਲ ਕਰ ਰਿਹਾ ਸੀ ਮੈਂ। ਹੁਣ ਜਦੋਂ ਆਪਾਂ ਸਰਫੇਸਿਸ ਦੀ ਗੱਲ ਕਰਦੇ ਆ ਤਾਂ ਆਪਾਂ 3 ਡਾਇਮੈਂਸ਼ਨਲ ਸਪੇਸ ਦੇ ਵਿੱਚ ਗੱਲ ਕਰਦੇ ਆ, ਤੇ ਉਹਦੇ ਵਿੱਚ ਕੀ ਕੀ ਹੋ ਸਕਦਾ ਹੈ? ਇਹਦੇ ਚ ਹੁੰਦਾ ਆ ਓਪਨ ਸਰਫੇਸ ਤੇ ਕਲੋਜ਼ਡ ਸਰਫੇਸ। ਹੁਣ ਸਰਫੇਸ ਦੀ ਗੱਲ ਕਰਨੀ ਹੈ, 3 ਡਾਇਮੈਂਸ਼ਨਲ ਗੱਲ ਹੈ। ਓਪਨ ਸਰਫੇਸ ਤੋਂ ਕੀ ਮਤਲਬ ਬਣਦਾ ਆ? ਜਿਵੇਂ ਕੌਲੀ ਜਿਸ ਤੁਸੀਂ ਦਾਲ ਖਾਣੇ ਹੋ, ਜਾਂ ਫਿਰ ਉਹੀ ਵਾਲਾ ਸਰਫੇਸ ਜਿਹੜਾ ਮੈਂ ਹੁਣੀ ਗੱਲ ਕਰ ਰਿਹਾ ਸੀ, ਇਹ ਇੱਕ ਓਪਨ ਸਰਫੇਸ ਹੀ ਹੈ ਨਾ ਜਸਜੋਤ? ਯੈਸ ਸਰ। ਓਪਨ ਸਰਫੇਸ ਕੀ ਹੁੰਦਾ? ਓਪਨ ਸਰਫੇਸ ਦੇ ਵਿੱਚ ਵੀ ਤੁਸੀਂ ਕੋਈ ਵੀ ਟੇਢਾ ਮੇਢਾ ਐ ਸਰਫੇਸ ਲੈ ਲਓ ਤੁਸੀਂ, ਕੋਈ ਇੱਕ ਜਿਵੇਂ ਆ ਇੱਕ ਸ਼ੀਟ ਜੀ ਟੇਢੀ ਜੀ ਕੀਤੀ ਹੋਈ ਕਰਵੀ ਜੀ, ਆ ਇੱਕ ਸਰਫੇਸ ਹੈ। ਹੁਣ ਆ ਸਰਫੇਸ ਹੈ, ਇਹ ਜਿਹੜਾ ਸਰਫੇਸ ਹੈ ਇਹਨੂੰ 3 ਡਾਇਮੈਂਸ਼ਨਲੀ ਸੋਚੋ। ਤੁਸੀਂ ਐ ਸੋਚੋ ਕਿ ਵੀਡੀਓ ਦੇਖੋ, ਵੀਡੀਓ ਤੁਹਾਨੂੰ ਅੱਜ ਕਈ ਵਾਰ ਮੈਨੂੰ ਔਨ ਕਰਨਾ ਪੈਣਾ ਤੇ ਤੁਹਾਨੂੰ ਦਿਖਾਣੇ ਪੈਣੀ ਕਈ ਚੀਜ਼ਾਂ। ਆ ਦੇਖੋ ਆ ਕਾਪੀ ਹੈ, ਇਹਨੂੰ ਮੈਂ ਟੇਢੀ ਕਰ ਦਵਾਂ ਐ ਕਰਕੇ। ਆ ਦੇਖੋ ਇਹ ਕਿਹੜਾ ਸਰਫੇਸ ਹੈ? ਓਪਨ ਸਰਫੇਸ है ना ये? हाँ जी सर। ये जो कुछ भी इनसाइड या आउटसाइड वाली गल नहीं है कोई भी, ये ओपन सरफेस है। ऐ कर दो हरे भी ओपन सरफेस है। अच्छा ऐ कर दो हरे भी ओपन सरफेस है। ऐ आप दूरबीन बनाते ना छोटे होंगे, आ ओपन सरफेस है। समझ लग रही गल? क्योंकि इधरों तो ओपन ही है ना, इधरों ओपन ही है, सो ये भी ओपन सरफेस है। इस तरह टेढ़ा मेढ़ा कुछ भी लवा बनाता, आ टेढ़ा या कुछ भी बनाता इस तरह का, ये ओपन सरफेस है। कौली ओपन सरफेस है, थाली जी च रोटी खाने ओपन सरफेस है। ये चीज़ां ओपन सरफेस ने। ओपन सरफेस दे विच कोई इनसाइड या आउटसाइड वाला संकल्प नहीं हुंदा। समझ लगी गल कि नहीं? यस जेड़ा क्लोज सरफेस हुंदा है वो इन्ना हुन क्लोज मतलब कि क्लोज्ड 3 डायमेंशनली सोचो क्लोज्ड, उस क्लोज सरफेस दे अंदर एरिया हुंदा है कि वॉल्यूम हुंदा है? एनक्लोज्ड वॉल्यूम होएगा। कर्व दे केस में कह रहा सी कि क्लोज्ड कर्व दे इनसाइड एनक्लोज्ड एरिया होएगा, पर जो सरफेसिस की गल आएगी तो ओपन क्लोज सरफेस की गल करोगे, जिवें स्फीयर है तो स्फीयर जिहड़ा आ 3 डायमेंशनली ओदे अंदर की हुंदा है? एनक्लोज्ड वॉल्यूम हुंदा है। ये बड़ी इंपॉर्टेंट गल है। ते कितना वॉल्यूम हुंदा है स्फीयर दा? तुहानूं पता है 4/3 पाई आर क्यूब। ते ओ बाहरला सरफेस कितना हुंदा है? 4 पाई आर स्क्वायर। पता है ना तुहानूं ये गल्लां सारियां?
एनक्लोज्ड वॉल्यूम नहीं था। ਹੁਣ ਤੁਸੀਂ ਕਹੋਗੇ ਅਸੀਂ ਛੋਟੇ ਹੁੰਦੇ ਪੜਿਆ ਜੀ ਇਹਦੇ ਬਾਰੇ, ਇਹਦਾ ਵੀ ਵੋਲਿਊਮ ਸਾਨੂੰ ਪਤਾ ਹੈ ਤੇ 2/3 2/3 ਪਾਈ ਆਰ ਕਿਊਬ ਹੁੰਦਾ ਹੈ। ਪਰ ਮੈਂ ਕਹਿ ਰਿਹਾ ਨਹੀਂ, ਉਹ ਗੱਲ ਅਲੱਗ ਹੈ। ਮੈਥਮੈਟਿਕਸ ਦੀ ਤੁਸੀਂ ਗੱਲ ਕਰਦੇ ਹੋ ਤਾਂ ਐਂ ਕਹਿ ਦਿੰਦੇ ਹੋ ਵੀ ਇਹਦੇ ਅੰਦਰ ਕਿੰਨਾ ਪਾਣੀ ਭਰਿਆ ਜਾ ਸਕਦਾ ਆ, ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ, ਫਿਰ ਤਾਂ ਗੱਲ ਵੈਲਿਡ ਹੈ ਹਨਾ, ਵੀ ਉਹਦਾ ਵੋਲਿਊਮ ਕਿੰਨਾ ਆ। ਸਮਝ ਲੱਗ ਰਹੀ ਮੇਰੀ ਗੱਲ? यस सर। ਜੇ ਪੌਪਕੌਰਨ sir. ਭਰ ਦੇਵਾਂ, ਮੱਕੀ ਭਰ ਦੇਵਾਂ ਜੇ ਪੌਪਕੌਰਨ, ਉਹ ਤੁਸੀਂ ਜਾਣਦੇ ਹੋ ਸਿਨੇਮਾ ਹਾਲ ਚੋਂ ਲੈ ਕੇ ਉਹ ਦਿੰਦੇ ਆ, ਉਹ ਨਿੱਕਾ ਜਿਹਾ ਉਹ ਪੈਕਟ ਤੇ ਔਕਾਤ ਤੋਂ ਜ਼ਿਆਦਾ ਭਰਿਆ ਹੁੰਦਾ ਉਹਨੂੰ ਉੱਪਰ ਤੱਕ, ਫਿਰ ਵੋਲਿਊਮ ਥੋੜੀ ਹੋਇਆ ਕੋਈ ਫਿਕਸ। ਓਪਨ ਸਰਫੇਸਿਸ ਦਾ ਕੋਈ ਫਿਕਸ ਵੋਲਿਊਮ ਨਹੀਂ ਹੁੰਦਾ। ਸਮਝ ਲੱਗ ਰਹੀ ਗੱਲ ਸਾਰਿਆਂ ਨੂੰ? Yes, sir. ਜਿਹੜਾ ਸਰਫੇਸ ਕਲੋਜ਼ਡ ਹੋਏਗਾ ਉਸ ਕਲੋਜ਼ਡ ਸਰਫੇਸ ਦਾ ਇੱਕ ਪ੍ਰੋਪਰ ਫਿਕਸਡ ਐਨਕਲੋਜ਼ਡ ਵੋਲਿਊਮ ਹੋਏਗਾ। ਉਹਦੇ ਅੰਦਰ ਕਿੰਨਾ ਸਪੇਸ ਹੈ ਉਹਦੇ ਬਾਰੇ ਗੱਲ ਕਰਦਾ ਹੈ ਉਹ ਕਲੋਜ਼ ਸਰਫੇਸ ਦੇ ਵਿੱਚ। ਸਮਝ ਲੱਗੀ ਗੱਲ ਸਾਰਿਆਂ ਨੂੰ? ਸਿਰਫ ਆਪਾਂ ਸਰਫੇਸ ਬਾਰੇ ਸਮਝ ਰਹੇ ਹਾਂ, ਹੋਰ ਤਾਂ ਕੁਝ ਵੀ ਨਹੀਂ। ਹੁਣ ਤੁਸੀਂ ਦੱਸੋ ਪ੍ਰੈਸ਼ਰ ਕੁੱਕਰ ਜਿਹੜਾ ਹੁੰਦਾ ਹੈ ਉਹ ਓਪਨ ਸਰਫੇਸ ਹੈ ਕਿ ਕਲੋਜ਼ਡ? बोलो भाई। Closed. जे ढक्कन ना लाइए तो ओपन, जे ढक्कन ला दिए तो क्लोज्ड, है ना? Yes, sir. पतीले ते भी ढक्कन ला दिए तो क्लोज्ड, नहीं तो खुला पतीला रखिए तो फिर ओपन। सिंपल जी गल है। कोई भी शीशी है, कोई खांसी की दवाई वाली, ओदी ऊपर ढक्कन खोल के साइड ते रख दो, फिर वो की है? ओपन सरफेस है, ओपन है ना वो। ऊपरों ढक्कन ला दो तो क्लोज्ड। समझ लग रही गल? Yes, sir. Yes, sir. हाँ जी पनम, Yes, sir. गोलगप्पा की ਹੁੰਦਾ ਆ? ओपन सरफेस की क्लोज सरफेस? Sir, वैसे तक क्लोज हूँ, but जब हम छोड़ेंगे फिर तो open। ਵੈਸੇ ਤਾਂ ਕਲੋਜ਼ ਹੁੰਦਾ ਆ, ਫਿਰ ਉਹਦੇ ਚ ਆਲੂ ਤੇ ਬਾਕੀ ਸਾਰਾ ਸਮਾਨ ਪਾਉਣ ਦੇ ਲਈ ਉਹਨੂੰ ਕੀ ਕਰਦੇ ਆ, ਉੱਪਰ ਥੋੜਾ ਤੋੜ ਦਿੰਦੇ फिर ਆ, open। ਓਪਨ ਹੋ ਜਾਂਦਾ। ਠੀਕ ਹੈ? हाँ जी sir। ਤਾਂ ਓਪਨ ਤੇ ਕਲੋਜ਼ ਸਰਫੇਸ ਤੁਸੀਂ ਸਮਝਦੇ ਹੋ, ਹੁਣ ਮੈਂ ਮੰਨ ਕੇ ਚੱਲ ਸਕਦਾ। ਹੁਣ ਮੈਂ ਗੱਲ ਕਰਨਾ ਕਿ ਜਦੋਂ ਸਰਫੇਸ ਓਪਨ ਹੋਵੇ ਫਿਰ ਤਾਂ ਆ ਗੱਲਾਂ ਵੈਲਿਡ ਨੇ ਜਿਹੜੀਆਂ ਮੈਂ ਕਰ ਰਿਹਾ ਸੀ ਹੁਣੀ। ਆ ਸਾਰੀਆਂ ਗੱਲਾਂ ਜਿਹੜੀਆਂ ਜਸਜੋਤ ਨੇ ਜਿਵੇਂ ਪੁੱਛਿਆ ਹੈ, ਓਪਨ ਸਰਫੇਸਿਸ ਦੇ ਉੱਪਰ ਫਲਕਸ ਪਤਾ ਕਰਨ ਦੇ ਲਈ ਤੁਸੀਂ ਉਹਦੀ ਪ੍ਰੋਜੈਕਸ਼ਨ ਲੈ ਲਓ। ਜਿਵੇਂ ਫॉर ਐਗਜ਼ਾਮਪਲ ਜਿਵੇਂ ਮੈਂ ਕੱਲ ਵਾਲਾ ਵੀ ਉਹ ਕਰਾ ਰਿਹਾ ਸੀ ਤੁਹਾਨੂੰ ਕੁਐਸਚਨ ਸਿਲੰਡਰ ਵਾਲਾ, ਤਾਂ ਬੇਸਿਕਲੀ ਸਰਫੇਸ ਇਦਾਂ ਦਾ ਸੀ ਨਾ, ਇਦਾਂ ਦਾ, ਤੇ ਇਸ ਸਰਫੇਸ ਨੂੰ ਇਦਾਂ ਰੱਖਿਆ ਹੋਇਆ ਸੀ ਆਪਾਂ। ਦੇਖੋ ਆ ਸਰਫੇਸ ਨੂੰ ਇਦਾਂ ਰੱਖਿਆ ਸੀ ਨਾ ਆਪਾਂ, ਐ ਹਨਾ, ਐ ਕਰਕੇ। ਹੁਣ ਇਧਰੋਂ ਦੀ ਇਲੈਕਟ੍ਰਿਕ ਫੀਲਡ ਲਾਈਨਸ ਆ ਰਹੀਆਂ ਸੀ, ਤਾਂ ਬੇਸਿਕਲੀ ਜਿਹੜੀ ਇਲੈਕਟ੍ਰਿਕ ਫੀਲਡ ਲਾਈਨ ਇਸ ਸਰਫੇਸ ਵਿੱਚੋਂ, ਆ ਸਰਫੇਸ ਕਿਦਾਂ ਦਾ ਹੋਇਆ, ਇਹ ਰੈਕਟੈਂਗੂਲਰ ਬਣਿਆ ਨਾ, ਜਿਹੜੀਆਂ ਜੋ ਐਂਟਰ ਕਰਨਗੀਆਂ ਉਹੀ ਤਾਂ ਵਿੱਚੋਂ ਫਲਕਸ ਕਰਕੇ ਨਿਕਲਣਗੀਆਂ ਨਾ ਬਾਹਰ, ਤਾਂ ਆਪਾਂ ਆ ਲੈ ਲਿਆ ਸੀ। ਪਰ ਜੇ ਆ ਇਦਾਂ ਹੁੰਦਾ ਇਸ ਤਰ੍ਹਾਂ, ਦੇਖੋ ਇਸ ਤਰ੍ਹਾਂ, ਤੇ ਫਿਰ ਆਪਾਂ ਇੱਥੋਂ ਇਲੈਕਟ੍ਰਿਕ ਫੀਲਡ ਲਾਈਨ ਆ ਰਹੀ ਹੁੰਦੀ ਆ ਤਾਂ ਕਿਹੜਾ ਸਰਫੇਸ ਲੈਣਾ ਸੀ ਤੁਸੀਂ? ਆਹ ਵਾਲਾ ਲੈ ਲੈਂਦੇ ਨਾ, ਇੰਨਾ। ਸਮਝ ਲੱਗੀ ਗੱਲ? ਆਹ ਵਾਲਾ ਪਲੇਨ, ਕਿ ਜਿੰਨੀਆਂ ਇਹ ਜੋ ਐਂਟਰ ਕਰਨਗੀਆਂ ਉਨੀਆਂ ਇਧਰੋਂ ਨਿਕਲਣੀਆਂ ਸੀ ਸਰਫੇਸ ਤੋਂ ਲਾਈਨਸ, ਤਾਂ ਫਲਕਸ ਲਿਆ। ਓਪਨ ਸਰਫੇਸ ਲਈ ਸਾਰਾ ਕੁਝ ਵੈਲਿਡ ਹੈ। ਜਦੋਂ ਸਰਫੇਸ ਕਲੋਜ਼ਡ ਹੋ ਜਾਂਦਾ ਹੈ ਤਾਂ ਦੋ ਗੱਲਾਂ ਸਾਹਮਣੇ ਆਉਂਦੀਆਂ ਨਿਕਲ ਕੇ, ਬੜੀ ਇੰਪੋਰਟੈਂਟ ਗੱਲਾਂ ਨੇ, ਮੈਂ ਤੁਹਾਨੂੰ ਦੱਸਦਾ ਹਾਂ। ਫॉर ਕਲੋਜ਼ ਸਰਫੇਸ, ਕਲੋਜ਼ ਸਰਫੇਸ ਵਿੱਚ ਐਨਕਲੋਜ਼ਡ ਵੋਲਿਊਮ ਹੁੰਦਾ, ਇਹ ਨਹੀਂ ਹੁੰਦਾ। ਇਹਦੇ ਵਿੱਚ ਵੀ ਇਨਸਾਈਡ ਤੇ ਆਊਟਸਾਈਡ ਤੁਸੀਂ ਗੱਲ ਕਰ ਸਕਦੇ ਹੋ। ਤੇ ਜਦੋਂ ਕੋਈ ਸਰਫੇਸ ਕਲੋਜ਼ਡ ਹੁੰਦਾ ਆ ਤਾਂ ਦੇਖੋ ਆ ਮੰਨ ਲਓ ਕੋਈ ਸਰਫੇਸ ਹੈ ਕਲੋਜ਼ਡ, ਕੁਝ ਵੀ, ਹੁਣ ਤੁਸੀਂ ਇਹਨੂੰ ਕਹੋਗੇ ਤਾਂ ਕਰਵ ਦਿਖ ਰਹੀ ਹੈ, ਨਹੀਂ, ਇਹ ਟੇਢਾ ਮੇਢਾ ਕੋਈ ਪੱਥਰ ਹੈ ਸਮਝ ਲਓ, ਜਾਂ ਕੋਈ ਪੱਥਰ ਦਾ ਸਰਫੇਸ ਸਮਝ ਲਓ, ਜਾਂ ਫਿਰ ਕੁਝ ਵੀ, ਮਤਲਬ ਕਿ ਇਹਨੂੰ 3 ਡਾਇਮੈਂਸ਼ਨਲੀ ਸੋਚੋ ਬਸ, ਟੇਢਾ ਮੇਢਾ ਕੁਝ ਵੀ। ਜ਼ਿਆਦਾ ਤੋਂ ਨਹੀਂ ਉਹ ਗੱਲ ਹੈਗੀ ਤਾਂ ਮੈਂ ਆਪਾਂ ਸਫੀਅਰ ਵਿੱਚ ਸਮਝਾ ਦਿੰਦਾ। ਮੰਨ ਲਓ ਆ ਸਫੀਅਰ ਹੈ, ਆ ਇੱਕ ਸਫੀਅਰ ਹੈ, ਤੇ ਸਫੀਅਰ ਜਿਹੜਾ ਹੁੰਦਾ ਕਲੋਜ਼ ਸਰਫੇਸ ਹੁੰਦਾ ਹੈ। ਇਹਦੇ ਵਿੱਚੋਂ ਜੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਨਾ ਫਲਕਸ, ਤਾਂ ਬੜੀ ਇੰਪੋਰਟੈਂਟ ਚੀਜ਼ ਆ, ਧਿਆਨ ਰੱਖਣਾ ਪੈਂਦਾ ਕਿ ਦੇਖੋ ਫਲਕਸ ਵਿੱਚ ਕੀ ਹੋਏਗਾ, ਸਰਫੇਸ ਦੇ ਵਿੱਚ ਇਧਰੋਂ ਦੀ ਫਲਕਸ ਐਂਟਰ ਕਰੇਗਾ, ਇਧਰੋਂ ਦੀ, ਜਿਵੇਂ ਆ ਤਾਂ ਨਿਕਲ ਜਾਏਗਾ ਐਂ, ਇਹ ਇੱਥੇ ਆਏਗਾ ਇਸ ਤਰ੍ਹਾਂ, ਤੇ ਇਧਰੋਂ ਦੀ ਨਿਕਲ ਜਾਏਗਾ। ਇਹ ਸਰਫੇਸ ਹੈ ਜਸਟ, ਇਹ ਇਮੈਜਿਨਰੀ ਸਰਫੇਸ ਹੈ ਆਪਣਾ,
ਇਹਨੂੰ ਐ ਨਾ ਸਮਝੋ ਵੀ ਇਹ ਮੈਟਲ ਹੈ ਕਿ ਨਾਨ ਮੈਟਲ ਹੈ, ਕੋਈ ਸਰਫੇਸ ਮਤਲਬ ਜਸਟ ਇਮੇਜਿਨਰੀ ਸਰਫੇਸ ਹੈ। ਆਪਾਂ ਬਸ ਦੇਖ ਰਹੇ ਕਿ ਜੇ ਇਦਾਂ ਦਾ ਸਰਫੇਸ ਇਮੇਜਿਨ ਕਰ ਲਵਾਂ ਤਾਂ ਉਹਦੇ ਵਿੱਚੋਂ ਕਿੰਨੀਆਂ ਲਾਈਨਸ ਪਾਸ ਕਰਨਗੀਆਂ। ਆ ਮੰਨ ਲਓ ਇਸ ਤਰ੍ਹਾਂ ਚੱਲ ਰਿਹਾ, ਤਾਂ ਇਹਦੇ ਚ ਜਿਹੜਾ ਫਲਕਸ ਹੈ, ਕਿਉਂਕਿ ਇਹ ਹੁਣ ਕਿਉਂਕਿ ਕਲੋਜ਼ਡ ਏਰੀਆ ਹੈ, ਇਹ ਕੋਈ ਓਪਨ ਏਰੀਆ ਨਹੀਂ ਹੈ, ਤਾਂ ਪਹਿਲਾਂ ਵਾਲਾ ਜਿਹੜੀ ਮੈਥੋਡੋਲੋਜੀ ਹੈ ਉਹ ਨਹੀਂ ਕੰਮ ਕਰੇਗੀ। ਕੀ ਕੰਮ ਕਰੇਗਾ ਮੈਂ ਦੱਸਦਾ ਹਾਂ। ਆ ਆਪਣਾ ਇਲੈਕਟ੍ਰਿਕ ਫੀਲਡ ਹੈ, ਇਹਦੇ ਚ ਪਤਾ ਕੀ ਹੋ ਰਿਹਾ, ਇਸ ਚ ਤੁਸੀਂ ਇਹਨੂੰ ਜੇ ਦੋ ਹਿੱਸਿਆਂ ਚ ਵੰਡੋਗੇ ਨਾ ਐ ਕਰਕੇ ਤਾਂ ਤੁਸੀਂ ਦੇਖੋ ਇਧਰਲੇ ਹਾਫ ਸਫੀਅਰ ਚ ਪਤਾ ਕੀ ਹੋ ਰਿਹਾ, ਫਲਕਸ ਅੰਦਰ ਨੂੰ ਆ, ਇਨਵਰਡ ਹੈਗਾ ਕਿ ਨਹੀਂ। ਦੇਖੋ ਇਧਰਲੇ ਹਾਫ ਸਫੀਅਰ ਚ ਕੀ ਆ, ਆਊਟਵਰਡ ਫਲਕਸ ਹੈਗਾ ਕਿ ਨਹੀਂ। ਦੇਖੋ ਇਧਰ ਇਨਵਰਡ, ਮਤਲਬ ਜਦੋਂ ਓਪਨ ਸਰਫੇਸ ਹੁੰਦਾ ਹੈ, ਕਿਉਂਕਿ ਉਹਦੇ ਅੰਦਰ ਤੇ ਬਾਹਰ ਵਾਲੀ ਗੱਲ ਦੀ ਕੋਈ ਸੈਂਸ ਨਹੀਂ ਬਣਦੀ, ਇਸ ਲਈ ਇਨਵਰਡ ਤੇ ਆਊਟਵਰਡ ਫਲਕਸ ਦੀ ਵੀ ਕੋਈ ਸੈਂਸ ਨਹੀਂ ਬਣਦੀ। ਆਪਾਂ ਬਸ ਮੈਗਨੀਟਿਊਡ ਦੇਖਦੇ ਆ ਕਿੰਨਾ ਆ, ਦੈਟਸ ਇਟ, ਗੱਲ ਖਤਮ। ਪਰ ਜਦੋਂ ਕੋਈ ਕਲੋਜ਼ ਸਰਫੇਸ ਹੁੰਦਾ ਹੈ ਤਾਂ ਉਹਦੇ ਵਿੱਚ ਇਨਵਰਡ ਤੇ ਆਊਟਵਰਡ ਦੋ ਤਰ੍ਹਾਂ ਦੇ ਫਲਕਸ ਹੋ ਸਕਦੇ ਨੇ। ਸੋ ਜੇ ਮੈਂ ਇਕੱਲੇ ਇਧਰਲੇ ਫਲਕਸ ਕੈਲਕੂਲੇਟ ਕਰਨਾ ਚਾਹਾਂ ਤਾਂ ਕਿਵੇਂ ਕਰਾਂਗਾ। ਫਲਕਸ ਕੈਲਕੂਲੇਟ ਕਰਨ ਲਈ ਮੈਂ ਤੁਹਾਨੂੰ ਦੱਸਿਆ ਸੀ, ਅਸੀਂ ਇਲੈਕਟ੍ਰਿਕ ਫੀਲਡ ਵੈਕਟਰ ਨੂੰ ਸਰਫੇਸ ਏਰੀਆ ਦੇ ਐਲੀਮੈਂਟਸ ਛੋਟੇ ਛੋਟੇ ਕਰਕੇ ਛੋਟੇ ਛੋਟੇ ਫਲਕਸ ਕੈਲਕੂਲੇਟ ਕਰਦੇ ਆ ਇਸ ਤਰ੍ਹਾਂ ਪਹਿਲਾਂ ਤਾਂ। ਉਸ ਤੋਂ ਬਾਅਦ ਪੂਰੇ ਸਰਫੇਸ ਲਈ ਕੀ ਕਰਦੇ ਆ, ਇੰਟੀਗ੍ਰੇਟ ਕਰਦੇ ਆ। ਤੇ ਇਹ ਗੱਲ ਮੈਂ ਕੱਲ ਸਮਝਾ ਰਿਹਾ ਸੀ ਤੁਹਾਨੂੰ। ਤੇ ਜੇ ਕਲੋਜ਼ ਸਰਫੇਸ ਹੋਵੇ ਤਾਂ ਆਪਾਂ ਇਹਨੂੰ ਐ ਕਰ ਦਿੰਨੇ ਆ, ਨਹੀਂ ਤਾਂ ਆਪਾਂ ਜੇ ਓਪਨ ਆ ਕਲੋਜ਼ ਸਰਫੇਸ ਲਈ ਇੰਟੀਗ੍ਰੇਸ਼ਨ ਤੇ ਆ ਗੋਲ ਵਾਲਾ ਸਾਈਨ ਪਾਉਂਦੇ ਆਪਾਂ, ਮਤਲਬ ਕਲੋਜ਼ ਸਰਫੇਸ ਹੈ। ਓਪਨ ਸਰਫੇਸ ਹੋਵੇ ਤਾਂ ਕੱਲਾ ਐ ਲਿਖਦੇ ਆ, ਫਿਰ ਇੰਟੀਗ੍ਰੇਸ਼ਨ ਤੇ ਪਰ ਗੋਲ ਸਾਈਨ ਨਹੀਂ ਪਾਉਂਦੇ। ਇਹਦੇ ਨਾਲ ਪਤਾ ਲੱਗਦਾ ਕਿ ਕਿਹੜੇ ਸਰਫੇਸ ਲਈ ਅਸੀਂ ਪਤਾ ਕਰ ਰਹੇ ਹਾਂ। ਤਾਂ ਹੁਣ ਮੈਂ ਇੱਥੇ ਦੇਖ ਰਿਹਾ ਫਲਕਸ ਲਈ ਇਲੈਕਟ੍ਰਿਕ ਫੀਲਡ ਤੇ ਸਰਫੇਸ ਏਰੀਆ ਵੈਕਟਰ ਚ ਡਾਟ ਪ੍ਰੋਡਕਟ ਲੈਣਾ ਹੁੰਦਾ। ਕਿਉਂ, ਕੱਲ ਸਮਝਾਇਆ ਸੀ ਮੈਂ। ਉੱਥੇ ਤੱਕ ਤਾਂ ਗੱਲ ਕਲੀਅਰ ਹੈ ਨਾ ਜਸਜੋਤ? Yes, sir. ਹੁਣ ਇਸ ਸਫੀਅਰ ਦੇ ਉੱਪਰ ਇੱਥੇ ਤੂੰ ਛੋਟਾ ਜਿਹਾ ਸਰਫੇਸ ਲੈ, ਇੱਥੇ ds। ਆ ds ਸਰਫੇਸ ਜਿਹੜਾ ਹੈਗਾ, ਸਰਫੇਸ ਵੈਕਟਰ ਹਮੇਸ਼ਾ ਆਊਟਵਰਡ ਹੁੰਦਾ ਨਾ, ਆ ਹੋਊਗਾ ਨਾ ds। Yes, sir. ਤੇ ਇਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੱਸ ਕੀ ਹੈ, ਆ ਰਹੀ ਹੈ? Sir, left to right. ਆਹੀ ਹੈ ਨਾ, ਉਹ ਤਾਂ ਚੱਲ ਹੀ ਰਿਹਾ ਸੀ, ਇਲੈਕਟ੍ਰਿਕ ਫੀਲਡ ਤਾਂ ਦਿਖਾਈ ਰਿਹਾ ਰੈੱਡ ਨਾਲ ਮੈਂ। ਤੇ ਇਸੇ Yes, ਤਰ੍ਹਾਂ sir. ਇੱਥੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇਹ ਹੈ, ਇੱਥੇ ਵੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇਹ ਹੈ, ਇੱਥੇ ਵੀ ਇਹੀ ਹੈ, ਇੱਥੇ ਵੀ ਇਹੀ ਹੈ, ਇੱਥੇ ਵੀ ਇਹੀ ਹੈ। ਤੇ ਜੇ ਸਰਫੇਸ ਏਰੀਆ ਵੈਕਟਰ ਦੇਖਣਾ ਤੁਸੀਂ, ਸਰਫੇਸ ਏਰੀਆ ਵੈਕਟਰ ਇੱਥੇ ਵੀ ਦੇਖਿਆ ਜਾਊਗਾ ਤਾਂ ਆ ਹੋਏਗਾ, ਇੱਥੇ ਦੇਖਿਆ ਜਾਊਗਾ ਤਾਂ ਬਿਲਕੁਲ ਹੀ ਇੱਧਰ ਹੋਏਗਾ ਆਪੋਜ਼ਿਟ, ਇੱਥੇ ਦੇਖਿਆ ਜਾਏਗਾ ਤਾਂ ਹੁਣ ਇੱਧਰ ਨੂੰ ਹੋਏਗਾ, ਇੱਥੇ ਦੇਖਿਆ ਜਾਏਗਾ ਤਾਂ ਇੱਧਰ ਨੂੰ ਹੋਏਗਾ, ਇੱਥੇ ਦੇਖਿਆ ਜਾਏਗਾ ਤਾਂ ਇੱਧਰ ਨੂੰ ਹੋਏਗਾ, ਹੈ ਕਿ ਨਹੀਂ? Yes, sir. ਤੁਸੀਂ ਪੂਰੇ 3 ਡਾਈਮੈਂਸ਼ਨਲੀ ਸੋਚੋ, ਮੈਂ ਤਾਂ ਸਿਰਫ ਇੱਕ ਜਗ੍ਹਾ ਦਿਖਾਇਆ ਤੁਹਾਨੂੰ, ਪਲੇਨਰ ਦਿਖ ਰਿਹਾ, ਪਰ ਸੋਚੋ ਪੂਰੀ ਬਾਲ ਦੇ ਹਰ ਪੁਆਇੰਟ ਤੇ ਸੋਚੋ ਫਲਕਸ ਕਿਵੇਂ ਆਊਟਵਰਡ ਹੋਏਗਾ। ਹੁਣ ਮੈਨੂੰ ਇਹ ਦੱਸੋ, ਇਲੈਕਟ੍ਰਿਕ ਫੀਲਡ ਤੇ ਸਰਫੇਸ ਏਰੀਆ ਵਿੱਚ ਜਿਹੜਾ ਐਂਗਲ ਹੈ, ਉਹ ਐਂਗਲ ਹਮੇਸ਼ਾ ਅਕਿਊਟ ਹੈ ਕਿ ऑब्ट्यूज है? acute sir। ਇਹਦਾ ਮਤਲਬ ਜਦੋਂ ਡਾਟ ਪ੍ਰੋਡਕਟ ਕਰੋਗੇ ਤਾਂ ਉੱਥੇ cos of any 90 plus theta ਆਏਗਾ ਕੁਝ ਵੀ? Yes, sir. 90 ਡਿਗਰੀ ਤੋਂ ਉੱਪਰ cos ਸੈਕਿੰਡ ਕੁਆਡਰੈਂਟ ਚ ਪਹੁੰਚ ਜਾਂਦਾ ਹੈ, ਉੱਥੇ cos ਹਮੇਸ਼ਾ ਨੈਗੇਟਿਵ ਆਂਦਾ ਕਿ ਨਹੀਂ? Yes, sir. ਮਤਲਬ ਇਹ ਸਾਰੇ E dot ds 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 ਪੂਰੇ ਸਰਫੇਸ ਤੇ E dot ds E dot ds ਕਰ ਕਰਕੇ ਸਾਰਾ ਜੋ ਜੁੜਿਆ ਹੋਊਗਾ, ਆਨਸਰ ਕੀ ਆਉਣ ਲੱਗਾ? ਨੈਗੇਟਿਵ। ਸਮਝ ਲੱਗੀ ਗੱਲ? Yes, तो sir. इसलिए ਜਿਹੜਾ ਇਨਵਰਡ ਫਲਕਸ ਹੋਏਗਾ, ਜਿੰਨਾ ਵੀ ਇਨਵਰਡ ਫਲਕਸ ਆਇਆ ਕਰੇਗਾ, ਅੱਗੇ ਵੀ ਤੁਸੀਂ ਦੇਖੋਗੇ ਹਰ ਜਗ੍ਹਾ ਇਹ ਗੱਲ ਵੈਲਿਡ ਹੋਗੀ, ਉਹ ਹਮੇਸ਼ਾ ਕੀ ਲਿਆ ਜਾਏਗਾ? ਨੈਗੇਟਿਵ। ਤੇ ਜਿਹੜਾ ਆਊਟਵਰਡ ਫਲਕਸ ਹੋਏਗਾ, ਹੁਣ ਤੁਸੀਂ ਆਊਟਵਰਡ ਫਲਕਸ ਸੋਚ ਕੇ ਦੇਖੋ, ਐਂਗਲ ਜਿਹੜਾ ਹੈ ds ਤੇ e ਦੀ ਦਿਖ ਰਹੀ ਹੈ, ds ਤੇ e ਵਿੱਚ ਐਂਗਲ ਜਿਹੜਾ ਹਮੇਸ਼ਾ ਉਹ ਕੀ ਹੋਏਗਾ? ਦੇਖੋ Acute. acute। ਐਂਡ acute ਤੇ ਫਿਰ cos theta ਜਿਹੜੇ ਆਣਗੇ ਨਾਲ, E dot ds E dot ds E dot ds E dot ds ਸਾਰੇ ਪੁਆਇੰਟਸ ਤੇ ਆਊਗਾ। 3 ਡਾਈਮੈਂਸ਼ਨਲੀ ਸੋਚਿਓ, ਆਦੀ ਬਾਲ ਇੱਧਰ ਅੱਧੀ ਬਾਲ ਇੱਧਰ, ਤਾਂ ਉਹਦੇ ਤੇ ਸਾਰਾ ਫਲਕਸ ਆਏਗਾ, ਕੀ ਆਏਗਾ? ਉਹ Positive. ਪੋਜ਼ਿਟਿਵ। ਤੇ ਮੈਨੂੰ ਇਹ ਦੱਸੋ, ਇਸ ਕੇਸ ਦੇ ਵਿੱਚ ਇਹ ਇੱਕ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ,
ਮੈਗਨੀਚਿਊਡ ਦੇ ਵਿੱਚ ਇਨਵਰਡ ਫਲਕਸ ਜ਼ਿਆਦਾ ਹੋਏਗਾ ਕਿ ਆਊਟਵਰਡ ਫਲਕਸ ਜ਼ਿਆਦਾ ਹੋਏਗਾ? ਦੱਸੋ ਕੋਈ ਜਣਾ। सेम होगा। है सेम। कौन बोल रहे हैं सेम? बिल्कुल ठीक बोल रहे हो, बिल्कुल ठीक, बिल्कुल सेम होएगा। जिन्नियां लाइंस इधरले एरिया तो अंदर ਨੂੰ ਗਈਆਂ ਨੇ ਉਨੀਆਂ ਹੀ ਤਾਂ ਨਿਕਲਣਗੀਆਂ ਦੂਜੇ ਪਾਸੇ। इसलिए बिल्कुल जिन्ना लेफ्ट साइड तो ਤੁਹਾਡਾ ਫਲਕਸ ਕੈਲਕੂਲੇਟ ਹੋਏਗਾ ਇਨਵਰਡ ਵਾਲਾ ਉਸ ਸਰਫੇਸ ਏ, ਕਿਉਂਕਿ ਪੂਰੇ ਸਰਫੇਸ ਤੇ ਪਤਾ ਕਰਨਾ ਸੀ, ਕਿਉਂਕਿ ਫਲਕਸ ਥਰੂ ਸਰਫੇਸ ਹੁੰਦਾ ਆ। ਇੱਥੇ ਸਰਫੇਸ ਕਲੋਜ਼ਡ ਸੀ ਤਾਂ ਉਹਦੇ ਇਨਵਰਡ ਤੇ ਆਊਟਵਰਡ ਫਲਕਸ ਦੀ ਗੱਲ ਕਰਨੀ ਪਈ, ਤੇ ਇਨਵਰਡ ਫਲਕਸ 네ਗੇਟਿਵ ਹੋਏਗਾ, ਆਊਟਵਰਡ ਫਲਕਸ ਨੂੰ ਹੀ ਪੋਜ਼ਿਟਿਵ ਮੰਨਿਆ ਜਾਂਦਾ ਆ, ਤੇ ਦੋਨੋਂ ਬਰਾਬਰ ਹੋਣਗੇ। ਤਾਂ ਟੋਟਲ ਫਲਕਸ ਕਿੰਨਾ ਹੋਏਗਾ ਮੈਨੂੰ ਰਫਲੀ ਇੱਕ ਜਣਾ ਦੱਸੋ ਫਿਰ। 0। ਐਗਜ਼ੈਕਟਲੀ, ਟੋਟਲ ਫਲਕਸ ਹੋਏਗਾ 0। ਸੋ ਜਦੋਂ ਸਾਨੂੰ ਓਪਨ ਸਰਫੇਸ ਦਿੱਤਾ ਜਾਵੇ ਤਾਂ ਆਪਾਂ ਇਸ ਤਰ੍ਹਾਂ ਗੱਲ ਕਰ ਸਕਦੇ ਹਾਂ, ਉਹਦਾ ਮੈਗਨੀਚਿਊਡ ਦੱਸ ਕੇ ਆਪਣਾ ਕੰਮ ਸਾਰ ਸਕਦੇ ਹਾਂ, ਕਿਉਂਕਿ ਕਿਸੇ ਵੀ ਓਪਨ ਸਰਫੇਸ ਦੇ ਵਿੱਚ ਇਨਵਰਡ ਜਾਂ ਆਊਟਵਰਡ ਵਾਲਾ ਸੰਕਲਪ ਨਹੀਂ ਹੁੰਦਾ। ਅਸੀਂ ਸਿੱਧਾ ਹੀ ਇਹ ਕਹਿ ਦਿੰਦੇ ਹਾਂ ਬਸ ਵੀ ਆ ਇੰਨਾ ਫਲਕਸ ਹੈ ਬਸ। ਪਰ ਜਦੋਂ ਕੋਈ ਕਲੋਜ਼ ਸਰਫੇਸ ਹੋਵੇ, ਜਿਵੇਂ ਕਿ ਜਸਜੋਤ ਨੇ ਪੁੱਛਿਆ, ਤਾਂ ਕਲੋਜ਼ ਸਰਫੇਸ ਦੇ ਵਿੱਚ ਜਿਹੜਾ ਇਨਵਰਡ ਫਲਕਸ ਹੈ ਤੇ ਆਊਟਵਰਡ ਫਲਕਸ ਹੈ ਉਹ ਦੋਨੋਂ ਪਲੱਸ ਤੇ ਮਾਈਨਸ ਹੁੰਦੇ ਨੇ, ਫਿਰ ਉਹਨਾਂ ਨੂੰ ਐਡ ਕਰਕੇ ਅਲਜੈਬਰਿਕਲੀ ਪਤਾ ਲੱਗਦਾ ਹੈ ਕਿ ਟੋਟਲ ਫਲਕਸ ਕਿੰਨਾ ਆ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਜਾਂ 0 ਹੈ। ਇਸ ਕੇਸ 'ਚ 0 ਆਇਆ। ਗੱਲ ਕਲੀਅਰ ਹੋਈ? यस सर। ਹੁਣ ਮੇਰੀ ਗੱਲ ਦੱਸੋ, ਜੇ ਮੰਨ ਲਓ ਮੈਂ ਸਰਫੇਸ ਕੋਈ ਇਦਾਂ ਦਾ ਲੈ ਲੈਂਦਾ ਇੱਥੇ ਕਿ ਕਲੋਜ਼ ਸਰਫੇਸ ਇਦਾਂ ਦਾ ਲੈ ਲੈਂਦਾ ਕਿ ਇੱਕ ਕੌਲੀ ਹੈ ਪਰ ਕੌਲੀ ਤੇ ਢੱਕਣ ਵੀ ਲੱਗਿਆ ਹੋਇਆ, ਕੌਲੀ ਤੇ ਢੱਕਣ ਲੱਗਿਆ ਹੋਇਆ, ਇਹ ਕੋਈ ਕੌਲੀ ਓਪਨ ਕੌਲੀ ਨਹੀਂ ਹੈ, ਇਧਰੋਂ ਢੱਕਣ ਲੱਗਿਆ ਹੋਇਆ, ਇਹਨੂੰ ਬੰਦ ਕੀਤਾ ਹੈ ਆਪਾਂ, ਠੀਕ ਹੈ, ਤੇ ਆ ਵੀ ਸਰਫੇਸ ਹੈਗਾ ਆ, ਤਾਂ ਇੱਥੇ ਟੋਟਲ ਫਲਕਸ ਕਿੰਨਾ ਹੋਣਾ ਸੀ ਦੱਸੋ ਮੈਨੂੰ ਜਲਦੀ। 0। ਐਗਜ਼ੈਕਟਲੀ ਉਹੀ ਹੋਣਾ ਸੀ, ਕਿਉਂਕਿ ਕੋਈ ਫਰਕ ਹੀ ਨਹੀਂ ਹੈਗਾ। ਸਮਝ ਲੱਗੀ ਗੱਲ? ਇਨਵਰਡ ਵਾਲਾ ਫਲਕਸ ਇਹਦੇ ਕਰਵਡ ਤੋਂ ਆਣਾ ਸੀ, ਆਊਟਵਰਡ ਵਾਲਾ ਇਹਦੇ ਪਲੇਨ ਸਰਫੇਸ ਤੋਂ ਜਾਣਾ ਸੀ ਬਾਹਰ ਨੂੰ, ਪਰ ਮੈਗਨੀਚਿਊਡ ਉਨਾ ਹੀ ਆਣਾ ਸੀ। ਤੇ ਪਲੇਨ ਆ ਵਾਲੇ ਕਰਵਡ ਦਾ ਤੁਹਾਨੂੰ ਪਤਾ ਕਿਵੇਂ ਕੈਲਕੂਲੇਟ ਕਰਨਾ ਹੈ, ਤੇ ਜਿਹੜਾ ਆਊਟਵਰਡ ਵੀ ਉਨਾ ਹੀ ਆਏਗਾ, ਪਾਈ ਆਰ ਸਕੁਅਰ ਇਨਟੂ E, ਪਾਈ ਆਰ ਸਕੁਅਰ ਇਨਟੂ E, यानी ਜਿਹੜਾ ਇਨਵਰਡ ਫਲਕਸ ਆਏਗਾ ਉਸ ਕੇਸ ਆਏਗਾ ਮਾਈਨਸ E ਇਨਟੂ ਪਾਈ ਆਰ ਸਕੁਅਰ, ਆਊਟਵਰਡ ਫਲਕਸ ਆਏਗਾ प्लस E इनटू पाई आर स्क्वायर, तो जब जोड़ दोगे आंसर आ जाएगा 0। सो उस केस ਦੇ ਵਿੱਚ ਆਪਾਂ ਉਦਾਂ ਨਹੀਂ, ਆਪਾਂ ਇਸ ਇਦਾਂ ਕਰਾਂਗੇ। ਜਸਜੋਤ ਕਲੀਅਰ ਹੋਈ ਗੱਲ? यस सर। मतलब उस केस इधरले हाफ ਦਾ ਫਲਕਸ 네ਗੇਟਿਵ ਹੋਏਗਾ, ਇਧਰਲੇ ਹਾਫ ਦਾ ਫਲਕਸ ਪੋਜ਼ਿਟਿਵ ਹੋਏਗਾ। ਗੱਲਾਂ ਕਲੀਅਰ ਹੈ? ਹਾਂਜੀ, ਆਪਾਂ ਇਹਨੂੰ ਐਦਾਂ ਸੋਚ ਵੀ ਸਕਦੇ ਨੇ ਜਿੱਦਾਂ ਪਿਛਲੇ ਕੇਸ ਇਹਨਾਂ ਨੂੰ ਦੋ ਹਾਫ 'ਚ ਤੋੜ ਕੇ ਫਿਰ ਇਧਰਲੇ ਹਾਫ ਦਾ ਲੱਗ ਕੱਢ ਲਈ, ਉਧਰ ਨੂੰ ਟਾਰਚ ਮਾਰ ਕੇ ਦੇਖ ਕੇ ਉਦਾਂ। ਹਾਂ ਬਿਲਕੁਲ ਸੇਮ ਹੈ ਨਾ? ਹਾਂ ਬਿਲਕੁਲ ਹੈ। ਪਰ ਹੁਣ ਗੱਲ ਇਹ ਹੈ ਕਿ ਜੇ ਇੱਥੇ ਐ ਹੋ ਜਾਂਦਾ ਕਿ ਇਲੈਕਟ੍ਰਿਕ ਫੀਲਡ ਯੂਨੀਫਾਰਮ ਨਾ ਹੁੰਦਾ ਤਾਂ ਜਿਹੜੀਆਂ ਵੈਲਿਊਜ਼ ਇਲੈਕਟ੍ਰਿਕ ਫੀਲਡ ਦੀਆਂ ਸਟਰੈਂਥਸ ਇੱਧਰ ਹੁੰਦੀਆਂ, ਮੰਨ ਲਓ ਇੱਧਰ ਜ਼ਿਆਦਾ ਹੁੰਦੀਆਂ ਤੇ ਇੱਧਰ ਇਲੈਕਟ੍ਰਿਕ ਫੀਲਡ ਵੀਕ ਹੋ ਜਾਂਦਾ, ਤੇ ਫਿਰ ਜਿਹੜਾ ਇਨਵਰਡ ਫਲਕਸ ਹੈ ਉਹ ਜ਼ਿਆਦਾ ਤੇ ਆਊਟਵਰਡ ਫਲਕਸ ਘੱਟ ਨਹੀਂ ਹੋ ਜਾਣਾ ਸੀ? ਯੈਸ ਸਰ। ਫਿਰ ਨੈਟ ਫਲਕਸ 네ਗੇਟਿਵ ਆਣਾ ਸੀ। ਇਹ ਟੋਟਲ ਫਲਕਸ 0 ਤਾਂ ਆ ਰਿਹਾ ਕਿਉਂਕਿ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਗੱਲ ਕਰ ਰਹੇ ਹੋ। ਸੋ ਜਿੰਨੀਆਂ ਫੀਲਡ ਲਾਈਨਸ ਐਂਟਰ ਕਰਦੀਆਂ ਨੇ ਥਿਓਰੈਟਿਕਲੀ ਉਨੀਆਂ ਹੀ ਨਿਕਲਣੀਆਂ ਚਾਹੀਦੀਆਂ ਨੇ। ਆਪਣੀ ਇਮੇਜਿਨੇਸ਼ਨ ਜੋ ਵੀ ਹੈ ਉਹਦੇ ਬਾਰੇ ਜੋ ਸਮਝ ਹੈ, ਇਸ ਲਈ ਆਪਾਂ ਟੋਟਲ ਫਲਕਸ 0 ਕਿਸੇ ਵੀ ਕਲੋਜ਼ ਸਰਫੇਸ ਤੋਂ ਤਾਂ ਹੀ ਹੋਏਗਾ ਜੋ ਪੂਰਾ ਕਲੋਜ਼ ਸਰਫੇਸ ਕਿਸੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ ਹੋਵੇ ਤੇ ਉੱਥੇ ਆਪਾਂ ਇਮੇਜਿਨ ਕਰ ਰਹੇ ਹੋਈਏ। ਕਲੀਅਰ ਹੈ ਗੱਲ ਹੁਣ? ਯੈਸ ਸਰ। ਇੱਕ ਕੁਐਸਚਨ ਹੋਰ ਕਰਦੇ ਆ, ਉਹਦੇ ਨਾਲ ਆਹ ਵਾਲੀ ਗੱਲ ਹੋਰ ਵੀ ਕਲੀਅਰ ਹੋ ਜਾਏਗੀ ਕਿ ਜੇ ਮੰਨ ਲਓ ਐ ਹੋਵੇ ਕਿ ਇੱਥੇ ਇਲੈਕਟ੍ਰਿਕ ਫੀਲਡ ਲਾਈਨਸ ਨੇ ਇਸੇ ਤਰ੍ਹਾਂ ਹੀ ਬਿਲਕੁਲ ਜਿਵੇਂ ਹੁਣੀ ਆਪਾਂ ਦੇਖ ਰਹੇ ਸੀ, ਆ ਲਓ ਇਸ ਤਰ੍ਹਾਂ ਇਲੈਕਟ੍ਰਿਕ ਫੀਲਡ ਲਾਈਨਸ ਨੇ, ਤੇ ਇੱਕ ਮੈਂ ਦੇਖੋ ਸਾਰੇ ਇਹ ਵਾਲੀ ਐਗਜ਼ਾਮਪਲਾਂ ਜੋ ਦੇ ਰਹੇ ਇਹ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੀ ਦੇ ਰਹੇ ਆ। ਅੱਗੇ ਜਾ ਕੇ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਇਦਾਂ ਦਾ ਹੀ ਤੁਹਾਨੂੰ ਕੇਸ ਮਿਲੂਗਾ, ਇਲੈਕਟ੍ਰਿਕ ਫੀਲਡ ਦੀ ਵੈਲਿਊ ਵੱਧ ਘੱਟ ਕਿਸੇ ਡਿਫਰੈਂਟ ਐਂਗਲ ਤੇ ਡਾਇਰੈਕਸ਼ਨ ਬਦਲ ਜਾਏਗੀ, ਕੁਝ ਬਦਲ ਹੋਏਗਾ। ਆਪਾਂ ਫਿਲਹਾਲ ਆਪਾਂ ਗੱਲ ਕਰ ਰਹੇ ਹਾਂ ਇਦਾਂ। ਹੁਣ ਮੰਨ ਲਓ ਇੱਥੇ ਇੱਕ ਕੋਨ ਹੈ ਇਸ ਤਰ੍ਹਾਂ,
ਤੇ ਕੋਨ ਦੇ ਵਿੱਚ ਕੀ ਹੈ, ਹੁਣ ਇਹ ਓਪਨ ਹੈ ਕਿ ਕਲੋਜ਼ਡ ਹੈ, ਇਹਦੇ ਬਾਰੇ ਮੈਂ ਚਲੋ ਬਾਅਦ ਚ ਗੱਲ ਕਰਦਾ। ਪਹਿਲਾਂ ਆਪਾਂ ਮੰਨ ਲਈਏ ਕਿ ਆ ਜਿਹੜਾ ਕੋਨ ਹੈ ਇਹਦਾ ਰੇਡੀਅਸ ਹੈਗਾ ਨੀਚੇ r, ਆ ਵਾਲਾ, ਠੀਕ ਹੈ ਜੀ। ਇਹਦੀ ਹਾਈਟ ਹੈਗੀ ਆ ਜੀ h, ਠੀਕ ਹੈ। ਤੇ ਹੁਣ ਆ ਇਲੈਕਟ੍ਰਿਕ ਫੀਲਡ ਹੈਗਾ E, ਠੀਕ ਹੈ। ਰੇਡੀਅਸ r ਹੈ, ਆ ਕੋਨ ਪਿਆ ਰਸਤੇ ਚ, ਇਧਰੋਂ ਫਲਕਸ ਆ ਰਿਹਾ, ਉਹ ਇੱਕਦਮ ਉਹਦੇ ਚ ਐਂਟਰ ਕਰੂਗਾ ਤੇ ਉਧਰਲੇ ਪਾਸੋਂ ਨਿਕਲ ਜਾਊਗਾ। ਇਹ ਗੱਲ ਤਾਂ ਸਮਝ ਲੱਗ ਰਹੀ ਸਾਰਿਆਂ ਨੂੰ? Yes, sir. ਆਪਾਂ ਇਹ ਪਤਾ ਕਰਨਾ ਆ ਕਿ ਇਹਦੇ ਵਿੱਚ ਜਿਹੜਾ ਫਲਕਸ ਹੈਗਾ ਐਸੋਸੀਏਟਿਡ ਵਿਦ ਹਾਫ ਕਰਵਡ ਏਰੀਆ ਕਿੰਨਾ ਆ। ਫਾਈਂਡ ਫਲਕਸ associated with half curved area as shown। ਤੇ ਮੈਂ ਉਹ ਹਾਫ ਕਰਵਡ ਏਰੀਆ ਲੈ ਰਿਹਾ ਜੀ ਇਧਰਲਾ। ਸਮਝ ਲੱਗ ਰਹੀ ਹੈ ਸਾਰਿਆਂ ਨੂੰ ਗੱਲ? ਉਹਦੇ ਸਾਹਮਣੇ ਵਾਲਾ ਇਧਰਲਾ ਜਿਹੜਾ ਅੱਧਾ ਪਏਗਾ, ਆ ਵਾਲਾ ਪੂਰਾ ਗੋਲ ਘੁੰਮ ਕੇ ਟੈਂਟ, ਤੁਸੀਂ ਸਮਝਦੇ ਹੀ ਹੋ ਕਿਵੇਂ ਹੁੰਦਾ। ਸਿਰਫ ਇਸ ਏਰੀਆ ਥਰੂ ਫਲਕਸ ਪਤਾ ਕਰਨਾ ਹੈ। ਸੋ ਸਭ ਤੋਂ ਪਹਿਲਾਂ ਤਾਂ ਫਲਕਸ ਪਤਾ ਕਰਨ ਲਈ ਇੱਥੇ ਤੁਸੀਂ ਉਹ ਵਾਲਾ ਫਾਰਮੂਲਾ ਲਗਾ ਸਕਦੇ ਹੋ, ਉਹ ਵਾਲੀ ਟੈਕਨੀਕ ਲਗਾ ਸਕਦੇ ਹੋ, ਕਿਉਂਕਿ ਮੈਂ ਜਿਹੜੇ ਏਰੀਆ ਥਰੂ ਪਤਾ ਕਰਨਾ ਹੈ ਉਹਨੂੰ ਮੈਂ ਓਪਨ ਮੰਨ ਸਕਦਾ ਨਾ ਇੱਥੇ। Yes, sir. ਤਾਂ Yes, ਇਸ sir. ਏਰੀਆ ਥਰੂ ਜਿਹੜਾ ਫਲਕਸ ਹੋਏਗਾ ਉਹ ਕਿੰਨਾ ਹੋਏਗਾ, ਤੁਸੀਂ ਦੱਸ ਸਕਦੇ ਹੋ ਕੈਲਕੂਲੇਟ ਕਰਕੇ? Sir, E by 2RH E by 2RH G by 2RH. minus E by 2RH। ਕਿਵੇਂ ਆਇਆ? ਜੇ ਆਪਾਂ ਹਾਫ ਨੂੰ ਮੀਨਸ ਕਿ ਇੱਕ ਵਾਰ ਕੱਢ ਲਈਏ ਤਾਂ ਆਪਾਂ E dot ds ਲਾ ਸਕਦੇ ਹਾਂ। ਨਹੀਂ, ਹਾਫ ਨੂੰ ਕਰ ਲਈਏ ਤਾਂ E.D ਲਾ ਸਕਦੇ ਆ, ਪਰ ਇਹਦਾ ਜਿਹੜਾ ਆ ਜਿਹੜਾ ਸਰਫੇਸ ਏਰੀਆ, ਇਹ ਸਾਰੇ ਦੇ ਥਰੂ ਇਲੈਕਟ੍ਰਿਕ ਫੀਲਡ ਲਾਈਨ ਨਾਰਮਲ ਤਾਂ ਨਹੀਂ ਹੈਗੀਆਂ? ਸਰ ਸਰ 180 ਡਿਗਰੀ ਬਣਾਉਣਗੇ, ਮੀਨਸ ਕਿ ਏਰੀਆ ਵੈਕਟਰ ਇਧਰਲੀ ਸਾਈਡ ਹੋਏਗਾ। ਨਹੀਂ, 180 ਡਿਗਰੀ ਕਿਵੇਂ ਹੋਏਗਾ? ਦੇਖ ਨਾ, 180 ਡਿਗਰੀ ਕਿੱਥੇ ਹੋਏਗਾ? ਆਹ ਵਾਲਾ ਜਿਹੜਾ ਏਰੀਆ ਆ ਇਹ ਇੱਧਰ ਨੂੰ ਹੋਏਗਾ, ਆਹ ਵਾਲਾ ਜਿਹੜਾ ਹੋਏਗਾ ਉਹ ਇੱਧਰ ਨੂੰ ਹੋਏਗਾ। ਇਹ ਸਾਰੇ ਇਹ ਤਿਰਛੇ ਨਹੀਂ ਹੋਣਗੇ ਥੋੜੇ ਜਿਹੇ ਸਰਫੇਸਿਸ? ਸਰ ਆਪਾਂ ਇਹਦੀ ਪ੍ਰੋਜੈਕਸ਼ਨ ਬਣਾਵਾਂਗੇ ਨਾ ਪਹਿਲਾਂ ਹਾਫ ਦੀ। ਹਾਂ, ਜਦੋਂ ਪ੍ਰੋਜੈਕਸ਼ਨ ਬਣਾਵਾਂਗੇ ਇਸ ਹਾਫ ਏਰੀਆ ਦੀ, ਤੂੰ ਮੈਨੂੰ ਇਹ ਦੱਸ ਪ੍ਰੋਜੈਕਸ਼ਨ ਦੀ ਸ਼ੇਪ ਕਿੱਦਾਂ ਦੀ ਹੋਏਗੀ? ਟ੍ਰਾਇੰਗਲ ਆਏਗਾ ਸਰ। ਹਾਂ ਬਿਲਕੁਲ, ਟ੍ਰਾਇੰਗਲ ਆਏਗਾ ਜਿਹਦੇ ਵਿੱਚ ਕੀ ਇਲੈਕਟ੍ਰਿਕ ਫੀਲਡ ਮੈਂ ਮੰਨ ਸਕਦਾ ਕਿ ਬਿਲਕੁਲ ਨਾਰਮਲੀ ਐਂਟਰ ਕਰੇਗਾ, ਹਨਾ ਹਨਾ। ਉਹ ਟ੍ਰਾਇੰਗਲ ਜਿਹੜਾ ਆਏਗਾ ਉਹਦਾ ਕਿੰਨਾ ਬੇਸ ਹੋਏਗਾ? 2r। ਹਾਂ ਬਿਲਕੁਲ ਕਰੈਕਟ। ਤੇ ਉਹਦੀ ਹਾਈਟ ਕਿੰਨੀ ਹੋਏਗੀ? ਸਰ h ਹੀ ਹੋਏਗੀ। h ਹੀ ਹੋਏਗੀ। ਤਾਂ ਫਿਰ ਇਸ ਦਾ ਏਰੀਆ ਮਲਟੀਪਲਾਈ ਕਰਕੇ ਨਹੀਂ ਆ ਰਿਹਾ ਇਲੈਕਟ੍ਰਿਕ ਫੀਲਡ ਨਾਲ ਸਿੱਧਾ ਹੀ? ਹਾਂਜੀ ਸਰ। ਏਰੀਆ ਕਿੰਨਾ ਆਏਗਾ? ERH into base into height। ਆ ਹੁੰਦਾ ਨਾ ਇਲੈਕਟ੍ਰਿਕ ਫੀਲਡ ਦਾ ਏਰੀਆ ਆਫ ਟ੍ਰਾਇੰਗਲ। ਹਾਂਜੀ ਸਰ। yes sir ਫਲਕਸ ਇਹ ਆਏਗਾ ਤੇ ਉਹ ਕਿੰਨਾ ਆ ਜਾਏਗਾ? E by 2RH। ERH। E by 2 ਕਿਉਂ ਆ ਰਿਹਾ ਬਈ? ਹਾਂਜੀ ਸਰ ERH ਹੀ ਆ ਰਹੀ ਹੈ। ਮਤਲਬ ਤੂੰ ਸੋਚਿਆ ਪਹਿਲਾਂ ਠੀਕ ਸੀ, ਤੇਰਾ ਕੈਲਕੂਲੇਸ਼ਨ ਚ ਬੜੀ ਤੇਜ਼ ਕਰ ਗਿਆ ਨਾ। ਹਾਂਜੀ ਸਰ। ਹਾਂ ਕੋਈ ਗੱਲ ਨਹੀਂ, ਕਿਉਂਕਿ ਤੂੰ ਬਾਕੀ ਸਾਰਾ ਠੀਕ ਹੀ ਦੱਸਿਆ। ਤੇ ਮੈਂ ਤੈਨੂੰ ਇੱਕ ਗੱਲ ਹੋਰ ਪੁੱਛਣੀ ਆ ਅਨੁਰਾਗ। ਹਾਂਜੀ ਸਰ। ਇਹ ਫਲਕਸ ਸੱਚੀ ERH ਆਏਗਾ? ਜੇ ਮੈਂ ਇਹਨੂੰ ਹੁਣ ਇਹ ਓਪਨ ਮੰਨਿਆ ਤਾਂ ਤੇਰਾ ਆਨਸਰ ਬਿਲਕੁਲ ਕਰੈਕਟ ਹੈ, ਕਿਉਂਕਿ ਓਪਨ ਸਰਫੇਸ ਮੰਨਿਆ ਨਾ। ਹਾਂਜੀ ਸਰ। ਮੈਂ ਇਹ ਕਹਿ ਰਿਹਾ ਕੰਸੀਡਰ ਇਟ ਐਜ਼ ਅ ਕਲੋਜ਼ਡ ਸਰਫੇਸ। ਕਲੋਜ਼ਡ ਕੋਨ ਯਾਨੀ ਆਫ ਕੋਨ, ਕੰਪਲੀਟ ਕੋਨ ਹੈ ਤੇ ਕਲੋਜ਼ ਸਰਫੇਸ ਹੈ। ਤਾਂ ਫਿਰ ਇਸ ਪੂਰਾ ਜਿਹੜਾ ਸਰਫੇਸ ਹੈ ਇਹ ਤਿੰਨ ਸਰਫੇਸਿਸ ਤੋਂ ਮਿਲ ਕੇ ਬਣਿਆ ਨਾ। ਅੱਧਾ ਇੱਧਰ ਵੀ ਹੈ ਕਰਵਡ, ਹਾਂਜੀ ਸਰ ਨੀਚੇ ਵਾਲਾ ਸਰ ਸਰਕਲ ਵੀ ਹੈ ਤੇ ਇਹ ਨੀਚੇ ਵਾਲਾ ਵੀ ਹੈਗਾ ਵਾ। ਤਾਂ ਆ ਵੀ ਲੈ ਲੈਣੇ ਆ, ਨੀਚੇ ਵਾਲਾ ਵੀ, ਆ ਵੀ। ਤਾਂ ਹੁਣ ਮੈਂ ਕਲੋਜ਼ ਸਰਫੇਸ ਮੰਨ ਲਿਆ। ਤਾਂ ਹੁਣ ਮੈਂ ਫਲਕਸ ਦੱਸਦੇ ਹੋਏ ਕਿਸ ਗੱਲ ਦਾ ਪੋਜ਼ਿਟਿਵ ਨੈਗੇਟਿਵ ਵੀ ਸੋਚ ਕੇ ਦੱਸੂਗਾ। ਹੁਣ ਮੈਨੂੰ ਦੱਸ, ਜੇ ਹੁਣ ਮੈਂ ਕਲੋਜ਼ ਮੰਨ ਲਿਆ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਫਲਕਸ ਥਰੂ ਦੈਟ ਸਰਫੇਸ, ਆ ਵਾਲੇ ਸਰਫੇਸ ਥਰੂ ਕਿੰਨਾ ਹੋਏਗਾ? ਸੇਮ ਹੀ ਹੋਣਾ ਚਾਹੀਦਾ। ਆ ਹੋਏਗਾ ਨਾ, ਸੇਮ, ਨੈਗੇਟਿਵ ਨਹੀਂ ਹੋਏਗਾ। ਹਾਂਜੀ ਸਰ ਨੈਗੇਟਿਵ ਤਾਂ ਹੋਏਗਾ ਇਨਵਰਡ ਹੈ ਨਾ ਸਰ। ਤੇ ਜਿਹੜਾ ਫਲਕਸ ਇਹ ਵਾਲੇ ਸਰਫੇਸ ਥਰੂ ਹੋਏਗਾ ਉਹ ਕਿੰਨਾ ਹੋਏਗਾ? ਪੋਜ਼ਿਟਿਵ ERH ਹੋਏਗਾ। ਬਿਲਕੁਲ ਕਰੈਕਟ। ਤੇ ਨੀਚੇ ਤੇ ਵਾਲੇ ਜਿਹੜਾ ਵਾਸਤੇ ਯੈਲੋ ਵਾਲੇ ਥਰੂ ਹੋਏਗਾ ਉਹ ਕਿੰਨਾ ਹੋਏਗਾ? ਸਰ 0 ਹੋਏਗਾ ਸਰ। ਹਾਂ, ਯੈਲੋ ਵਾਲੇ ਫਲਕਸ 0 ਹੋਏਗਾ, ਕਿਉਂਕਿ ਇਹਦੇ ਥਰੂ ਇਲੈਕਟ੍ਰਿਕ ਫੀਲਡ ਨੀਚੋਂ ਦੀ ਨਿਕਲ ਜਾਣਾ, ਉੱਪਰਲੇ ਨਿਕਲ ਜਾਣਾ, ਇਹਦੇ ਵਿੱਚੋਂ ਤਾਂ ਨਿਕਲੇ ਹੀ ਨਹੀਂ, ਹਨਾ। ਯੈਸ ਸਰ। ਜਾਂ ਫਿਰ ਇਹ ਮੰਨ ਸਕਦੇ ਆ ਕਿ ਇਹ ਵਾਲਾ ਜਿਹੜਾ ਸਰਫੇਸ ਏਰੀਆ ਹੈ, ਇਹ ਵਾਲੇ ਤੇ ਏਰੀਆ ਵੈਕਟਰ ਨੀਚੇ ਨੂੰ ਹੋਏਗਾ ds, ਤੇ ਇਲੈਕਟ੍ਰਿਕ ਫੀਲਡ ਇੱਧਰ ਨੂੰ, ਤੇ E ਤੇ ds ਐਂਗਲ ਹਮੇਸ਼ਾ ਕਿੰਨਾ ਆਏਗਾ? ਦੇਖੋ ਹਰ ਜਗ੍ਹਾ ਤੇ, ਹਨਾ। ਯੈਸ ਸਰ। ਤੇ ਹੋਰ 90 90 90 90 E.ds 0 0 0 0 0 ਸਾਰੇ 0 0। ਹਾਂਜੀ ਸਰ। ਤਾਂ ਹੁਣ ਮੈਨੂੰ ਇਹ ਦੱਸ ਵੀਰ ਅਨੁਰਾਗ,
ਟੋਟਲ ਫਲਕਸ ਥਰੂ ਦਿਸ ক্লোਜ਼ ਸਰਫੇਸ ਕਿੰਨਾ ਆਏਗਾ 5 ਟੋਟਲ 0 ਹੋਏਗਾ ਸਰ। ਹਾਂ ਇਹ ਤਿੰਨਾਂ ਨੂੰ ਜੋੜ ਦੋ ਕਿੰਨਾ ਸੌਖਾ ਹੈ ਕੰਮ। ਤੇ ਵੈਸੇ ਵੀ ਮੈਂ ਤੁਹਾਨੂੰ ਕਿਹਾ ਕਿ ਜਦੋਂ ਵੀ ਕੋਈ ਯੂਨੀਫਾਰਮ ਇਲੈਕਟ੍ਰਿਕ ਫੀਲਡ ਲਓਗੇ ਉਹਦੇ ਵਿੱਚ ਜਦੋਂ ਵੀ ਤੁਸੀਂ ਕੋਈ ক্লোਜ਼ ਸਰਫੇਸ ਇਮੇਜਿਨ ਕਰੋਗੇ ਚਾਹੇ ਉਹ ਸਫੀਅਰ ਹੋਵੇ ਚਾਹੇ ਕੋਨ ਹੋਵੇ ਚਾਹੇ ਟੇਡਾ ਮੇਡਾ ਕੁਝ ਮਰਜ਼ੀ ਹੋਵੇ ਤਾਂ ਉਹ ਸਰਫੇਸ ਦੇ ਥਰੂ ਜਿੰਨਾ ਵੀ ਇਨਵਰਟ ਫਲਕਸ ਹੈ ਆਊਟਵਰਡ ਫਲਕਸ ਬਰਾਬਰ ਹੋ ਜਾਇਆ ਕਰੇਗਾ ਤੇ ਫਿਰ ਤੁਹਾਡਾ ਆਨਸਰ ਮੁੜ ਕੁੜ ਕੇ ਉਨਾ ਹੀ ਆਏਗਾ 0। ਸਮਝ Sir? ਲੱਗੀ ਸਰ? ਹਾਂਜੀ ਸਰ ਉੱਪਰ ਵਾਲੇ ਕੇਸ ਜਿਹੜੇ ਗ੍ਰੀਨ ਚ ਲਿਖਿਆ ਤੁਸੀਂ ਉਹ ਚ 네ਗੇਟਿਵ ਸਾਈਨ ਕਾਤੇ ਨਹੀਂ ਲਿਖਿਆ? ਕਿਉਂਕਿ ਮੈਂ ਉੱਥੇ ਸਿਰਫ ਤੁਹਾਨੂੰ ਐਸੋਸੀਏਟਿਡ ਹਾਫ ਕਰਵਡ ਏਰੀਆ ਕਿਹਾ ਸੀ ਤੇ ਉਹ ਫਿਰ ਇੱਕ ਤਾਂ ਓਪਨ ਲੈ ਕੇ ਚੱਲ ਰਿਹਾ ਸੀ ਨਾ ਓਪਨ ਸਰਫੇਸ ਸੀ ਨਾ ਉਹਦਾ। ਸਰ ਬਟ ਉਹਦਾ ਐਂਗਲ ਵੀ ਤਾਂ ਆਬਟਿਊਸ ਹੋਊਗਾ। ਨਹੀਂ ਮਤਲਬ ਉੱਥੇ ਪਤਾ ਉੱਥੇ ਆਪਾਂ ਜਿਹੜਾ ਜਦੋਂ ਓਪਨ ਸਰਫੇਸ ਲੈਨੇ ਆ ਤਾਂ ਉਹਦਾ ਇੱਧਰ ਵੀ ਲੈ ਸਕਦੇ ਫਿਰ ਤਾਂ ਆਪਾਂ। ਮੈਂ ਤੁਹਾਨੂੰ ਇੱਥੇ ਇਹ ਜਿਹੜਾ ਸਰਫੇਸ ਦਿਖਾਇਆ ਇਹ ਸਮਝਾਇਆ ਉਹਦੇ ਲਈ ਹੈ ਕਿ ਵੀ ক্লোਜ਼ ਸਰਫੇਸ ਦਾ ਪਾਰਟ ਲੈ ਕੇ ਚੱਲੀਏ। ਯਾਨੀ ਦੇਖੋ ਜਿਹੜਾ ਓਪਨ ਸਰਫੇਸ ਹੈ ਜ਼ਰੂਰੀ ਨਹੀਂ ਹੈ ਕਿ ਹਰ ক্লোਜ਼ ਸਰਫੇਸ ਦਾ ਹਿੱਸਾ ਦੇ ਤੌਰ ਤੇ ਹੋਵੇ। ਫਿਰ ਆਪਾਂ ਉੱਥੇ ਆਊਟਵਰਡ ਨਾਰਮਲੀ ਲੈਣਾ ਫਿਰ ਆਪਾਂ ਨੂੰ 네ਗੇਟਿਵ ਹੀ ਲੈਣਾ ਪਏਗਾ। ਵੈਸੇ ਜ਼ਿਆਦਾ ਸਹੀ ਆਨਸਰ 네ਗੇਟਿਵ ਹੀ ਹੈ ਕਿਉਂਕਿ ਮੈਂ ਤੁਹਾਨੂੰ ਕੋਣ ਦਿਖਾਇਆ ਸੀ। ਹਾਂ ਮੈਂ ਜੇ ਤੈਨੂੰ ਐ ਦਿਖਾਉਂਦਾ ਨਾ ਐ ਕਰਕੇ ਐ ਦਿਖਾ ਦਿੰਦਾ ਮੈਂ ਹਨਾ ਇਸ ਤਰ੍ਹਾਂ ਦਾ ਕੁਝ ਯੈਸ ਸਰ ਤਾਂ ਮੈਂ ERH ਕਹਿ ਸਕਦਾ ਸੀ ਕਿਉਂਕਿ ਫਿਰ ਉਹ DS ਅੰਦਰ ਨੂੰ ਲੈਣਾ ਨਾਰਮਲੀ ਜਾਂ ਬਾਹਰ ਨੂੰ ਕੋਈ ਗੱਲ ਕਹਿ ਨਹੀਂ ਸਕਦੇ ਨਾ ਆਪਾਂ। ਯੈਸ ਸਰ ਫਿਰ ਆਪਾਂ ਜਸਟ ਫਲਕਸ ਦੇ ਮੈਗਨੀਟਿਊਡ ਚ ਇੰਟਰਸਟਿਡ ਹੁੰਦੇ ਆ। ਪਰ ਜਦੋਂ ক্লোਜ਼ ਸਰਫੇਸ ਹੁੰਦਾ ਤੇ ক্লোਜ਼ ਸਰਫੇਸ ਲਈ ਹੀ ਫਲਕਸ ਇੰਪੋਰਟੈਂਟ ਹੁੰਦਾ ਹੈ ਆਪਣੇ ਲਈ। ਉਹਦੇ ਨਾਲ ਹੀ ਆਪਾਂ ਨੂੰ ਸਹੀ ਜਾਣਕਾਰੀਆਂ ਮਿਲਣਗੀਆਂ ਉਹ ਆਪਾਂ ਦੇਖਾਂਗੇ ਕਿਵੇਂ ਯੂਜ਼ ਕਰਾਂਗੇ ਬੜਾ ਯੂਜ਼ਫੁਲ ਹੋਏਗਾ ਆਪਣੇ ਲਈ। ਤੇ ਆ ਸਰਫੇਸਿਸ ਦੇ ਥਰੂ ਆਪਾਂ ਇਹ ਕੈਲਕੂਲੇਟ ਕਰਦੇ ਹਾਂ। ਕਲੀਅਰ ਹੋ ਗਿਆ ਜਸਜੋਤ? ਯੈਸ ਸਰ। ਹੁਣ ਇੱਕ ਫਿਰ ਬੜੀ ਇੰਪੋਰਟੈਂਟ ਨੋਟ ਜਿਹੜੀ ਆ ਲਿਖ ਲਓ ਕਿਉਂਕਿ ਹੁਣ ਆਪਾਂ ਇਹਨਾਂ ਦੇ ਗੱਲਾਂ ਤੇ ਗੱਲ ਕਰ ਲਈ ਹੈ। ਲਿਖ ਲਓ ਨੋਟ ਇਹ ਆਪਣੇ ਨੋਟਸ ਚ ਲਿਖੋ। ਨੋਟ ਨੰਬਰ 1 ਲਿਖੋ if we imagine any closed surface in the region of electric field चाहे electric field हो जितो मर्जी आया मैंने नहीं पता बस है electric field. If we imagine any closed surface in a region of electric field then the flux entering the surface या इनवर्ड कह लो is taken as negative and flux leaving the surface या outward लिख लियो ब्रैकेट flux leaving the surface is taken as पॉजिटिव। समझ लगी गल सारे Yes sir. क्योंकि आप उसकी डेफिनेशन वगैरह समझ के पहला ओपन ते क्लोज सरफेस समझ के फिर गल की है। दूजा है या इलेक्ट्रिक फ्लक्स through a closed surface is इना बड़ा लिख रहा था 0 बड़ी इंपॉर्टेंट गल है 0 if E is Uniform. हाँ नहीं तो इलेक्ट्रिक फील्ड जे घट वध गया फिर पता नहीं उधरले सरफेस ते एंटर घट कर रहा ते निकल ज्यादा रहा की पता इस तरह हो सकता है किसी जगह ते किसी सिचुएशन वो आप देखते हैं। हुण बड़ी इंटरेस्टिंग एक होर चीज निकल के आएगी आप इस कढ़ते हैं ते फिर गॉसेस थ्योरम दा तुहाडा समझ लो काम शुरू हो चुकिया वा बस तुहानू मैं दसना ही है गॉसेस थ्योरम की कहती है हले बस आप गल करते करते विचों कढ़ देनी है गॉसेस थ्योरम। हुण आप एक बड़ा इंटरेस्टिंग क्वेश्चन करते हैं सौखा भी रहेगा थोड़ा आप किवें फ्लक्स नूं कैलकुलेट करने के चक्कर च पैना आ भी पता लगेगा। मैं कह रहा कि मेरे को कोई आउटवर्ड या कोई सॉरी कोई मेरे को एक्सटर्नल कोई इलेक्ट्रिक फील्ड है ही नहीं रीजन बाहरों नहीं आ रहा कितों बस एक चार्ज पे आया वा एक मान लो वो चार्ज पे आया प्लस क्यू बस ये चार्ज पे आया मेरे को वो कुछ नहीं तो मैं फ्लक्स कैलकुलेट करना चाहना है इस इलेक्ट्रिक फील्ड करके। सरफेस एरिया केड़ा लिया मैं सरफेस एरिया देखो इमेजिनरी है तो मैं ये अराउंड कोई भी एक इमेजिनरी सरफेस एरिया ले लेना
ਉਹ ਮੈਂ ਸਫੀਅਰ ਲੈ ਲੈਣਾ ਵਾ ਇਸੇ ਨੂੰ ਸੈਂਟਰ ਮੰਨ ਕੇ, ਕੋਈ ਵੀ ਲੈ ਸਕਦਾ ਹਾਂ, ਮੈਂ ਇੱਕ ਜਾਣਬੁੱਝ ਕੇ ਸਫੀਅਰ ਲੈ ਲਿਆ ਤੇ ਇਹ ਉਹਦੇ ਸੈਂਟਰ ਤੇ ਪਿਆ ਹੋਇਆ ਚਾਰਜ। ਆ ਇੱਕ spherical closed surface है, ठीक, ਤੇ ਇਹਦਾ ਰੇਡੀਅਸ ਹੈਗਾ ਮੰਨ ਲਓ r। क्वेश्चन हैगा देखो लिख लो, क्वेश्चन फाइंड इलेक्ट्रिक फ्लक्स associated with a spherical surface due to electric field of a point charge placed at its center। ਕਹਿਣ ਦਾ ਭਾਵ ਇਹ ਹੈ ਕਿ ਮੇਰੇ ਕੋਲ ਹੈ ਹੀ ਨਹੀਂ ਉਹ ਇਲੈਕਟ੍ਰਿਕ ਫੀਲਡ, ਬਾਹਰੋਂ ਨਹੀਂ ਹੈਗਾ, ਇਹਦੇ ਕਰਕੇ ਜਿਹੜਾ ਪੈਦਾ ਹੋਇਆ, ਇਹਦੇ ਕਰਕੇ ਉਸ ਇਲੈਕਟ੍ਰਿਕ ਫੀਲਡ ਦਾ ਫਲਕਸ ਪਤਾ ਕਰਨਾ ਹੈ ਇਸੇ ਸਰਫੇਸ ਦੇ ਥਰੂ। ਇਸ ਤੋਂ ਪਹਿਲਾਂ ਤੁਸੀਂ ਜੋ ਕੁਐਸਚਨ ਕਰ ਰਹੇ ਸੀ, ਦੇਖੋ ਇੱਥੇ ਇਲੈਕਟ੍ਰਿਕ ਫੀਲਡ ਸੀਗਾ ਨਾ ਬਾਹਰੋਂ, ਆ ਦੇਖੋ ਬਾਹਰੋਂ ਇਲੈਕਟ੍ਰਿਕ ਫੀਲਡ ਰੈੱਡ ਕਲਰ ਦਾ, ਪਤਾ ਨਹੀਂ ਕਿਹਦੇ ਕਰਕੇ ਆਇਆ ਰੈੱਡ ਵਾਲਾ, ਮੈਨੂੰ ਨਹੀਂ ਪਤਾ, ਮੈਂ ਤਾਂ ਬਸ ਕਿਹਾ ਇਲੈਕਟ੍ਰਿਕ ਫੀਲਡ ਹੈ, ਅੰਦਰ ਸਰਫੇਸ ਤੇ ਇਮੇਜਿਨ ਕੀਤਾ ਤਾਂ ਉਹ ਚ ਫਲਕਸ ਇਨਵਰਟ ਤੇ ਆਊਟਵਰਡ ਨਿਕਲਿਆ। ਇੱਥੇ ਵੀ ਇਹ ਈ ਕਿਹਦੇ ਕਰਕੇ ਆਇਆ ਮੈਨੂੰ ਥੋੜੀ ਪਤਾ ਸੀ, ਪਰ ਹੁਣ ਪਤਾ ਆ, ਉਹ ਕਹਿ ਰਹੇ ਨੇ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਜਿਹੜਾ ਪੈਦਾ ਹੋਊਗਾ ਉਹਦੇ ਬਾਰੇ ਦੱਸੋ। ਤੇ ਤੁਹਾਨੂੰ ਪਤਾ ਹੈ ਕਿ ਇਲੈਕਟ੍ਰਿਕ ਫੀਲਡ ਲਾਈਨਸ ਇਸ ਪਲੱਸ ਕਿਊ ਕਰਕੇ ਕੀ ਹੋਣਗੀਆਂ, ਆਊਟਵਰਡ ਹੋਣਗੀਆਂ ਰੇਡੀਅਲੀ। यस सर। ਸੋ ਤੁਸੀਂ ਸੋਚ ਕੇ ਦੇਖੋ ਕਿੰਨਾ ਸੌਖਾ ਇਹ ਸਵਾਲ ਬਣ ਜਾਏਗਾ ਆਟੋਮੈਟਿਕਲੀ ਸਫੀਅਰ ਦੇ ਕਰਕੇ, ਕਿ ਜੇ ਮੈਂ ਇੱਥੇ ਛੋਟਾ ਜਿਹਾ ਸਰਫੇਸ ਏਰੀਆ ਲਵਾਂਗਾ ਤੇ ਉਹ ਆਊਟਵਰਡ ਨਾਰਮਲੀ ਇਸ ਤਰ੍ਹਾਂ ਹੋਏਗਾ ਨਾ ds, यस सर। ਤੇ ਇਸ ਜਗ੍ਹਾ ਤੇ ਇਸ ਦੇ ਚਾਰਜ ਦੇ ਕਰਕੇ ਇਲੈਕਟ੍ਰਿਕ ਫੀਲਡ ਵੀ ਤਾਂ ਇਧਰ ਨੂੰ ਹੀ ਹੋਏਗਾ ਕਿ ਨਹੀਂ। Yes, sir. सर ਤੇ ਇਹ ਗੱਲ ਤੁਸੀਂ ਜਿਹੜੇ ਮਰਜ਼ੀ ਪਾਸੇ ਲਓ ਐਂ ਹੀ ਹੋਏਗੀ, ਇੱਧਰ ਵੀ ਲੈ ਲਓ ds ਆਊਟਵਰਡ, ਤੇ ਇੱਧਰ ਫਿਰ ਇਲੈਕਟ੍ਰਿਕ ਫੀਲਡ ਵੀ ਐਂ ਹੀ ਹੋਏਗਾ। ਮਤਲਬ ਕਿੰਨਾ ਬਿਊਟੀਫੁਲੀ ਦੇਖੋ ਕਿ ਹਰ ਜਗ੍ਹਾ ਤੇ ਜਿਹੜਾ ds ਲਓਗੇ ਤੁਸੀਂ ਕੋਈ ਵੀ ਆਊਟਵਰਡ, ਤੇ ਉਹ ਨਾਲ ਹੀ ਇਲੈਕਟ੍ਰਿਕ ਫੀਲਡ ਵੀ ਉੱਥੇ ਉਸ ਪੁਆਇੰਟ ਤੇ ਆਊਟਵਰਡ ਹੀ ਮਿਲੇਗਾ ਕਿ ਨਹੀਂ। ਦੇਖੋ यस सर। ਜਿੱਥੇ ਮਰਜ਼ੀ ਇਮੇਜਿਨ ਕਰਕੇ ਦੇਖ ਲਓ, ਜਿੱਥੇ ਮਰਜ਼ੀ। ਤੇ ਇੱਥੇ ਇਸ ਲਈ ਇੰਟੀਗ੍ਰੇਸ਼ਨ ਬਹੁਤ ਸੌਖੀ ਹੋ ਜਾਂਦੀ ਆ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ, ਜਿੱਥੇ ਇਲੈਕਟ੍ਰਿਕ ਫੀਲਡ ਤੇ ds ਵੈਕਟਰ ਬਿਲਕੁਲ ਪੈਰਲਲ ਹੋ ਜਾਂਦੇ ਨੇ, ਕਿਉਂਕਿ ਫਿਰ ਤਾਂ ਨਾਰਮਲ ਫਲਕਸ ਹੀ ਹੋ ਗਿਆ ਨਾ। ਦੇਖੋ ਇੱਕ ਤਰ੍ਹਾਂ ਨਾਰਮਲ ਹੀ ਹੋ ਗਿਆ ਨਾ ਹਰ ਜਗ੍ਹਾ ਤੇ, ਹੈ ਕਿ ਨਹੀਂ। यस सर। ਤੇ ਵੈਸੇ ਜੇ ਸਰ ਨਾਰਮਲੀ ਹੋ ਗਿਆ ਤਾਂ ਨਾਰਮਲ ਹੋ ਜਾਣ ਤੇ ਤਾਂ ਆਪਾਂ ਸਿੱਧਾ ਹੀ ਏਰੀਆ ਨੂੰ ਗੁਣਾ ਕਰ ਸਕਦੇ ਹਾਂ। ਕਹਿਣ ਦਾ ਭਾਵ ਮੈਂ ਸਿੱਧਾ ਹੀ ਕਹਾਂ ਤਾਂ ਦੇਸੀ ਤਰੀਕਾ E × 4πr² ਹੋਣਾ ਚਾਹੀਦਾ ਹੈ ਨਾ। यस सर। ਪਰ ਆਪਾਂ ਦੇਖਦੇ ਹਾਂ ਆਪਾਂ ਕਰਦੇ ਹਾਂ ਫਲਕਸ ਆਪਾਂ ਆਪਣੀ ਡੈਫੀਨੇਸ਼ਨ ਦੇ ਹਿਸਾਬ ਨਾਲ ਚੱਲਦੇ ਹਾਂ। ਮੇਰੀ ਡੈਫੀਨੇਸ਼ਨ ਕਹਿੰਦੀ ਹੈ ਕਿ ਜਿਹੜਾ ਸਮਾਲ ਫਲਕਸ ਹੋਏਗਾ ਐਟ ਐਨੀ ਏਰੀਆ, ਠੀਕ ਹੈ, ਉਹ ਕੀ ਹੋਏਗਾ, E ਇਲੈਕਟ੍ਰਿਕ ਫੀਲਡ ਦਾ ਸਰਫੇਸ ਏਰੀਆ ਨਾਲ ਡਾਟ ਪ੍ਰੋਡਕਟ ਕਰਕੇ ਇੰਟੀਗ੍ਰੇਸ਼ਨ ਕਰਾਂਗਾ। ਇੰਟੀਗ੍ਰੇਸ਼ਨ ਨਹੀਂ, ਪਹਿਲਾਂ ਤਾਂ ਸਿਰਫ ਇਹਨਾਂ सर इसका आंसर E by epsilon नॉट है। q/ε0 फाई कितना आएगा, इंटीग्रल ऑफ d फाई है ना, इंटीग्रेशन अंदर ही सॉल्व कर लेंगे अपन। ये आएगा E.ds, क्लोज सरफेस है ना इसलिए ए लिख देते हैं आप, ये याद रखियो। मैं वैसे क्यों लिखना है इस तरह फ्लक्स के ऊपर, आ फाई नहीं है, ये इंटीग्रल साइन के ऊपर गोल गोल आप साइन पा देने। अच्छा इलेक्ट्रिक फील्ड कितना होएगा इत्थे दसो, इलेक्ट्रिक फील्ड का मैग्नीट्यूड लिखना पहला था, फिर ds का मैग्नीट्यूड तो ds ही है, तो cos ऑफ एंगल बिटवीन देम इज 0 डिग्री है ना। ते तुसी दसो E कितना है, kq/r² नहीं है। देखो Yes, sir. इलेक्ट्रिक फील्ड का मैग्नीट्यूड ते इत्थे ही नहीं, इत्थे भी हर जगह E का मैग्नीट्यूड इतना ही है कि नहीं। Yes, sir. हर जगह इतना ही है, ते ds है ते cos 0 1 होता है। फिर इच k भी कांस्टेंट है, q भी कांस्टेंट है, r² तो है ही कांस्टेंट, रेडियस है ਉਹਦਾ, ਤੇ हर जगह r सेम है, हर ds ਦੇ ਲਈ r सेम है। इंटीग्रल ऑफ ds हो गया क्लोज सरफेस एरिया ਦਾ, ਤੇ क्लोज सरफेस एरिया ਦਾ ਜਿਹੜਾ ds मतलब ਕੀ ਹੁੰਦਾ ਹੈ, सारे ds जोड़ दोगे, सारे ds जोड़ दोगे तो पूरा सरफेस एरिया नहीं बन जाएगा। है ना, पूरा सरफेस एरिया बन जाएगा। इंटीग्रल ds सारे ds जोड़े गए, मतलब इंटीग्रल का मतलब तो यही होता ना।
ਹੁਣ ਪਤਾ k ਦੀ ਵੈਲਿਊ ਪੁੱਟ ਕਰ ਲਓ ਥੋੜਾ ਗੱਲ ਸਮਝਣ ਦੇ ਲਈ, ਥੋੜਾ ਉਹ k ਵੀ ਰਹਿਣ ਦਵਾਂ ਭਾਵੇਂ ਮੈਂ, ਪਰ ਥੋੜਾ ਇੱਕ ਰਿਜ਼ਲਟ ਨਿਕਲ ਕੇ ਆਏਗਾ ਇਹਦੇ ਨਾਲ। q ਦਾ q ਹੀ ਰਹਿਣ ਦਿਓ, r ਸਕੁਅਰ ਐ ਹੀ ਰਹਿਣ ਦਿਓ, ਤੇ ਸਰਫੇਸ ਏਰੀਆ ਆਫ ਸਕੁਅਰ ਕਿੰਨਾ ਹੁੰਦਾ ਹੈ? ਕਿੰਨਾ ਆ ਗਿਆ? Q by epsilon. q by epsilon naught। So कितना होएगा? q by epsilon naught। Flux through this sphere will be q by epsilon naught। ਜੇ ਇਸ ਨੂੰ ਥੋੜਾ ਜਿਹਾ ਰਿਜ਼ਲਟ ਨੂੰ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰਾਂ ਹੋਰ ਤਰ੍ਹਾਂ, ਕਿ ਤੁਹਾਨੂੰ ਨਹੀਂ ਲੱਗ ਰਿਹਾ ਫਲਕਸ ਕੀ ਆਇਆ? 1 by epsilon naught times ਚਾਰਜ enclosed ਆ ਗਿਆ ਨਾ, ਵੀ ਜਿੰਨਾ ਚਾਰਜ ਅੰਦਰ ਸੀਗਾ, ਹਨਾ? Yes. ਅੱਛਾ, ਅਗਰ ਇੱਥੇ ਪਲੱਸ q ਦੀ ਜਗ੍ਹਾ ਤੇ ਮਾਈਨਸ q ਹੁੰਦਾ ਤਾਂ ਕੀ ਫਰਕ ਪੈਣਾ ਸੀ ਦੱਸੋ? ਇਲੈਕਟ੍ਰਿਕ ਫੀਲਡ ਇਨਵਰਟ ਆਣੀ ਸੀ। ਇਲੈਕਟ੍ਰਿਕ ਫੀਲਡ ਇਨਵਰਟ ਆਣੇ ਸੀ ਸਾਰਿਆਂ ਦਾ, cos of 0 ਦੀ ਜਗ੍ਹਾ cos of 180. 180 ਆਣਾ ਸੀ, ਤੇ cos of 180 ਲਿਖਦੇ ਤੇ ਉਹਦਾ ਵੈਲਿਊ -1 ਪੁੱਟ ਕਰਦੇ, ਹਨਾ? Yes. ਤੇ ਜੋ -1 ਪੁੱਟ ਕਰਦੇ ਨੀਚੇ -q ਬਟਾ ਐਪਸਿਲਨ ਨੋਟ ਆਣਾ ਸੀ, Yes. ਤੇ -q ਚਾਰਜ ਇਨਕਲੋਜ਼ ਫਿਰ -q ਹੀ ਤਾਂ ਹੋਣਾ ਸੀ। ਹਾਂਜੀ ਸਰ। ਯਾਨੀ ਕਿ ਉੱਥੇ ਅੰਦਰ ਪੋਜ਼ਿਟਿਵ ਚਾਰਜ ਹੈ ਤਾਂ ਪੋਜ਼ਿਟਿਵ ਫਲਕਸ ਆ ਰਿਹਾ, ਆਪਣੇ ਆਪ ਹੀ ਦੇਖ ਰਹੇ ਹੋ ਤੁਸੀਂ, ਕਿਉਂਕਿ ਸਾਰਾ ਫਲਕਸ ਆਊਟਵਰਡ ਹੋ ਗਿਆ। ਜੇ ਅੰਦਰ 네ਗੇਟਿਵ ਚਾਰਜ ਹੈ ਤਾਂ 네ਗੇਟਿਵ ਹੀ ਆ ਰਿਹਾ, -q ਬਾਈ ਐਪਸਿਲਨ ਨੋਟ, ਸਾਰਾ ਫਲਕਸ ਇਨਵਰਟ ਵੀ ਤਾਂ ਹੋ ਗਿਆ, ਜਿਹੜੀ ਮੈਂ ਹੁਣੇ ਗੱਲ ਕਰ ਰਿਹਾ ਸੀ। ਇਨਵਰਟ ਫਲਕਸ 네ਗੇਟਿਵ, ਆਊਟਵਰਡ ਫਲਕਸ ਪੋਜ਼ਿਟਿਵ। ਹਾਂਜੀ ਮਹਿਕਦੀਪ। ਚਾਰਜ ਇਨਕਲੋਜ਼ਡ का मिलेगा सर, तो दोबारा दस दो। ਵੀ ਚਾਰਜ ਇਨਕਲੋਜ਼ में स्फीयर ਦੇ ਅੰਦਰ ਚਾਰਜ ਕਿੰਨਾ, ਇਹਨੂੰ ਪਹਿਲੇ ਕਹਤਾ, ਇਹਨੂੰ ਸਰਕਲ ਨਾ ਸਮਝਿਓ, ਇਹ स्फीयर ਆ ਗੋਲ ਇੱਕਦਮ, स्फीयर ਦੇ ਅੰਦਰ ਚਾਰਜ ਹੈਗਾ q ਦੇ ਸੈਂਟਰ 'ਚ, ਠੀਕ ਹੈ ਗੱਲ? ਤੇ ਉਹਦੇ ਇਨਕਲੋਜ਼ ਚਾਰਜ ਨਾਲ ਉਹਦੇ ਅੰਦਰ ਕਿੰਨਾ ਚਾਰਜ ਇਨਕਲੋਜ਼ਡ ਹੈ, ਜਿਵੇਂ ਵੋਲਿਊਮ ਇਨਕਲੋਜ਼ਡ ਹੈ ਅੰਦਰ, ਉਸ ਵੋਲਿਊਮ ਚਾਰਜ ਕਿੰਨਾ ਹੈ? q, ਕੱਲਾ q ਹੀ ਤਾਂ ਪਿਆ। जी सर ठीक। ਸਰ ਜੇ ਚਾਰਜ ਸੈਂਟਰ ਤੇ ਨਾ ਹੋਵੇ ਫਿਰ ਤਾਂ ਰਿਜ਼ਲਟ ਚੇਂਜ ਹੋ ਜਾਊਗਾ। ਬੜੀ ਇੰਟਰਸਟਿੰਗ ਗੱਲ ਹੈ ਇਹਦੀ। ਜੇ ਦੇਖੋ ਚਾਰ ਸੈਂਟਰ ਦੇ ਨਾਲ ਇਲੈਕਟ੍ਰਿਕ ਫੀਲਡ ਬਦਲ ਜਾਣਾ ਨਾ ਹਰ ਜਗ੍ਹਾ ਫਿਰ, ਯੈਸ ਸਰ। ਪਰ ਤੂੰ ਬੜਾ ਹੈਰਾਨ ਹੋਏਗਾ, ਰਿਜ਼ਲਟ ਫਿਰ ਵੀ ਸੇਮ ਰਹੂਗਾ। ਮੈਂ ਤੈਨੂੰ ਹੁਣੇ ਪ੍ਰੂਵ ਕਰਕੇ ਦਿਖਾ ਦਿੰਦਾ। ਹੈ ਹੈਰਾਨੀ ਵਾਲੀ ਗੱਲ, ਸੋਚ ਕੇ ਦੇਖੋ। ਚਲੋ ਥੋੜਾ ਸੋਚ ਲਿਓ, ਥੋੜਾ ਆਪਣੀ ਉਹ ਕਰੋ, ਕਿਤਾਬਾਂ ਕਤੂਬਾਂ ਚ ਲੱਭ ਕੇ ਦੇਖਿਓ ਕੀ ਕਰੀ ਜਾਂਦੇ ਗੱਲ। ਸੋਲਿਡ ਐਂਗਲ ਨੂੰ ਲੈ ਕੇ ਪ੍ਰੂਵ ਕਰ ਦਾਂਗੇ, ਸੋਲਿਡ ਐਂਗਲ ਦੀ ਡੈਫੀਨੇਸ਼ਨ ਐਂਡ ਆਲ ਦੈਟ ਯੂਜ਼ ਹੋਊਗੀ, ਹੋ ਜਾਊਗਾ ਪ੍ਰੂਵ। ਮੈਂ ਤੈਨੂੰ ਕਰਵਾ ਦਿੰਦਾ, ਤੈਨੂੰ ਮੈਂ ਫਿਲਹਾਲ ਕਾਮਨ ਸੈਂਸ ਨਾਲ ਸਮਝਾਣਾ ਕੁਝ ਗੱਲਾਂ, ਤੇ ਫਿਰ ਮੈਂ ਤੈਨੂੰ ਮੈਥਮੈਟਿਕਲੀ ਸਾਬਤ ਕਰਕੇ ਦਊਂਗਾ। ਪਹਿਲਾਂ ਗੁਰਕੀਰਤ ਦਾ ਕੁਐਸਚਨ ਲੈ ਲਈਏ। ਗੁਰਕੀਰਤ ਸਰ ਇਹ ਰੇਡੀਅਸ ਤੇ ਡਿਪੈਂਡ ਨਹੀਂ ਕਰ ਰਿਹਾ, ਮਤਲਬ ਕਿ ਜਿੰਨਾ ਮਰਜ਼ੀ ਬੜਾ ਜਾਂ ਛੋਟਾ ਲੈ ਲਈਏ ਇਲੈਕਟ੍ਰਿਕ ਫਲਕਸ ਸੇਮ ਹੀ ਰਹੇਗਾ। ਬਿਲਕੁਲ ਬਿਲਕੁਲ। ਤੁਸੀਂ ਸਾਰੇ ਜਣੇ ਦੇਖੋ, ਹੁਣ ਤੁਸੀਂ ਆਪ ਸਾਰੇ ਜਣੇ ਉਹੀ ਗੱਲਾਂ ਕਰ ਰਹੇ ਹੋ ਜੋ ਗੌਸ ਕਹਿਣਾ ਚਾਹੁੰਦਾ ਆ, ਤੁਸੀਂ ਆਪ ਹੀ ਅੰਦਾਜ਼ਾ ਲਾਈ ਜਾ ਰਹੇ ਹੋ ਤੇ ਸਾਰਾ ਬਿਲਕੁਲ ਸਹੀ ਲਗਾ ਰਹੇ ਹੋ। ਮਤਲਬ ਮੈਨੂੰ ਇੰਨਾ ਮੈਨੂੰ ਖੁਸ਼ੀ ਹੋ ਰਹੀ ਅੱਜ ਵੀ, ਅੱਜ ਸ਼ੁਰੂਆਤ ਹੀ ਬੜੀ ਵਧੀਆ ਹੋਈ ਹੈ। ਤੇ ਫਿਰ ਆ ਦੇਖੋ ਹੁਣ ਗੁਰਕੀਰਤ ਨੇ ਕਿਹੜੀ ਗੱਲ ਕੀਤੀ, ਤੇ ਜਿਹੜੀ ਗੱਲ ਜਸਜੋਤ ਵੀ ਕਹਿ ਰਿਹਾ। ਹੁਣ ਆ ਜਿਹੜੇ ਸਫੀਅਰ, ਮੇਰੀ ਗੱਲ ਸੁਣੋ, ਹੁਣ ਤੁਹਾਨੂੰ ਇਲੈਕਟ੍ਰਿਕ ਫਲਕਸ ਦਾ ਡੈਫੀਨੇਸ਼ਨ ਤਾਂ ਤੁਹਾਨੂੰ ਪਤਾ ਨਾ, ਜਿੰਨੀ ਇਲੈਕਟ੍ਰਿਕ ਫੀਲਡ ਲਾਈਨਸ ਨਿਕਲਦੀਆਂ ਉਹੀ ਹੈ ਨਾ, ਆਹੀ ਹੈ ਨਾ? ਯੈਸ ਸਰ। ਤੇ ਹੁਣ ਦੇਖੋ ਗੁਰਕੀਰਤ ਜੋ ਕਹਿ ਰਿਹਾ, ਮੈਥਮੈਟਿਕਲੀ ਮੈਂ ਤੁਹਾਨੂੰ ਕਨਵਿੰਸ ਕਰ ਲੂੰਗਾ, ਚਲੋ ਉਹਦੀ ਟੈਨਸ਼ਨ ਨਹੀਂ ਹੈਗੀ, ਪਰ ਤੁਸੀਂ ਕਾਮਨ ਸੈਂਸ ਬੜੀ ਵਧੀਆ ਲਗਾ ਰਹੇ ਹੋ ਸਾਰੇ ਜਣੇ, ਕਿ ਜੇ ਸਫੀਅਰ ਥੋੜਾ ਜਿਹਾ ਛੋਟਾ ਹੁੰਦਾ ਤਾਂ ਉਹ ਚੋਂ ਕਿੰਨੀਆਂ ਲਾਈਨਸ ਪਾਸ ਕਰਨੀਆਂ ਸੀ? ਉਨੀਆਂ ਹੀ। ਤੇ ਜੇ ਸਫੀਅਰ ਥੋੜਾ ਵੱਡਾ ਹੁੰਦਾ ਹੋਰ ਤਾਂ ਕਿੰਨੀਆਂ ਲਾਈਨਸ ਪਾਸ ਕਰਨੀਆਂ ਸੀ? ਉਨੀਆਂ ਹੀ। ਤਾਂ ਫਲਕਸ ਦੀ ਵੈਲਿਊ ਕਿਵੇਂ ਬਦਲ ਸਕਦੀ ਹੈ? ਉਹ ਤਾਂ ਉਨਾ ਹੀ ਆਣਾ ਚਾਹੀਦਾ ਨਾ। ਤੇ ਹੁਣ ਇੱਕ ਵਾਰ ਜਸਜੋਤ ਦੀ ਗੱਲ, ਜੇ ਕਿਊ ਚੱਕ ਕੇ ਇੱਥੇ ਰੱਖ ਦਵਾਂ ਤੇ ਸਾਰੀ ਫਲਕਸ ਜਿਹੜੀ ਇਹ ਚੋਂ ਨਿਕਲਣ ਵਾਲੀ ਹੈ, ਚਾਹੇ ਇਧਰੋਂ ਚਾਹੇ ਐ ਹੋ ਜੂਗੀ, ਚਾਹੇ ਇਲੈਕਟ੍ਰਿਕ ਫੀਲਡ ਵੈਲਿਊ ਕੁਝ ਹੋਰ ਹੋ ਜੂਗੀ, ਪਰ ਫਿਰ ਵੀ ਨੰਬਰ ਆਫ ਲਾਈਨਸ ਜਿੰਨੀਆਂ ਪਾਸ ਕਰ ਰਹੀਆਂ ਸੀ ਉਹ ਬਦਲ ਜਾਏਗਾ ਕੋਈ ਜਸਜੋਤ? ਨੋ ਸਰ। ਪਰ ਬੰਦਾ ਕਹਿੰਦਾ ਜਦੋਂ ਮੈਂ ਕੈਲਕੂਲੇਟ ਕਰਨ ਲੱਗੂਗਾ d ਫਾਈ, ਉੱਥੇ e ਵੈਲਿਊ ਕਾਂਸਟੈਂਟ ਨਹੀਂ ਹੋਏਗੀ, ਤੇ ਉੱਥੇ ਫਿਰ ਕੀ ਹੋਏਗਾ? ਮਤਲਬ ਪ੍ਰੋਬਲਮ ਤਾਂ ਆਏਗੀ ਕੋਈ ਨਾ ਕੋਈ, ਹਨਾ? ਯੈਸ ਸਰ। ਉਹ ਸੋਲਿਡ ਐਂਗਲ ਨਾਲ ਪ੍ਰੂਵ ਹੋਏਗੀ ਆ ਡੀ ਡਾਟ, ਕਿਉਂਕਿ ਉੱਥੇ ਫਿਰ ds ਦੇ ਨਾਲ e ਦਾ ਐਂਗਲ ਵੀ ਤਾਂ ਬਦਲ ਜਾਏਗਾ ਕਿ ਨਹੀਂ? ਯੈਸ ਸਰ। ਕਿਉਂਕਿ ਫਿਰ ds ਤੇ e ਪੈਰਲਲ ਥੋੜੀ ਰਹਿ ਜਾਣਗੇ। ਦੇਖ, ਜੇ ds ਇੱਧਰ ਹੋ ਜਾਏਗਾ ਤਾਂ e ਇੱਧਰ ਨੂੰ ਹੋਏਗਾ ਤਾਂ ਐਂਗਲ ਆ ਜਾਏਗਾ ਵਿੱਚ, ਹਨਾ? ਤਾਂ ਜਿਹੜਾ e ਚ ਬਦਲਾਵ ਆਏਗਾ ਤੇ ਜਿਹੜਾ ਇਸ ਐਂਗਲ ਚ ਬਦਲਾਵ ਆਏਗਾ, ਦੋਨੋਂ ਮਿਲ ਕੇ ਮੁੜ ਘੁੜ ਕੇ ਆਂਸਰ ਉੱਥੇ ਹੀ ਲਾ ਦੇਣਗੇ q ਬਾਈ ਐਪਸਿਲਨ ਨੋਟ।
ਸਮਝ ਲੱਗੀ ਗੱਲ ਇੱਥੇ? ਪਹਿਲਾਂ ਮੇਰੀ ਗੱਲ ਇੰਨੀ ਸਮਝ ਲਓ, ਜਿਹੜੀ ਗੱਲਾਂ ਇਹ ਕਹਿ ਰਹੇ ਨੇ, ਆ ਗੁਰਕੀਰਤ ਕਹਿ ਰਿਹਾ, ਜਸਜੋਤ ਕਹਿ ਰਿਹਾ, ਅਨੁਰਾਗ ਜੋ ਇੰਟਰਫੇਅਰ ਕਰ ਰਿਹਾ ਵਿੱਚ, ਬਹੁਤ ਵਧੀਆ ਤਿੰਨਾਂ ਦੀ ਗੱਲਾਂ ਨੂੰ ਸੋਚ ਕੇ ਦੇਖੋ, ਤੁਸੀਂ ਕਨਵਿੰਸ ਹੋ। ਪਹਿਲਾਂ ਮੈਂ ਜਸਟ ਵੈਸੇ ਕਨਵਿੰਸ ਕਰ ਰਿਹਾ, ਚਾਰਜ ਨੂੰ ਇੱਧਰ ਉੱਧਰ 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 ਹਿਲਾ ਕੇ ਦੇਖ ਲਓ, ਫਲਕਸ ਕਿਵੇਂ ਬਦਲ ਜੂਗਾ ਬਈ? ਉਹ ਤਾਂ ਆਊਟਵਰਡ ਨੰਬਰ ਆਫ ਲਾਈਨਸ ਹੁੰਦੀਆਂ ਨੇ। ਯੈਸ ਸਰ। ਮੈਥਮੈਟਿਕਲੀ ਕਿਵੇਂ ਆਏਗਾ ਮੈਂ ਦੱਸ ਦਿੰਦਾ, ਉਹ ਗੱਲ ਡਿਫਰੈਂਟ ਹੈ, ਪਰ ਉਦਾਂ ਆਮ ਗੱਲ ਤਾਂ ਬਣ ਜਾਂਦੀ ਹੈ ਨਾ ਇਸ ਤਰ੍ਹਾਂ। ਯੈਸ ਸਰ। ਤੇ ਜੇ ਚਾਰਜ ਸੈਂਟਰ ਤੇ ਨਾ ਹੋਵੇ ਤਾਂ ਮੈਂ ਬਸ ਇਹ ਸੋਚ ਰਿਹਾ ਮੈਂ ਤੁਹਾਨੂੰ ਕਰਵਾਵਾਂ ਹੁਣੀ ਕਿ ਇਸ ਗੱਲ ਨੂੰ ਸਕਿਪ ਕਰਕੇ ਥੋੜਾ ਅੱਗੇ ਕੰਮ ਕਰਾਵਾਂ, ਪਰ ਗੱਲ ਇਹ ਹੈ ਕਿ ਤੁਹਾਡੇ ਦਿਮਾਗ 'ਚ ਨਾ ਫਲਕਸ ਦਾ ਆਈਡੀਆ ਡਿਵੈਲਪ ਕਰਨ ਲਈ ਉਹ ਜ਼ਰੂਰੀ ਹੈ ਕਿ ਮੈਂ ਉਹ ਕਰਵਾ ਹੀ ਦਿੰਦਾ। ਚਲੋ ਉਹੀ ਗੱਲ ਕਰਦੇ ਆ, ਪਹਿਲਾ ਵਾਲਾ ਰਿਜ਼ਲਟ ਤੁਹਾਡੇ ਕੋਲ ਆਈ ਗਿਆ ਵਾ ਨਾ ਅਨੁਰਾਗ? ਹੈਗਾ ਅਨੁਰਾਗ? यस सर। ਹਾਂ, ਮਾਈਕ ਔਨ ਰੱਖੀ, ਆਪਾਂ ਗੱਲ ਕਰਾਂਗੇ ਵਿੱਚ, ਠੀਕ ਹੈ? ਤੁਸੀਂ ਸਾਰੇ ਜਣੇ ਇਹ ਦੇਖੋ, ਜਿਵੇਂ ਮੈਂ ਤੁਹਾਨੂੰ ਆ ਸ਼ੁਰੂ ਦੋ ਗੱਲਾਂ ਸਿਖਾਈਆਂ, ਇੱਕ ਓਪਨ ਕਰਵ ਹੁੰਦੀ ਹੈ, ਇੱਕ ਕਲੋਜ਼ ਕਰਵ ਹੁੰਦੀ ਹੈ। ਕਲੋਜ਼ ਕਰਵ ਦੇ ਅੰਦਰ ਐਨਕਲੋਜ਼ਡ ਏਰੀਆ ਹੁੰਦਾ ਆ। ਜਿਵੇਂ ਪਲਾਟ ਆਪਣਾ ਕੋਈ ਹੋਵੇ, ਆਪਾਂ ਕਹਿੰਦੇ ਪਲਾਟ ਦੀ ਬਾਉਂਡਰੀ ਕਰਾ ਦਿਓ ਜੀ, ਗੇਟ ਲਵਾ ਦਿਓ ਵੀ ਸਾਡਾ ਇੰਨਾ ਏਰੀਆ ਹੈਗਾ, ਹਨਾ, ਵੀ ਉਹ ਵੱਧ ਘੱਟ ਨਹੀਂ ਸਕਦਾ। ਹੁਣ ਕੰਧਾ ਕੁੰਦਾ ਫਿਕਸ ਕਰ ਦਿੰਦੇ ਆਪਾਂ ਸਾਰੇ ਪਾਸੇ ਵੀ ਹਾਂ ਇਹ ਸਾਡਾ ਪਲਾਟ ਆ, ਸਾਡਾ ਖੇਤ ਆ, ਵੱਟ ਹੁੰਦੇ ਨੇ ਉਹਦੇ 'ਚ, ਵੱਟਾਂ ਤੇ ਆਪਾਂ ਪ੍ਰੋਪਰ ਉਹ ਕਰ ਦਿੰਦੇ ਆ ਥੋੜਾ ਕਿ ਹਾਂ ਵੀ ਆਹ ਸਾਡਾ ਖੇਤ ਆ, ਇੰਨਾ ਸਾਡਾ ਇੰਨੇ ਕਿੱਲੇ ਆ ਸਾਡੇ। ਐਨਕਲੋਜ਼ ਏਰੀਆ ਹੁੰਦਾ ਨਾ ਕਲੋਜ਼ ਕਰਦੇ ਅਰਾਊਂਡ। ਜੋ ਕਲੋਜ਼ ਸਰਫੇਸ ਦੀ ਗੱਲ ਕਰਦੇ ਆਪਾਂ ਜਾਂ ਓਪਨ ਸਰਫੇਸ ਦੀ ਗੱਲ ਕਰਦੇ, ਉਹਦਾ ਮਤਲਬ ਕੀ ਹੁੰਦਾ ਤੁਹਾਨੂੰ ਮੈਂ ਇਹ ਗੱਲ ਸਮਝਾਈ ਚੁੱਕਿਆ। ਹੁਣੀ ਆਪਾਂ ਗੱਲ ਕੀਤੀ ਜਦੋਂ ਗੋਲ ਗੱਪਿਆਂ ਦੀ ਗੱਲ ਕੀਤੀ ਆਪਾਂ, ਹਨਾ। ਹੁਣ ਮੈਂ ਕਹਿੰਦਾ ਇਸੇ ਤਰ੍ਹਾਂ ਇੱਕ 2 ਡਾਇਮੈਂਸ਼ਨਲ ਤੇ 3 ਡਾਇਮੈਂਸ਼ਨਲ ਦਾ ਇੱਕ ਹੋਰ ਕਨਸੈਪਟ ਹੁੰਦਾ ਐਂਗਲ ਤੇ ਸੋਲਿਡ ਐਂਗਲ, ਜਿਹੜਾ 11ਵੀਂ ਕਲਾਸ ਦੇ ਵਿੱਚ ਤੁਹਾਨੂੰ ਸਮਝਾਇਆ ਸੀ, ਆਈ ਥਿੰਕ ਨਹੀਂ ਸਮਝਾਇਆ ਸੀ, ਜਦੋਂ ਤੁਹਾਨੂੰ ਬਸ ਐ ਕਰਕੇ ਛੱਡਦਾ ਸੀ ਵੀ ਆ ਸੋਲਿਡ ਐਂਗਲ ਹੁੰਦਾ ਹੈ, ਦੈਟਸ ਇਟ। ਆਪਾਂ ਐਂਗਲ ਤੇ ਸੋਲਿਡ ਐਂਗਲ ਦੇ ਸੰਕਲਪ ਨੂੰ ਇੱਕ ਵਾਰ ਸਮਝ ਲਈਏ, ਫਿਰ ਆਪਣਾ ਇਹ ਸਵਾਲ ਹੱਲ ਹੋ ਜਾਊਗਾ ਫਲਕਸ ਵਾਲਾ। ਤੇ ਬੜਾ ਜ਼ਰੂਰੀ ਹੈ ਕਿ ਤੁਹਾਨੂੰ ਕਨਵਿੰਸ ਹੋਣਾ। ਤੁਹਾਡੇ ਸਾਰਿਆਂ ਦੇ ਕਈਆਂ ਦੇ ਦਿਮਾਗਾਂ 'ਚ, ਜਿਵੇਂ ਗੁਰਕੀਰਤ ਨੇ ਸੋਚਿਆ ਇਹਦਾ, ਤਾਂ ਉਹਨੂੰ ਵੀ ਦਿਮਾਗ 'ਚ ਆਊਗਾ, ਕਿਵੇਂ ਆ ਜਾਊਗਾ ਬਰਾਬਰ। ਜਸਜੋਤ ਵੀ ਸੋਚ ਰਿਹਾ, ਤੇ ਤੁਹਾਡੇ 'ਚ ਜਿਹੜੇ ਬੱਚੇ ਬਹੁਤ ਆਰਾਮ ਨਾਲ ਸੁਣ ਰਹੇ ਨੇ ਪੂਰੀ ਗੱਲਬਾਤ, ਉਹ ਸਾਰੇ ਸੋਚ ਰਹੇ ਨੇ ਯਾਰ ਫਲਕਸ ਬਰਾਬਰ ਕਿਵੇਂ ਆ ਸਕਦਾ ਆ, ਜਦ ਕਿ ਕੈਲਕੂਲੇਟ ਕਰਦੇ ਹੋਏ E.ds ਕਰਨਾ ਤਾਂ ਫਿਰ ਤਾਂ ਪੰਗਾ ਪੈਣਾ ਹੈ। ਜਤਿੰਦਰਪਾਲ, ਪ੍ਰੈਜ਼ੈਂਟ ਹੈ ਜਤਿੰਦਰਪਾਲ? ਹਿਮਾਨੀ? यस सर। ਕੀ ਗੱਲ ਅੱਜ ਸੁਸਤੀ ਹੈ ਬਹੁਤ, ਹੈ ਨਾ? सर बीमार हूं मैं। ਅੱਛਾ, हाँ ਇੰਨੀ ਦੇਰ ਤੋਂ ਫਿਰ ਸੁਣ ਰਹੀ ਆ, ਗੱਲ ਸਮਝਾ ਰਹੀ ਹੈ ਸਾਰੀ? हाँ जी सर, आज ਮੇਰਾ ਦਿਮਾਗ ਟਿਕਾਣੇ ਹੈਗਾ। ਬਿਮਾਰ ਕੀ ਹੋ ਗਿਆ ਤੈਨੂੰ? सर फीवर हो रहा है कल का। ਅੱਛਾ, ਕੁਝ ਖਾਦਾ ਤਾਂ ਨਹੀਂ ਸੀ ਬਾਹਰੋਂ? नहीं सर। ਅੱਛਾ, ਚਲੋ ਧਿਆਨ ਰੱਖੋ ਵੀ ਸਾਰੇ ਜਣੇ। ਹੁਣ ਬਸ ਹੁਣ ਗੱਲ ਨੂੰ ਨਾਲ ਨਾਲ ਜ਼ਰੂਰ ਸੁਣਿਓ। ਹੁਣ ਮੈਂ ਜਿਹੜੀ ਗੱਲ ਕਰਨ ਜਾ ਰਿਹਾ, ਕਦੀ ਵੀ ਤੁਹਾਡੀ ਨਾਰਮਲ ਫਲੋ ਵਾਲੀ ਕਲਾਸ ਸ਼ਾਇਦ ਮੈਂ ਨਾ ਕਰਦਾ, ਕਿਉਂਕਿ ਉੱਥੇ ਪ੍ਰੈਸ਼ਰ ਜਿਹਾ ਵੀ ਸੀਗਾ ਕਿ ਵੀ ਤੁਹਾਡਾ 10 ਤਰੀਕ ਤੋਂ ਪੇਪਰ ਨੇ ਇਹ ਉਹ, ਪਰ ਆਪਾਂ ਅੱਜ ਐਕਸਟਰਾ ਟਾਈਮ ਮਿਲ ਗਿਆ, ਉਹਦਾ ਫਾਇਦਾ ਚੱਕਦੇ ਹਾਂ, ਖੁੱਲ ਕੇ ਗੱਲ ਕਰਦੇ ਹਾਂ ਐਂਗਲ ਐਂਡ ਸੋਲਿਡ ਐਂਗਲ। ਐਂਗਲ ਇੱਕ 2 ਡਾਇਮੈਂਸ਼ਨਲ ਕਨਸੈਪਟ ਹੈ ਕਿ ਇੱਕ ਲਾਈਨ ਹੈ, ਉਹ ਲਾਈਨ ਇੱਥੋਂ ਰੋਟੇਟ ਕਰਕੇ ਮੰਨ ਲਓ ਇੱਥੇ ਤੇ ਚੱਲ ਜਾਂਦੀ ਹੈ ਇਸ ਤਰ੍ਹਾਂ, ਤੇ ਆਪਾਂ ਇਸ ਨੂੰ ਇੱਕ ਇਹਦੀ ਟਿਪ ਜਿਹੜਾ ਮੂਵ ਕਰਦੀ ਹੈ ਇਹਨੂੰ ਆਪਾਂ ਆਰਕ ਬੋਲਦੇ ਹਾਂ, ਹਨਾ, ਆਰਕ। ਤੇ ਇਸ ਨੂੰ ਬੋਲਦੇ ਹਾਂ ਰੇਡੀਅਸ, ਜਿਹੜਾ ਇਸ ਲਾਈਨ ਦਾ ਕੋਈ ਲੈਂਥ ਲੈ ਲਈ। ਇਹਨੂੰ ਆਪਾਂ ਚਾਹੀਏ ਤਾਂ ਵਧਾ ਕੇ ਵੀ ਸੋਚ ਸਕਦੇ ਹਾਂ ਇੱਥੇ ਤੱਕ, ਤੇ ਇੱਥੇ ਤੱਕ ਹੁੰਦੀ ਤਾਂ ਇੰਨਾ ਹੀ ਐਂਗਲ ਮੂਵ ਕਰਕੇ ਇਹਨੇ ਇੱਥੇ ਤੱਕ ਆ ਜਾਣਾ ਸੀ, ਉੱਥੇ ਫਿਰ ਆਹ ਵਾਲੀ ਆਰਕ ਆ ਜਾਣੀ ਸੀ ਆਪਣੀ। ਤੇ ਜੇ ਇਹੀ ਚੀਜ਼ ਹੋਰ ਵੱਧ ਜਾਂਦੀ, ਐਨੀ ਹੋ ਜਾਂਦੀ, ਤਾਂ ਫਿਰ ਆਹ ਉੱਪਰ ਤੱਕ ਚੱਲ ਜਾਣੀ ਸੀ, ਫਿਰ ਆਹ ਆਰਕ ਆ ਜਾਣੀ। ਗੱਲ ਸਮਝ ਲੱਗ ਰਹੀ ਹੈ ਸਾਰਿਆਂ ਨੂੰ? ਤੇ ਆਪਾਂ ਐਂਗਲ ਨੂੰ ਕਿਵੇਂ ਡਿਫਾਈਨ ਕਰਦੇ ਹਾਂ, ਥੀਟਾ ਨੂੰ ਕਿਵੇਂ ਡਿਫਾਈਨ ਕਰਦੇ ਹਾਂ? ਥੀਟਾ ਜੋ ਹੁੰਦਾ ਹੈ ਐਂਗਲ that is given by arc ਦੀ length divided by ਕੀ ਹੁੰਦਾ? ਆ ਹੁੰਦਾ ਨਾ। ਇਹ ਤਾਂ ਗੱਲ ਸਭ ਨੂੰ ਕਲੀਅਰ ਹੈ ਕਿ ਨਹੀਂ? ਯੈਸ ਸਰ। यस सर। ਤੇ ਇਹ ਹੁਣ ਜਿਹੜੀ ਮਰਜ਼ੀ ਆਰਕ ਲੈ ਲਵਾਂ, ਜੇ ਆ ਆਰਕ ਲਊਂਗਾ ਤਾਂ ਰੇਡੀਅਸ ਇੱਥੋਂ ਤੋਂ ਲੈ ਕੇ ਇੱਥੇ ਤੱਕ ਲੈਣਾ ਪਏਗਾ, ਹਨਾ। ਜੇ ਆ ਆਰਕ ਲਊਂਗਾ ਤਾਂ ਰੇਡੀਅਸ ਇੱਥੇ ਤੋਂ ਲੈ ਕੇ ਇੱਥੇ ਤੱਕ ਲੈਣਾ ਪਏਗਾ।
ਪਰ ਰੇਸ਼ੋ ਕਰਨ ਤੋਂ ਬਾਅਦ ਉਹੀ ਆਨਸਰ ਆ ਜਾਊਗਾ। ਜਿਵੇਂ ਦੇਖੋ, ਜਿਵੇਂ ਤੁਹਾਨੂੰ ਪਤਾ 4/3 ਹੋਵੇ ਜਾਂ 20/15 ਹੋਵੇ, ਗੱਲ ਤਾਂ ਇੱਕੋ ਹੀ ਹੈ ਨਾ। ਜੇ ਆ ਵੱਧ ਗਿਆ ਤਾਂ ਆ ਵੀ ਵੱਧ ਗਿਆ, ਆਨਸਰ ਤਾਂ ਸੇਮ ਹੀ ਆ ਰਿਹਾ ਨਾ, ਠੀਕ ਹੈ ਨਾ। ਉਸ ਤਰ੍ਹਾਂ ਇਹ ਐਂਗਲ ਡਿਫਾਈਨ ਹੈ ਆਪਣਾ, ਆਰਕ ਅਪੋਨ ਰੇਡੀਅਸ। ਰੇਡੀਅਨ ਦੇ ਵਿੱਚ ਪਰ ਐਂਗਲ ਲੈਣਾ ਹੁੰਦਾ ਹੈ ਆਪਾਂ, π/2 π/3 π/6 ਜਾਂ ਇਸ ਤਰ੍ਹਾਂ ਪਾਈ ਦੇ ਫਾਰਮ ਚ। ਤੇ ਪੂਰੇ ਸਰਕਲ ਦੇ ਅਰਾਊਂਡ ਜੇ ਪੂਰੀ ਲਾਈਨ ਪੂਰੀ ਘੁੰਮ ਕੇ ਇੱਥੇ ਆ ਜਾਵੇ ਤਾਂ ਸੈਂਟਰ ਤੇ ਜਿਹੜਾ ਪੂਰਾ ਐਂਗਲ ਬਣਦਾ ਹੈ ਉਹ ਕਿੰਨਾ ਆਉਂਦਾ ਹੈ? 360 2π। ਰੇਡੀਅਨ ਚ ਗੱਲ ਕਰਨੀ ਨਾ ਆਪਾਂ। ਇਹ ਗੱਲ ਕਲੀਅਰ ਆ ਬਈ ਗੁਰਕੀਰਤ? ਯੈਸ ਸਰ। ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਸੋਲਿਡ ਐਂਗਲ ਦੀ ਨਾ, ਬੜਾ ਇੱਕ ਅਲੱਗ ਜਿਹਾ ਕਨਸੈਪਟ ਹੈ, ਸਮਝਣਾ ਚਾਹੀਦਾ ਹੈ ਬਹੁਤ ਚੰਗੀ ਤਰ੍ਹਾਂ। ਸੋਲਿਡ ਐਂਗਲ ਸਮਝਣਾ ਚਾਹੀਦਾ ਆਪਾਂ ਨੂੰ, ਹਾਲਾਂਕਿ ਇਹਦੀ ਲੋੜ ਇਸ ਤੋਂ ਬਾਅਦ ਨਹੀਂ ਪੈਣ ਲੱਗੀ ਕਦੀ ਜ਼ਿਆਦਾ, ਪਰ ਸਟਿਲ ਬੜਾ ਇੰਟਰਸਟਿੰਗ ਕਨਸੈਪਟ ਹੈ। ਜਿਵੇਂ ਕੋਨ ਵਾਲੀ ਕੁਲਫੀ ਖਾਂਦੇ ਹੋ ਤੁਸੀਂ, ਕੋਨ ਹੁੰਦਾ ਹੈ ਕੁਲਫੀ ਵਾਲਾ ਜਿਹੜਾ ਇਸ ਤਰ੍ਹਾਂ, ਉਹਦੇ ਚ ਲਾਈਨਾਂ ਨਹੀਂ ਹੁੰਦੀਆਂ, ਲਾਈਨ ਨਹੀਂ ਉਧਰ ਮੂਵ ਕਰਕੇ ਜਾਂਦੀ, ਬਲਕਿ ਇਸ ਤਰ੍ਹਾਂ ਇੱਕ ਸਰਫੇਸ ਹੁੰਦਾ ਹੈ ਨਾ ਕੋਨ ਦਾ, ਐ ਹੁੰਦੀ ਹੈ ਨਾ ਕੁਲਫੀ। ਆ ਜਿਹੜਾ 3 ਡਾਇਮੈਂਸ਼ਨ ਚ ਆ ਜਿਹੜੀ ਚੀਜ਼ ਬਣੀ, ਆ ਚੀਜ਼, ਇਸ ਨੂੰ ਬੋਲਦੇ ਆ ਸੋਲਿਡ ਐਂਗਲ। ਕਲੀਅਰ ਹੈ ਗੱਲ? ਇਹ ਗੱਲ ਕਲੀਅਰ ਹੈ ਸਭ ਨੂੰ? ਯੈਸ यस सर। ਇੱਕ ਛੋਟੀ ਜੀ ਗੱਲ ਸੋਚ ਕੇ ਦੇਖੋ ਕਿ ਜੇ ਮੈਂ ਐ ਕਰ ਦਿੰਦਾ ਕਿ ਆਰਕ ਆ ਲੈ ਲਵਾਂ, ਆਰਕ ਤਾਂ ਇਹ ਹੈ ਨਹੀਂ ਪਰ ਵੈਸੇ ਕੋਈ ਕਰਵ ਲੈ ਲਵਾਂ, ਆ ਪੁਆਇੰਟ ਲੈ ਲਵਾਂ, ਤੇ ਕਿਸੇ ਨੂੰ ਕਹਾਂ ਵੀ ਆ ਪੁਆਇੰਟ ਤੇ ਇਹਦਾ ਕਿੰਨਾ ਐਂਗਲ ਸਬਟੈਂਡ ਕਰਦੀ ਹੈ ਇਹ, ਤਾਂ ਤੁਸੀਂ ਕਿਵੇਂ ਕਰਦੇ ਹੁੰਦੇ ਹੋ? ਤੁਸੀਂ ਇਸ ਪੁਆਇੰਟ ਨੂੰ ਪਹਿਲਾਂ ਚੱਕ ਕੇ ਇਹਦੇ ਨਾਲ ਜੋੜ ਦੋਗੇ, ਹਨਾ, ਫਿਰ ਇਸ ਪੁਆਇੰਟ ਨੂੰ ਚੱਕ ਕੇ ਇਹਦੇ ਨਾਲ ਜੋੜ ਦੋਗੇ, ਐਂ ਹੀ ਕਰੋਗੇ ਕਿ ਨਹੀਂ ਦੱਸੋ, ਹਨਾ। ਤੇ ਮੈਨੂੰ ਕੋਈ ਕਹੂਗਾ ਦੱਸੋ ਇਹਦਾ ਹੁਣ ਕਿੰਨਾ ਇਹ ਐਂਗਲ ਸਬਟੈਂਡ ਕਰ ਰਹੀ ਹੈ, ਮੈਂ ਕਹੂੰਗਾ ਦੇਖੋ ਬਈ ਐਂਗਲ ਵਾਲਾ ਜਿਹੜਾ ਕੰਮ ਹੈ ਨਾ ਉਹ ਬੜਾ ਸਪੈਸੀਫਿਕਲੀ ਆਰਕ ਅਪੋਨ ਰੇਡੀਅਸ ਹੁੰਦਾ ਆ, ਇੱਥੇ ਕੋਈ ਰੇਡੀਅਸ ਨਹੀਂ ਹੈ ਇਹਨਾਂ ਦੋਨਾਂ ਚੋਂ। ਤੇ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇੱਥੋਂ ਇਸ ਪੂਰੀ ਆਰਕ ਦਾ ਇੱਕ ਪ੍ਰੋਜੈਕਸ਼ਨ ਲਵੋ ਜਿਹੜਾ ਇਹਦੇ ਅਰਾਊਂਡ ਆਉਂਦਾ ਹੋਵੇ ਇਸ ਤਰ੍ਹਾਂ, ਹਨਾ। ਫਿਰ ਤੁਸੀਂ ਕਰ ਸਕਦੇ ਹੋ ਆਹ ਵਾਲਾ ਰੇਡੀਅਸ ਤੇ ਆਹ ਵਾਲੀ ਆਰਕ ਲਓ ਤਾਂ ਆਹ ਵਾਲਾ ਐਂਗਲ ਆ ਜਾਏਗਾ। ਕਲੀਅਰ ਹੈ ਗੱਲ ਕਿ ਨਹੀਂ? ਯੈਸ ਸਰ। ਯੈਸ। ਕੋਈ ਬੰਦਾ ਕਹਿੰਦਾ ਨਹੀਂ ਮੈਂ ਆ ਨਹੀਂ ਲੈਣਾ, ਮੈਂ ਤਾਂ ਆ ਰੇਡੀਅਸ ਲੈਣਾ ਆ, ਆਹ ਵਾਲਾ ਲੈਣਾ ਹੈ ਰੇਡੀਅਸ, ਤੇ ਮੈਂ ਫਿਰ ਉਹਨੂੰ ਕੀ ਕਹਾਂ, ਫਿਰ ਤੂੰ ਕੀ ਕਰ, ਮੈਂ ਕਹਾਂ ਫਿਰ ਇਹਨੂੰ ਐ ਲੈ ਲਾ ਪ੍ਰੋਜੈਕਸ਼ਨ, ਹਨਾ। ਤੇ ਫਿਰ ਤੈਨੂੰ ਆ ਰੇਡੀਅਸ ਲੈਣਾ ਪੈਣਾ, ਫਿਰ ਤੈਨੂੰ ਆਰਕ ਲੈਣੀ ਚਾਹੀਦੀ ਹੈ। ਜਿਹੜੀ ਤੁਹਾਡੀ ਉਹ ਟੇਢੀ ਮੇਢੀ ਆਰਕ ਬਣੀ ਉਹ ਤਾਂ ਕਿਤੇ ਖੋ ਗਈ, ਹਨਾ। ਆਪਾਂ ਆਪਣੀ ਹਿਸਾਬ ਨਾਲ ਇਸ ਐਂਗਲ ਨੂੰ ਇਸ ਤਰ੍ਹਾਂ ਡਿਫਾਈਨ ਕਰ ਲਿਆ। ਕਲੀਅਰ ਹੈ ਗੱਲ? ਠੀਕ ਹੈ ਗੱਲ? ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਸਰਫੇਸ ਏਰੀਆ ਹੁੰਦਾ ਹੈ ਨਾ ਉੱਪਰਲਾ, ਆਹ ਵਾਲਾ ਸਰਫੇਸ ਹੁੰਦਾ ਆ, ਆਹ ਵਾਲਾ ਸਰਫੇਸ, ਇਹ ਇੱਕ ਬਹੁਤ ਵੱਡੇ ਸਫੀਅਰ ਦਾ ਹਿੱਸਾ ਹੁੰਦਾ ਹੈ। ਜਿਵੇਂ ਦੇਖੋ ਐਂਗਲ ਦੇ ਵਿੱਚ ਆ ਜੋ ਬਣਿਆ ਇਹ ਕੀ ਹੈ, ਇੱਕ ਸਰਕਲ ਦਾ ਹਿੱਸਾ ਨਹੀਂ ਬਣ ਗਿਆ, ਆ ਵੀ ਹੈ। ਯੈਸ ਸਰ। ਬਿਲਕੁਲ ਉਸੇ ਤਰ੍ਹਾਂ ਹੀ ਜਦੋਂ ਆਪਾਂ ਸੋਲਿਡ ਐਂਗਲ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਸਫੀਅਰ ਦਾ ਹਿੱਸਾ ਬਣ ਜਾਂਦਾ ਆ। ਤਾਂ ਉੱਥੇ ਜੇ ਮੈਂ ਇਹਨੂੰ 3 ਡਾਇਮੈਂਸ਼ਨਲੀ ਬਹੁਤ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਤੇ ਮੈਂ ਕਹਾਂ ਕਿ ਆ ਇੱਕ ਪੁਆਇੰਟ ਹੈ, ਤੇ ਇਸ ਪੁਆਇੰਟ ਤੋਂ ਜੇ ਮੈਂ ਕਹਾਂ ਵੀ ਆ ਇੱਕ, ਦੇਖਦੇ ਆ ਜੇ ਬੜਾ ਵਧੀਆ ਬਣ ਜਾਵੇ ਤਾਂ ਬੜਾ ਵਧੀਆ ਹੋਵੇ। ਇਸ ਤਰ੍ਹਾਂ ਕਰਕੇ ਕੋਈ ਆਪਾਂ ਏਰੀਆ ਲੈ ਲੈਂਦੇ ਆ ਜਿਹੜਾ ਇੱਕ ਸਫੀਅਰ ਦਾ ਇੱਕ ਹਿੱਸਾ ਹੋਵੇ, ਤੇ ਇਸ ਤਰ੍ਹਾਂ ਕਰਕੇ ਇਹ 3 ਡਾਇਮੈਂਸ਼ਨਲੀ ਇਮੇਜਿਨ ਕਰਕੇ ਦੇਖੋ ਇਹਨੂੰ, ਇਸ ਤਰ੍ਹਾਂ ਆ ਚੀਜ਼, ਆ ਸੋਲਿਡ ਐਂਗਲ ਹੋਏਗਾ। ਆ ਜਿਹੜਾ ਉਹ ਆਰਕ ਲੈਂਥ ਹੁੰਦੀ ਸੀ ਨਾ ਉੱਥੇ, ਇੱਥੇ ਆਰਕ ਲੈਂਥ ਨਹੀਂ ਆਏਗੀ, ਇੱਥੇ ਇੱਧਰਲਾ ਜਿਹੜਾ ਆ ਸਰਫੇਸ ਏਰੀਆ ਆਏਗਾ, ਜਿੰਨਾ ਸਰਫੇਸ ਏਰੀਆ ਇਹ ਹੈ ਉੱਪਰਲਾ ਵਾਲਾ, ਜਿਹੜੇ ਸਰਫੇਸ ਏਰੀਆ ਦੇ ਚਾਰੇ ਪਾਸੋਂ ਇਧਰੋਂ ਉਧਰੋਂ ਕਰਕੇ ਜੋੜਿਆ ਗਿਆ ਉਹਦੇ ਨਾਲ, ਜਿਹਦੇ ਨਾਲ ਕੀ ਆ ਬਿਲਕੁਲ ਗੋਲ ਇੱਕਦਮ ਬਣ ਗਿਆ ਇਹ ਸੋਲਿਡ ਐਂਗਲ। ਤਾਂ ਸੋਲਿਡ ਐਂਗਲ ਜਿਹੜਾ ਹੁੰਦਾ ਹੈ, ਸੋਲਿਡ ਐਂਗਲ ਨੂੰ ਥੀਟਾ ਨਾਲ ਰੈਪਰੈਜ਼ੈਂਟ ਨਹੀਂ ਕਰਦੇ ਅਸੀਂ, ਇਸ ਤਰ੍ਹਾਂ ਓਮ ਦਾ ਸਾਈਨ ਲਿਖਦੇ ਹਾਂ ਜਾਂ ਓਮੇਗਾ ਬੋਲਦੇ ਵੈਸੇ ਇਹਨੂੰ ਅਸੀਂ, ਕੈਪੀਟਲ ਓਮੇਗਾ। ਤੁਸੀਂ ਕਹੋਗੇ ਨਹੀਂ ਜੀ ਓਮੇਗਾ ਤਾਂ ਆ ਹੁੰਦਾ ਹੈ, ਹਾਂਜੀ ਆ ਹੁੰਦਾ ਹੈ, ਇਹ ਛੋਟਾ ਓਮੇਗਾ ਵੱਡਾ ਓਮੇਗਾ, ਠੀਕ ਹੈ। ਜਿਹੜਾ ਓਮੇਗਾ ਹੈ ਇਹ ਬੇਸਿਕਲੀ ਕਿਹਦੇ ਬਰਾਬਰ ਹੈ, ਜਿੰਨਾ ਸਰਫੇਸ ਏਰੀਆ ਹੈ ਉੱਪਰ ਇਹ ਡਿਵਾਈਡਡ ਬਾਈ ਆ ਜਿੰਨਾ ਵੀ ਰੇਡੀਅਸ ਬਣਿਆ ਨਾ, ਰੇਡੀਅਸ ਸਾਰੇ ਪਾਸੇ ਬਰਾਬਰ ਹੋਇਆ ਨਾ ਹੁਣ ਇਹ ਉਹਦਾ ਸਕੁਅਰ। ਸੋ ਸਰਫੇਸ ਏਰੀਆ ਵੀ ਮੀਟਰ ਸਕੁਅਰ ਚ ਹੋਏਗਾ, ਰੇਡੀਅਸ ਸਕੁਅਰ ਵੀ ਮੀਟਰ ਸਕੁਅਰ ਚ ਹੋਏਗਾ, ਕੱਟਿਆ ਜਾਏਗਾ, ਇਹਦੀ ਕੋਈ ਡਾਇਮੈਂਸ਼ਨ ਆਏਗੀ? ਨੋ ਸਰ। ਹਾਂ, ਜਿਵੇਂ ਕਿ ਐਂਗਲ ਦੀ ਨਹੀਂ ਆਉਂਦੀ, ਤਾਂ ਸੋਲਿਡ ਐਂਗਲ ਇਹਨੂੰ ਕਿਹਾ ਜਾਂਦਾ ਹੈ। ਤੇ ਜੇ ਮੰਨ ਲਓ ਤੁਹਾਡਾ ਏਰੀਆ ਇਸ ਤਰ੍ਹਾਂ ਦਾ ਨਾ ਹੋਇਆ, ਤੇ ਤੁਹਾਡਾ ਏਰੀਆ ਇਸੇ ਵਿੱਚ ਸਮਝਾ ਰਿਹਾ
ਮੰਨ ਲਓ ਇਦਾਂ ਦਾ ਹੋਇਆ ਤੇ ਤੁਸੀਂ ਉਸ ਨੂੰ ਇਸ ਪੁਆਇੰਟ ਤੇ ਪ੍ਰੋਜੈਕਟ ਕਰਨਾ ਚਾਹੋਗੇ ਅਗਰ ਸੋਲਿਡ ਐਂਗਲ ਨੂੰ, ਤਾਂ ਤੁਹਾਨੂੰ ਇਸ ਏਰੀਆ ਦਾ ਆ ਜਿਹੜਾ ds ਵੈਕਟਰ ਹੈ ਇਹਦਾ ਇੱਕ ਪ੍ਰੋਜੈਕਟਡ ਏਰੀਆ ਲੈਣਾ ਪਏਗਾ ਇਹ ਵਾਲਾ, ਤਾਂ ਕਿ ਤੁਸੀਂ ਸੋਲਿਡ ਐਂਗਲ ਦੀ ਡੈਫੀਨੇਸ਼ਨ ਲਿਖ ਸਕੋ। ਹੈ ਕਿ ਨਹੀਂ ਦੱਸੋ ਮੈਨੂੰ, ਸਮਝ ਲੱਗੀ ਗੱਲ? ਯੈਸ ਸਰ। ਤੇ ds ਦਾ ਇਧਰਲੇ ਪਾਸੇ ਫਿਰ ਐਂਗਲ ਲੈਣਾ ਪਏਗਾ, ਤਾਂ ਆ ਜੇ ਥੀਟਾ ਹੈ ਤਾਂ ਕੀ ਲੈਣਾ ਪਏਗਾ, ds cos ਥੀਟਾ, ਉਹ ਇਹਨੂੰ ਰਿਪਰੈਜ਼ੈਂਟ ਕਰੇਗਾ ਨਾ ਫਿਰ ਯੈਲੋ ਵਾਲੇ ਨੂੰ। ਤੇ ਫਿਰ ਜਦੋਂ ds cos ਥੀਟਾ ਆ ਜਾਏਗਾ ਬਟਾ r ਸਕੁਅਰ, ਤਾਂ ਆ ਬਣੇਗਾ ਆਪਣਾ ਛੋਟਾ ਜਿਹਾ ਸੋਲਿਡ ਐਂਗਲ ਇਸ ਜਗ੍ਹਾ ਦਾ। ਦੱਸੋ ਇਹ ਗੱਲ ਕਲੀਅਰ ਹੋਈ ਕਿ ਨਹੀਂ ਸਾਰਿਆਂ ਨੂੰ? ਦੱਸੋ। ਸਰ ਮੈਨੂੰ ਇਹ ਨਹੀਂ ਸਮਝ ਆਇਆ ਸਰ, ds cos ਥੀਟਾ ਵਾਲਾ ਨਹੀਂ ਸਮਝ ਆਇਆ। ਜਿਵੇਂ ਆ ਦੇਖੋ ਆ ਏਰੀਆ ਬਣ ਰਿਹਾ ਰੈੱਡ ਕਲਰ ਦਾ, ਇਹ ਤਾਂ ਹੁਣ ਸਫੀਅਰ ਦਾ ਹਿੱਸਾ ਨਹੀਂ ਨਾ ਬਣ ਰਿਹਾ। ਇਸ ਪੁਆਇੰਟ ਤੋਂ ਜੇ ਸਰਕਲ ਬਣਾਵਾਂ, ਸਫੀਅਰ ਬਣਾਵਾਂ ਮੈਂ, ਜਿਸ ਪੁਆਇੰਟ ਤੇ ਮੈਂ ਪਤਾ ਕਰਨਾ ਸੋਲਿਡ ਐਂਗਲ, ਜਿਵੇਂ ਐਂਗਲ ਹਾਂਜੀ ਸਰ। ਹੁਣ ਆਈ ਏਰੀਆ ਹਰੇ ਰੰਗ ਦਾ ਲਾ ਲਾ, ਆ ਜਿਹੜਾ ਹਰਾ ਬਣਾਇਆ ਮੈਂ, ਜੇ ਏਰੀਆ ਤੇਰਾ ਇਦਾਂ ਦਾ ਹੋਵੇ ਤਾਂ ਏਰੀਆ ਦਾ ਵੈਕਟਰ ਤਾਂ ਇਧਰ ਨੂੰ ਚਲਾ ਹਾਂਜੀ ਜਾਏਗਾ, ਸਰ। ਤਾਂ ਫਿਰ ਇਹਦੇ ਕਰਕੇ ਹਾਂਜੀ ਇਸ ਸਰ। ਪੁਆਇੰਟ ਤੇ ਸਫੀਅਰ ਬਣੇਗਾ ਕੋਈ ਜਿਹਦਾ ਏਰੀਆ ਬਣੇ? ਨੋ ਸਰ। ਤਾਂ ਮੈਂ ਇਸ ਏਰੀਆ ਦਾ ਇੱਕ ਕੰਪੋਨੈਂਟ ਲਵਾਂਗਾ ਜਿਹੜਾ ਕਿ ਇਹਦੀ ਪਰਛਾਈ ਇਧਰ ਨੂੰ ਕਿੰਨੀ ਕੁ ਪੈ ਰਹੀ ਹੈ ਇਸ ਏਰੀਆ ਦੀ, ਤੇ ਉਹ ਆਊਗੀ ਇੱਥੋਂ ds cos ਥੀਟਾ ਤੋਂ, ਜਿਹੜਾ ਕਿ ਐਂਗਲ ਥੀਟਾ ਹੈ, ਤੇ ds sin ਥੀਟਾ ਦੇ ਵਿੱਚ ਤਾਂ ਕੋਈ ਰੋਲ ਨਹੀਂ ਆਏਗਾ ਇਹ ਚ, ਹਨਾ? ਹਾਂਜੀ ਕਿਉਂਕਿ ਆ ਸਰ। ਏਰੀਆ ਦਾ ਪ੍ਰੋਜੈਕਸ਼ਨ ਜਿਹੜਾ ਆ ds cos ਥੀਟਾ ਦਾ ਇਹਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਅਸਲ ਵਿੱਚ ਏਰੀਆ ਹੈਗਾ ਜਿਹਦੇ ਬਟਾ r ਸਕੁਅਰ ਕਰਨਾ ਤਾਂ ਕਿ ਸੋਲਿਡ ਐਂਗਲ ਬਣੇ। ਠੀਕ ਹੈ? ਹਾਂਜੀ ਸਰ। ਤੋ ਇਸ ਗੱਲ ਨੂੰ ਸਮਝੋ, ਮੈਂ ਇੱਕ ਵਾਰ ਦੁਬਾਰਾ ਦੱਸਦਾ, ਦੇਖ ਹਾਂਜੀ ਇੱਕ ਸਰ। ਵਾਰ ਬਸ ਲਾਸਟ ਦੁਬਾਰਾ ਦੱਸ ਦੇਣਾ ਕਿ ਜਿਵੇਂ ਐਂਗਲ ਹੁੰਦਾ ਆ, ਜੇ ਤਾਂ ਸਿੱਧਾ ਸਿੱਧਾ ਮਾਮਲਾ ਹੋਵੇ, ਸਾਊ ਜਿਹਾ ਮਾਮਲਾ ਹੋਵੇ ਇਦਾਂ, ਇਹ ਬੜਾ ਸਾਊ ਮਾਮਲਾ ਆ ਵੀ ਇੱਥੇ ਤਾਂ ਆਰਕ ਦਿੱਤੀ ਹੋਈ ਹੈ, ਲੈਂਥ ਲਏਗਾ ਰੇਡੀਅਸ ਦੇ ਬਟਾ ਕਰ ਦੇਗਾ ਤਾਂ ਆਪ ਹਾਂਜੀ ਲੈਂਥ ਸਰ। ਥੀਟਾ ਆ ਜਾਊਗਾ, ਹਨਾ? ਯੈਸ ਸਰ। ਪਰ ਜੇ ਸਾਊ ਮਾਮਲਾ ਨਾ ਯੈਸ ਹੋਵੇ, ਸਰ। ਮਾਮਲਾ ਹੋਵੇ ਇਦਾਂ ਦਾ ਕਿ ਇੱਥੇ ਇੱਕ ਆ ਵਾ ਤੇ ਇੱਕ ਪਾਸੇ ਐ ਆ, ਮੰਨ ਲਾ ਐ ਆ ਗਿਆ ਮੰਨ ਲਾ, ਤਾਂ ਇਹਦੇ ਵਿੱਚ ਜਿਹੜੇ ਆ ਜਿਹੜਾ ਵਿੱਚ ਕਰਵ ਹੈਗੀ ਉਹ ਤੂੰ ਆਰਕ ਬਟਾ ਰੇਡੀਅਸ, ਤੋਂ ਇਹਨੂੰ ਆਰਕ ਥੋੜੀ ਕਹਿ ਸਕਦਾ, ਇਹਨੂੰ ਆਰਕ ਕਹਿ ਸਕਦਾ ਤੂੰ? ਨੋ ਸਰ। ਤਾਂ ਤੂੰ ਇਸ ਆਰਕ ਦੀ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਇੱਥੇ ਹੀ ਤੂੰ ਇੱਕ ਲੈ ਲੇਗਾ, ਆਰਕ ਬਣਾਏਗਾ, ਹਨਾ? ਇਸ ਦੀ ਪ੍ਰੋਜੈਕਸ਼ਨ ਹਾਂਜੀ ਸਰ। ਇੱਥੇ ਆ ਵਾਲੀ, ਇਹਦੇ ਬਟਾ ਆਰ ਕਰੇਗਾ ਤਾਂ ਐਂਗਲ ਥੀਟਾ ਆਊਗਾ ਕਿ ਨਹੀਂ? ਯੈਸ ਸਰ। ਤੋ ਜੇ ਆ ਐਲ ਹੋਵੇ ਤਾਂ ਤੈਨੂੰ ਇਸ ਪ੍ਰੋਜੈਕਸ਼ਨ ਦੀ ਲੈਣੀ ਪੈਣੀ, ਇੱਥੇ ਇਹਦੇ ਲਈ ਕੋਈ ਮੇਰੇ ਕੋਲ ਸਿੱਧਾ ਮਸਲਾ ਹੈ ਨਹੀਂ, ਆਪਾਂ ਇਹਨੂੰ ਛੱਡ ਦਿੰਦੇ ਆ ਕਿਉਂਕਿ ਹਾਂਜੀ। ਪਰ ਇੱਥੇ ਜੇ ਗੱਲ ਕਰਾਂ ਮੈਂ ਸਫੀਅਰ ਦੇ ਵਿੱਚ, ਹੁਣ ਸੋਲਿਡ ਐਂਗਲ 'ਚ ਦੇਖ ਕੀ ਹੁੰਦਾ, ਸੋਲਿਡ ਐਂਗਲ 'ਚ ਕੀ ਹੁੰਦਾ ਵੀ 3 ਡਾਇਮੈਂਸ਼ਨਲ ਮਾਮਲਾ ਆ ਇਸ ਤਰ੍ਹਾਂ ਕਰਕੇ। ਸੋ ਜੇ ਬੇਸਿਕਲੀ ਗੱਲ ਕਰਾਂ, ਇੱਥੇ ਇੱਕ ਏਰੀਆ ਵਾ ਜਿਹੜਾ ਕਿ ਬਿਲਕੁਲ ਕਿਸੇ ਸਫੀਅਰ ਦਾ ਛੋਟਾ ਏਰੀਆ ਸਮਝ ਲਓ ਵੀ ਇਹ ਵੱਡਾ ਸਫੀਅਰ ਦਾ ਹਿੱਸਾ ਵਾ, ਸਮਝ ਲਾ, ਸਮਝ ਰਿਹਾ ਗੱਲ? ਹਾਂਜੀ ਸਰ। ਆਹ ਵਾਲਾ ਜਿਹੜਾ ਐਂਗਲ ਬਣਿਆ, ਓਪਨਿੰਗ ਬਣੀ ਜਿਹੜੀ, ਇਹ ਇਸ ਤਰ੍ਹਾਂ ਦੀ ਬਣੀ ਸਫੀਅਰ ਦੀ, ਹਾਂਜੀ ਸਰ। ਇਹਨੂੰ ਆਪਾਂ ਸੋਲਿਡ ਐਂਗਲ ਬੋਲਦੇ ਆ, ਇਹਨੂੰ ਰੇਡੀਅਸ ਬੋਲਦੇ ਆ। ਆ ਜਿਹੜਾ ਏਰੀਆ ਇਹਨੂੰ ਮੰਨ ਲਾ ds ਆ, ਤਾਂ ਜਿਹੜਾ ਆਪਣਾ ਸੋਲਿਡ ਐਂਗਲ ਆ ਬਹੁਤ ਸਾਊ ਤਰੀਕੇ ਨਾਲ ਆ ਗਿਆ, d ਓਮੇਗਾ ਇਜ਼ ਇਕੁਅਲ ਟੂ ਜਿੰਨਾ ਸਰਫੇਸ ਏਰੀਆ ਬਟਾ ਰੇਡੀਅਸ ਦੀ ਸਕੁਅਰ, ਇਹ ਆਰਕ ਅਪਨ ਰੇਡੀਅਸ ਹੁੰਦਾ ਆ 1 ਡਾਇਮੈਂਸ਼ਨ 2 ਡਾਇਮੈਂਸ਼ਨ 3 ਡਾਇਮੈਂਸ਼ਨ ਚ ਆਪਾਂ ਸੋਲਿਡ ਐਂਗਲ ਬੋਲਦੇ ਆ। ਹਾਂਜੀ ਸਰ। ਕਲੀਅਰ ਹੋਈ ਗੱਲ? ਹਾਂਜੀ ਸਰ। ਪਰ ਜੇ ਇਸ ਤਰ੍ਹਾਂ ਨਾ ਹੋਵੇ ਸਿੱਧਾ ਮਾਮਲਾ, ਤੇ ਇਸ ਸਰਫੇਸ ਏਰੀਆ ਆਪਣਾ ਟੇਡਾ ਮੇਡਾ ਐ ਕਰਕੇ ਪਿਆ ਹੋਵੇ, ਆ ਲੈ ਆ ਟੇਡਾ ਜਿਹਾ ਪਿਆ, ਤੇ ਇੱਥੇ ਸੋਲਿਡ ਐਂਗਲ ਪਤਾ ਕਰਨਾ ਕਿੰਨਾ ਸਬਟੈਂਡ ਕਰਦਾ। ਹੁਣ ਤੂੰ ਦੱਸ ਕੀ ਇਹ ਬਣ ਰਿਹਾ ਕਿਸੇ ਸਫੀਅਰ ਦਾ ਹਿੱਸਾ? ਨੋ ਸਰ। ਤਾਂ ਆਪਾਂ ਕੀ ਕਰਾਂਗੇ, ਆਪਾਂ ਇਸ ਸਰਫੇਸ ਦੀ ਜਿਹੜਾ ਸਰਫੇਸ ਦਾ ਏਰੀਆ ਵੈਕਟਰ, ਏਰੀਆ ਵੈਕਟਰ ਤਾਂ ਸਮਝਦਾ ਹੀ ਹੁਣ ਤੂੰ? ਹਾਂਜੀ ਸਰ। ਮੈਂ ਇਹਦੇ ਸੈਂਟਰ ਨੂੰ ਪਹਿਲਾਂ ਇਹਦੇ ਨਾਲ ਜੋੜ ਕੇ ਦੇਖਾਂਗਾ ਕੀ ਬਣਿਆ, ਤੇ ਫਿਰ ਇਹਦੇ ਰੇਡੀਅਸ ਦੇ ਨਾਲ ਜਿਹੜਾ ਐਂਗਲ ਬਣਦਾ ਹੈ ਨਾ, ਇਹਦੇ ਨਾਲ ਵੀ ਮੈਂ ਇੱਥੇ ਆ ਇਹਨੂੰ ਰੇਡੀਅਸ ਮੰਨ ਲਾਂਗਾ ਤੇ ds cos ਥੀਟਾ ਲੈ ਲਵਾਂਗਾ, ਤਾਂ ਉਹ ਬੇਸਿਕਲੀ ਆ ਵਾਲਾ ਏਰੀਆ ਨਿਕਲ ਆਏਗਾ ਫਿਰ ਮੇਰਾ ਉਹਦਾ ਪ੍ਰੋਜੈਕਸ਼ਨ। ਹਾਂਜੀ ਸਰ। ਫਿਰ ਮੈਂ ds cos ਥੀਟਾ ਬਟਾ r ਦਾ ਸਕੁਅਰ ਕਰਾਂਗਾ ਤਾਂ ਮੈਨੂੰ ਜਾ ਕੇ ਸੋਲਿਡ ਐਂਗਲ ਮਿਲੇਗਾ ਆ ਵਾਲਾ। ਉਸ ਤੋਂ ਗੱਲ ਕਲੀਅਰ ਹੋਈ ਹੁਣ? ਹਾਂਜੀ ਸਰ। ਸਾਰਿਆਂ ਨੂੰ ਸਮਝ ਲੱਗੀ ਗੱਲ ਇਹ? ਯੈਸ ਸਰ। ਯੈਸ ਸਰ। ਬਹੁਤ ਹੀ ਇੰਟਰਸਟਿੰਗਲੀ ਇਹਨੂੰ ਡਿਜ਼ਾਈਨ ਕੀਤਾ ਆਪਾਂ। ਹੁਣ ਆਪਾਂ ਇਹ ਕਰਕੇ ਦੇਖ ਸਕਦੇ ਹਾਂ ਆਪਣਾ ਕੰਮ ਕਿਵੇਂ ਹੋਏਗਾ। ਅੱਛਾ ਇੱਕ ਗੱਲ ਹੋਰ ਮੈਨੂੰ ਦੱਸੋ, ਜੇ ਮੈਂ ਪੂਰਾ ਆਹ ਵਾਲਾ ਜਿਹੜਾ d ਥੀਟਾ ਲੈਣਾ ਵਾ, ਆਹ ਵਾਲਾ d ਥੀਟਾ ਲੈ ਲਓ, ਇਹਨੂੰ d ਥੀਟਾ, ਜੇ ਆਹ d ਥੀਟਾ ਲੈ ਲਵਾਂ ਮੈਂ, ਛੋਟਾ d ਥੀਟਾ, ਤੇ ਛੋਟੀ ਆਰਕ dl ਲੈ ਲਓ, ਠੀਕ ਹੈ? ਜੇ ਮੈਂ d ਥੀਟਾ ਦਾ ਇੰਟੀਗਰਲ ਕਰਾਂ ਪੂਰੇ ਸਰਕਲ ਤੇ, ਤਾਂ ਦੱਸੋ ਐਂਗਲ ਕਿੰਨਾ ਆਉਂਦਾ? ਇਸੇ ਤਰ੍ਹਾਂ ਜੇ ਮੈਂ d ਸੋਲਿਡ ਐਂਗਲ ਦਾ
डी ओमेगा ਦਾ ਕਰਾਂ ਪੂਰੇ ਸਫੀਅਰ ਤੇ ਤਾਂ ਐਂਗਲ ਕਿੰਨਾ ਆਂਦਾ 4 ਪਾਈ ਆਂਦਾ, ਇਹ ਯਾਦ ਰੱਖਿਓ। ਕਲੀਅਰ ਹੈ ਗੱਲ? ਇਹ ਬਿਲਕੁਲ ਸਿੰਪਲ ਕੈਲਕੂਲੇਸ਼ਨ ਨੇ, ਇਹ ਸਿੰਪਲ ਇਹ ਨਹੀਂ ਫੈਕਟ ਨੇ, ਇਹਨੂੰ ਆਪਾਂ ਮੈਂ ਪ੍ਰੂਵ ਕਰਾ ਸਕਦਾ, ਤੁਹਾਨੂੰ ਪ੍ਰੂਵ ਕਰਾ ਦੇਣਾ। ਪ੍ਰੂਵ ਕਰਾਵਾਂ? ਸੋਚੋ ਪੂਰੇ ਸਫੀਅਰ ਦਾ ਦੱਸੋ ਸਰਫੇਸ ਏਰੀਆ ਕਿੰਨਾ ਹੁੰਦਾ? ਪੂਰੇ ਸਫੀਅਰ ਦਾ ਹੀ ਸੋਲਿਡ ਐਂਗਲ ਪੂਰੇ ਸਫੀਅਰ ਲਈ ਲੈਣ ਜਾ ਰਿਹਾ ਜੀ, ਤਾਂ ਆਰ ਕਿੰਨੀ ਆਏਗੀ? ਵੇ ਪੂਰਾ ਹੀ ਸਫੀਅਰ ਨਹੀਂ ਆ ਰਹੇਗਾ, ਵੇ ਸਾਰਾ ਸਰਫੇਸ ਨਹੀਂ ਆ ਰਹੇਗਾ ਸਾਰੇ ਦਾ, ਫਿਰ ਇੱਥੇ ਜਿਹੜਾ ਸੈਂਟਰ ਜਿੰਨਾ ਹੋਵੇ ਸੋਲਿਡ ਐਂਗਲ ਬਣੇਗਾ ਸਾਰਾ, ਤਾਂ ਸਰਫੇਸ ਏਰੀਆ ਕਿੰਨਾ ਹੁੰਦਾ? 4 ਪਾਈ ਆਰ ਸਕੁਅਰ ਹੁੰਦਾ ਕਿ ਨਹੀਂ? ਯੈਸ ਸਰ। ਆ ਗਿਆ 4 ਪਾਈ। ਤੇ ਇੱਥੇ ਜਿਹੜੀ ਆਰਕ ਹੁੰਦੀ ਹੈ ਪੂਰੀ ਆਰਕ ਕਿੰਨੀ ਹੁੰਦੀ ਹੈ? 2 ਪਾਈ ਆਰ ਬਟਾ ਆਰ, ਆਰਕ ਅਪਨ ਰੇਡੀਅਸ, ਲੈ 2 ਪਾਈ ਆ ਗਿਆ। ਸਮਝ ਲੱਗ ਰਹੀ ਗੱਲ ਸਾਰਿਆਂ ਨੂੰ? ਇਸ ਪੇਜ ਤੇ ਗੰਦ ਬਹੁਤ ਪੈ ਗਿਆ, ਪਰ ਇਸ ਪੇਜ ਤੇ ਕਾਫੀ ਮੀਨਿੰਗਫੁਲ ਗੱਲਾਂ ਹੋ ਗਈਆਂ। ਜੇ ਤੁਸੀਂ ਇਹਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਗੱਲ ਨੂੰ ਸੁਣੋਗੇ ਦੁਬਾਰਾ, ਤਾਂ ਤੁਹਾਨੂੰ ਜ਼ਿਆਦਾ ਬੈਟਰ ਸਮਝ ਲੱਗੇਗੀ ਗੱਲ ਜਿਹੜੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣੀ। ਦੱਸੋ ਗੱਲ ਕਲੀਅਰ ਹੈ? Yes sir. Yes sir. ਹੁਣ ਮੈਂ ਤੁਹਾਡੇ ਉਸ ਤੇ ਆਣਾ ਵਾਪਸ, ਕਿੱਥੇ ਭਲਾ? ਉਹ ਫਲਕਸ ਵਾਲੀ ਗੱਲ ਤੇ, ਕਿ ਉਹ ਫਲਕਸ ਕਿਉਂ ਬਰਾਬਰ ਆ ਰਿਹਾ ਵਾਰ-ਵਾਰ? ਕਾਮਨ ਸੈਂਸ 'ਚ ਤਾਂ ਠੀਕ ਹੈ ਗੱਲ, ਪਰ ਫਿਰ ਬਰਾਬਰ ਕਿਉਂ ਆ ਰਿਹਾ ਵਾ? ਇੱਕ ਮਿੰਟ ਮੈਂ ਨਾ ਇਹਨੂੰ ਦੇਖਾਂ, ਇਹ ਪੇजेस ਕਿੱਥੇ ਚਲਾ ਗਿਆ ਉਹ? ਆਹੀ ਕੀਤਾ ਸੀ ਨਾ ਆਪਾਂ? ਹਾਂ ਠੀਕ ਹੈ। ਲਓ ਜੀ ਹੁਣ ਆ ਗਈ ਗੱਲ, 2-3 ਗੱਲਾਂ ਆ ਗਈਆਂ। ਪਹਿਲੀ ਗੱਲ ਆ ਗਈ ਜਸ਼ਨਜੋਤ ਵੱਲੋਂ, ਤੋਂ ਸੌਰੀ ਜਸ਼ਨਜੋਤ ਨਹੀਂ, ਜਸਜੋਤ ਵੱਲੋਂ। ਜਸਜੋਤ ਕਹਿ ਰਿਹਾ ਜੀ ਕਿ ਜੇ ਚਾਰਜ ਨੋਟ ਐਟ ਸੈਂਟਰ ਹੋਵੇ ਤਾਂ ਕੀ ਫਰਕ ਪੈਣਾ ਚਾਹੀਦਾ ਆ? ਤੇ ਗੁਰਕੀਰਤ ਕਹਿ ਰਿਹਾ ਸੀ ਕਿ ਜੇ ਸਫੀਅਰ ਆਪਾਂ ਲਾਰਜਰ ਜਾਂ ਸਮਾਲਰ ਲੈ ਲਈਏ ਤਾਂ ਕੀ ਫਰਕ ਪੈਣ ਵਾਲਾ? ਮੈਂ ਦੋਨਾਂ ਦੀ ਗੱਲ ਨੂੰ ਰੱਦ ਕਰਕੇ ਮੈਂ ਕਿਹਾ ਨਹੀਂ ਕੋਈ ਫਰਕ ਨਹੀਂ ਪਏਗਾ, ਰੱਦ ਕਰਕੇ ਨਹੀਂ ਸੌਰੀ, ਮੈਂ ਦੋਨਾਂ ਦੀ ਗੱਲ ਨੂੰ ਵਾਧਾ ਕਰਕੇ ਮੈਂ ਕਿਹਾ ਕਿ ਬਈ ਫਲਕਸ ਜਿਹੜਾ ਹੈ ਉਹ ਸੇਮ ਹੀ ਆਉਣ ਵਾਲਾ ਆ, ਕਿ ਚਾਰਜ ਇਨਕਲੋਜ਼ਡ ਬਟਾ ਐਪਸਾਈਲਨ ਨੋਟ। ਪਰ ਇਹਨੂੰ ਪ੍ਰੂਵ ਕਰਨਾ ਪਹਿਲੇ ਕੇਸ ਬੜਾ ਸੌਖਾ ਸੀ, ਸੈਂਟਰ ਤੇ ਰੱਖਿਆ ਸੀ, ਇਲੈਕਟ੍ਰਿਕ ਫੀਲਡ ਕਾਂਸਟੈਂਟ ਸੀ, ds ਤੇ ਈਚ ਐਂਗਲ 0 ਸੀ, ਚੁੱਪ ਕਰਕੇ ਕੀਤਾ, ds ਦਾ 4 ਪਾਈ r ਸਕੁਅਰ ਪੁੱਟ ਕੀਤਾ, ਆਨਸਰ ਆ ਗਿਆ। ਹੁਣ ਇਹਨਾਂ ਦੋਨਾਂ ਦੀਆਂ ਗੱਲਾਂ ਨੂੰ ਮਿਲਾ ਕੇ ਜੇ ਚੱਲੀਏ ਤਾਂ ਆਪਾਂ ਦੇਖਦੇ ਹਾਂ। ਪਹਿਲਾਂ ਮੈਂ ਜਸਜੋਤ ਦੀ ਗੱਲ ਪ੍ਰੂਵ ਕਰੂੰਗਾ, ਗੁਰਕੀਰਤ ਵਾਲੀ ਆਪੇ ਪ੍ਰੂਵ ਹੋ ਜੂ। ਕਰਾਂ ਮੈਂ ਹੁਣ? ਯੈਸ ਸਰ। ਲਓ ਜੀ ਫਿਰ ਨਾਲ ਮੇਰਾ ਸਾਥ ਦਿਓ ਸਾਰੇ ਜਿਹੜੇ, ਜੋ ਮੈਂ ਪੁੱਛੂਗਾ ਨਾਲ ਨਾਲ ਦੱਸਣਾ ਤੁਸੀਂ। ਗੱਲ ਤਾਂ ਹੀ ਮਜ਼ਾ ਆਉਂਦਾ ਹੈ ਗੱਲ ਦਾ, ਇਹਦੇ ਨਾਲ ਨਾਲ ਮੇਰੇ ਜਿਵੇਂ ਉਹ ਨਹੀਂ ਹੁੰਦੇ ਉਹ ਸ਼ਾਇਰੀ ਸੁਣਾ ਰਹੇ ਹੁੰਦੇ ਲੋਕੀ ਵਾਹ ਨਹੀਂ ਕਰਦੇ ਤਾਂ ਫਿਰ ਬੰਦੇ ਨੂੰ ਮਜ਼ਾ ਨਹੀਂ ਆਉਂਦਾ, ਉਵੇਂ ਹੁੰਦਾ ਜੇ ਤੁਸੀਂ ਨਾਲ ਨਾਲ ਇਸ ਤਰ੍ਹਾਂ ਇੰਟਰੈਕਟ ਨਹੀਂ ਕਰਦੇ ਫਿਰ ਮਜ਼ਾ ਆਉਣਾ ਬੰਦ ਹੋ ਜਾਂਦਾ ਮੈਨੂੰ। ਚਲੋ ਸੈਂਟਰ ਤੇ ਨਾ ਹੀ ਰੱਖੀਏ ਹੁਣ, ਨਹੀਂ ਤਾਂ ਜਸਜੋਤ ਨੂੰ ਇਤਰਾਜ਼ ਹੋ ਜਾਣਾ। ਇੱਥੇ ਆਪਾਂ ਕਰਦੇ ਹਾਂ, ਇੱਥੇ ਰੱਖ ਦਈਏ, ਇੱਥੇ ਰੱਖਤਾ ਜੀ +q, ਠੀਕ ਹੈ ਗੱਲ ਹੁਣ ਜਸਜੋਤ? ਯੈਸ ਸਰ। ਸਫੀਅਰ ਮੇਰਾ ਆਹੀ ਆ, ਪਰ ਇੱਥੇ ਰੱਖਤਾ ਤੇ ਹੁਣ ਮੈਂ ਪਤਾ ਕਰਨਾ ਫਿਰ ਉਹੀ E.ds ਐਂਡ ਆਲ ਦੈਟ। ਹੁਣ ਮੈਂ ਦੇਖਿਆ ਤੇ ਹੁਣ ਇੱਥੇ ਪ੍ਰੋਬਲਮ ਹੁਣ ਕਾਫੀ ਸਾਰੀ ਹੈ ਕਿ ਜੇ ਮੈਂ ਹੁਣ ਇੱਥੇ ਲਵਾਂਗਾ ਸਰਫੇਸ ਏਰੀਆ, ਇੱਥੇ ਜਦ ਸਰਫੇਸ ਸੈਂਟਰ ਤੇ ਸੀਗਾ ਨਾ ਫਿਰ ਤਾਂ ਬੜਾ ਸੌਖਾ ਸੀ। ਹੁਣ ਮੈਂ ਇਹ ਸਰਫੇਸ ਏਰੀਆ ਤਾਂ ਹਮੇਸ਼ਾ ਐ ਲਵਾਂਗੇ ds, ਪਰ ਇਸ ਜਗ੍ਹਾ ਤੇ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ ਉਹ ਹੁਣ ਇਸ ਡਾਇਰੈਕਸ਼ਨ 'ਚ ਹੋਏਗਾ, ਹੈ ਕਿ ਨਹੀਂ? ਯੈਸ ਸਰ। ਤੇ ਇਹਨਾਂ 'ਚ ਐਂਗਲ ਮੰਨ ਲਓ ਥੀਟਾ ਹੋਏਗਾ। ਤੇ ਜੇ ਉਹੀ ਸਰਫੇਸ ਏਰੀਆ ਹੁਣ ਮੈਂ ਕਿਤੇ ਹੋਰ, ਮੈਂ 2-3 ਜਗ੍ਹਾ ਦਿਖਾ ਰਿਹਾ ਤੁਹਾਨੂੰ ਜਾਣਬੁੱਝ ਕੇ, 2-3 ਜਗ੍ਹਾ ਦਿਖਾ ਦਿੰਨਾ, ਇੱਥੇ ਹੋਏਗਾ ਸਰਫੇਸ ਏਰੀਆ ਤਾਂ ਇੱਧਰ ds, ਤੇ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਏਗਾ ਨਾ, ਐ ਕਰਕੇ ਹੋਏਗਾ ਕੁਝ ਐਂਗਲ ਤੇ, ਇਹਦੇ 'ਚ ਐਂਗਲ ਕੁਝ ਹੋਰ ਹੋਏਗਾ, ਉਹ ਐਂਗਲ ਥੀਟਾ ਨਹੀਂ ਹੋਏਗਾ। ਹੁਣ ਥੀਟਾ ਨਹੀਂ ਕਹੂੰਗਾ ਮੈਂ, ਥੀਟਾ ਮਤਲਬ ਜਨਰਲ ਕਹਿ ਸਕਦਾ ਪਰ ਬਦਲ ਚੁੱਕਿਆ ਹੋਏਗਾ ਐਂਗਲ। ਅੱਛਾ ਇੱਕ ਜਣਾ ਮੈਨੂੰ ਸਿੰਪਲ ਜੀ ਗੱਲ ਦੱਸੋ, ਜੇ ਇੱਥੇ ਹੋਏਗਾ ਸਰਫੇਸ ਏਰੀਆ ਜਾਂ ਇੱਥੇ ਹੋ ਰਿਹਾ ਤਾਂ ਕੋਈ ਖਾਸ ਗੱਲ ਹੋਏਗੀ ਜੇ ਇੱਥੇ ਹੋਵੇ ਜਾਂ ਇੱਥੇ ਹੋਵੇ? No sir. Parallel. ਹਾਂ ਇੱਥੇ ਪੈਰਲਲ ਆ ਜਾਏਗਾ ਨਾ E ਤੇ ds, ਪਰ ਆ ਦੋ ਹੀ ਪੁਆਇੰਟਾਂ ਤੇ ਆਏਗਾ, ਦੋ ਹੀ ਜਾਂ ਕੁਝ ਹੋਰ ਹੋ ਸਕਦੇ ਹੈ? ਨਹੀਂ, ਦੋ ਹੀ ਪੁਆਇੰਟਸ ਤੇ ਆਏਗਾ ਨਾ ਇਸ ਤਰ੍ਹਾਂ। ਕੀ ਸੋਚ ਕੇ ਦੇਖੋ ਕਿ ਕੋਈ ਹੋਰ ਪੁਆਇੰਟ ਵੀ ਹੋ ਸਕਦੇ, ਕਿਤੇ 4 ਤਾਂ ਨਹੀਂ ਹੋ ਸਕਦੇ। ਚਲੋ ਇਹ ਬਾਅਦ ਦੀ ਗੱਲਾਂ ਨੇ, ਪਹਿਲਾਂ ਆ E ਹੋ ਗਿਆ, ਆ E ਹੋ ਗਿਆ ਨਾ,
इस तरह करके हर जगह वखरा वखरा नीचे करोगे तो इतने देखो इतने इलैक्ट्रिक फील्ड इधर होएगा है ना, तो DS इधर होएगा। सो आ पंगे ने, ये सीधा मामला नहीं गा, आ DS है। तो जो मैं इतने फ्लक्स पता करना है, स्मॉल फ्लक्स इन जनरल स्मॉल फ्लक्स लिखांगा, मैं लिखांगा E.ds इंटीग्रल फॉर द क्लोज सरफेस, इंटीग्रल फॉर क्लोज सरफेस, फ्लक्स ही कह देना सीधा ही सारा कुछ करता मैं। ये आ जाएगा E/ds इंटू cos थीटा, इस तरह, ठीक है जी। E बार नहीं आ सकता हूं क्योंकि सारे सरफेस ते इलेक्ट्रिक फील्ड की वैल्यू कांस्टेंट नहीं की, E शो ता करना मैं, E नाम ही E सेम आ, मैग्नीट्यूड सेम नहीं हैगा। ते इस E इस Q ਦਾ ਮੰਨ ਲਓ ਜਨਰਲ ਡਿਸਟੈਂਸ ਇੱਥੋਂ ਮੰਨ ਲਓ R ਹੈ, ਤੇ ਇਹ R ਇਸ ਦੇ ਲਈ ਵੱਖਰਾ ਆ, ਇਸ ਦੇ ਲਈ ਵੱਖਰਾ ਹੈ, ਇਹਦੇ ਲਈ ਵੱਖਰਾ ਹੈ, ਇਹਦੇ ਲਈ ਵੱਖਰਾ ਹੈ ਕਿ ਨਹੀਂ ਵੱਖਰਾ। ਤਾਂ ਇਸ ਜਨਰਲ ਗੱਲ ਤੇ ਜੇ ਮੈਂ ਇੱਥੇ ਗੱਲ ਕਰਾਂ ਸਮਾਲ d ਫਾਈ ਲਈ, ਤਾਂ ਉਹਨੂੰ ਲਿਖ ਸਕਦਾ ਮੈਂ K Q by small r square, where small r is not equal to capital R in all cases, है ना। ते ds ते cos थीटा इंटीग्रल, इंटीग्रल जो दसो बाहर की आ सकता, के क्यू ही आ सकता, बाकी सारा वेरिएबल ही है जी, देखो है कि नहीं, है ना। यस सर। हाँ तुसी सोच के देखो आ जी क्वांटिटी है की है, ds cos थीटा बाय r स्क्वायर, शायद मैं तुहानू नहीं करवा चुका, ds cos थीटा बाय r स्क्वायर की है Solid सॉलिड एंगल पॉइंट दा, उस सरफेस एरिया छोटे ds दा जेड़ा सॉलिड एंगल बनेगा उस जगह ते वही तो है। देखो r भी वही है, ds दा कंपोनेंट ले लिया उधर नु, है ना। इस सोच के देखो ਹੁਣ ਇੱਥੇ ਤੁਸੀਂ ds ਦਾ ਕੰਪੋਨੈਂਟ ਲਓਗੇ ਤਾਂ ds ਦਾ ਕੰਪੋਨੈਂਟ ਇਧਰ ਨੂੰ ਲਓਗੇ ds cos ਥੀਟਾ, ਤੇ ਉਹ ਬੇਸਿਕਲੀ ਉਹਦਾ ਉਹ ਕੰਪੋਨੈਂਟ ਆ ਜਾਏਗਾ ਇੱਥੇ ਵਾਲਾ, ਤੇ ਉਹਦਾ ਡਿਸਟੈਂਸ r ਹੀ ਹੈ, ਤਾਂ ਇੱਥੇ ਇਹਦੇ ਨਾਲ ਜਿਹੜਾ ਸੋਲਿਡ ਐਂਗਲ ਇੱਥੇ ਬਣੇਗਾ, ਸੋਲਿਡ ਐਂਗਲ ਉਹ ਹੋਏਗਾ ਨਾ, ਤੇ ਉਹ ਸੋਲਿਡ ਐਂਗਲ ਇੱਥੇ ਦਾ, ਫਿਰ ਇੱਥੇ ਦਾ, ਫਿਰ ਇੱਥੇ ਦਾ, ਫਿਰ ਇੱਥੇ ਸਭ ਦਾ ਸੋਲਿਡ ਐਂਗਲ ਅਲੱਗ-ਅਲੱਗ ਆਂਦਾ ਰਹੇਗਾ, cos ਥੀਟੇ ਬਦਲਦੇ ਰਹਿਣਗੇ, ਸਾਰਾ ਸੋਲਿਡ ਐਂਗਲ ਸੈਂਟਰ ਤੇ ਮਿਲਾ ਕੇ ਫਿਰ ਪੂਰਾ ਹੀ ਨਹੀਂ ਬਣ ਜਾਏਗਾ। ਚਾਰੇ ਦਿਸ਼ਾਵਾਂ 'ਚ ਸੋਚੋ, ਸਪੇਸ ਸੋਚੋ, ਤਾਂ ਆਹ ਚੀਜ਼ ਦੀ ਵੈਲਿਊ ਕਿੰਨੀ ਆਉਣ ਵਾਲੀ ਦੱਸੋ, ਇੱਕ ਪੁਆਇੰਟ ਦੇ ਉੱਪਰ क्लोज सरफेस दी सॉलिड एंगल कितनी आएगी, 4 पाई, बस 4 पाई ही आएगी। k दी वैल्यू कितनी है, आ गया आंसर। यस सर। इसीलिए सेम आया, मैथमेटिकली भी सेम आएगा, उसे सॉलिड एंगल इंट्रोड्यूस हो जाएगा, उन्होंने एंगल बदल जाएंगे, E बदलेगा नाल ही एंगल बदलेगा, नाल ही R बदलेगा, सारा मिल मिला के मुड़ कुड़ के उत्थे ही, इसलिए नंबर ऑफ फील्ड लाइंस वाला कॉन्सेप्ट बिल्कुल सही है। हुण जे मैं इस चार्ज नूं इत्थे रख दवां तां भी फ्लक्स उन्ना, इत्थे रख दवां तां भी फ्लक्स उन्ना, इत्थे रखदा जिथे मर्जी रख दवां फ्लक्स उन्ना ही आएगा, ते सरफेस एरिया नूं छोटा वड्डा करी जावां कोई फर्क नहीं पैंदा। तुहानूं पता लगी गल हुण। यस सर। हुण बस आ दस दिओ मैनूं, आ मान लो प्लस क्यू चार्ज है, एक आ सरफेस एरिया है, एक सरफेस एरिया, इनू कर्व ना मन्नियो, मैनू बहुत ध्यान नाल बई, इनू क्लोज सरफेस मन्नियो, 3 डायमेंशनल सोचियो, ते एक सरफेस आया, आ मान लो S1 है, ए मान लो S2 है, ते आ मान लो S3 है, तो तुसीं मैनूं दसो S1 दे थ्रू कितना फ्लक्स है, Q by epsilon naught। S3 दे थ्रू कितना है, Q by epsilon naught। ते S2 दे थ्रू कितना है, 0। ਹੁਣੇ ਤਾਂ ਦੱਸਿਆ ਸੀ ਹਨਾ, S2 ਦੇ ਥਰੂ 0 ਆ ਜਾਏਗਾ ਫਲਕਸ, ਕਿਉਂਕਿ ਜਿੰਨੀਆਂ ਲਾਈਨਸ ਐਂਟਰ ਕਰਨਗੀਆਂ ਉਹਨੇ ਨਿਕਲ ਜਾਣਗੀਆਂ, ਇਹ ਗੱਲ ਸ਼ੋਰ ਹੈ। ਚਾਹੇ ਇੱਥੇ ਇਲੈਕਟ੍ਰਿਕ ਫੀਲਡ ਯੂਨੀਫਾਰਮ ਵੀ ਨਹੀਂ ਹੈ, ਪਰ ਫਿਰ ਵੀ ਜਿੰਨੀਆਂ ਐਂਟਰ ਕਰਨਗੀਆਂ ਨਿਕਲਣਗੀਆਂ, ਉਹਨੇ ਨੰਬਰ ਵਾਲਾ ਕਨਸੈਪਟ ਚੱਲਦਾ ਹੈ ਇੱਥੇ। ਜੇ ਕੋਈ ਲਾਈਨ ਇੱਥੋਂ ਐਂਟਰ ਕਰੇਗੀ S2 ਦੇ ਵਿੱਚ ਤਾਂ ਉਹੀ ਨਿਕਲੇਗੀ ਨਾ ਬਾਹਰੋਂ, ਤੇ ਜਿੰਨੀਆਂ ਐਂਟਰ ਕਰਨਗੀਆਂ ਨਿਕਲਣਗੀਆਂ, ਜਿਹੜੀ ਐਂਟਰ ਨਹੀਂ ਕੀਤੀ ਉਹ ਨਿਕਲੀ ਵੀ ਨਹੀਂ। ਸਮਝ ਲੱਗ ਰਹੀ ਗੱਲ? यस सर। ਹੁਣ ਦੇਖੋ ਬੜਾ ਇੰਪੋਰਟੈਂਟ ਇੱਕ ਰਿਜ਼ਲਟ ਇੱਥੋਂ ਬਣ ਗਿਆ, ਤੇ ਉਸ ਰਿਜ਼ਲਟ ਨੂੰ ਬੋਲਦੇ ਨੇ ਗੌਸਿਸ ਥਿਊਰਮ। ਬਸ ਮੈਂ ਸਟੇਟਮੈਂਟ ਹੀ ਸਮਝਾਣੀ ਸੀ, ਤੇ ਉਹਦੇ ਲਈ ਆਪਣੀ ਸਾਰੀ ਤਿਆਰੀ ਹੋ ਗਈ ਹੈ। ਇਹਨੂੰ ਕਹਿੰਦੇ ਗੌਸਿਸ ਥਿਊਰਮ। ਹਾਂਜੀ ਮਹਿਕਦੀਪ सर जी मैं अपन चार्ज कोई सरफेस ते ले लिए फिर ਆਪਾਂ ਕੱਢ ਸਕਦੇ ਹਾਂਗੇ। ਜਿਵੇਂ ਸਾਨੂੰ ਦੇਖੋ ਸਰ, ਆਪਾਂ ਨੂੰ ਇਹ ਤਾਂ ਡਿਸਾਈਡ ਕਰਨਾ ਪਏਗਾ ਕਿ ਉਹ ਜਿਹੜਾ ਉਹ ਇਨਸਾਈਡ ਹੈ ਕਿ ਆਊਟਸਾਈਡ ਹੈ, ਕਿਉਂਕਿ ਸਰਫੇਸ ਦੀ ਜਿਹੜੀ ਵਿਡਥ ਹੈਗੀ ਹੈ ਉਹ ਆਪਾਂ ਨੈਗਲੀਜੀਬਲ ਮੰਨ ਕੇ ਚੱਲਦੇ ਆ, 0 ਮੰਨ ਕੇ ਚੱਲਦੇ ਆ।
ਸੋ ਸਰਫੇਸ ਤੇ ਜਸਟ ਇਨਸਾਈਡ ਆ ਗਿਆ ਜਾਂ ਤਾਂ ਅੰਦਰ ਹੋਏਗਾ ਜਾਂ ਜਸਟ ਆਊਟਸਾਈਡ ਹੋਏਗਾ ਚਾਰਜ। ਜੇ ਜਸਟ ਆਊਟਸਾਈਡ ਹੋਇਆ ਤਾਂ ਫਲਕਸ ਜ਼ੀਰੋ ਹੈ। हाँ जी सर ठीक ਠੀਕ ਹੈ सर ਹਾਂਜੀ सर गोजेस थ्योरम सर एक बार फिर समझाओ सर, फोन आ गया। ਗੌਸ ਥਿਊਰਮ ਮੈਂ ਸਮਝਾਈ ਨਹੀਂ, ਮੈਂ ਤਾਂ ਉਹ ਗੱਲਾਂ ਹੋਣੀ ਜੋ ਕਰ ਰਿਹਾ ਸੀ ਉਹੀ ਕਰ ਰਿਹਾ ਸੀ, ਫਲਕਸ ਕਿਵੇਂ ਆਇਆ ਇਹਦੇ ਬਰਾਬਰ। ਆ ਤਾਂ ਗੱਲ ਕਲੀਅਰ ਹੋ ਗਈ ਨਹੀਂ? हाँ जी सर। ਆ ਗੱਲ ਸਮਝਾਈਏ ਮੈਂ ਤਾਂ। ਗੌਸ ਥਿਊਰਮ ਦਾ ਹੁਣ ਲਿਖਣੀ ਹੈ ਸਟੇਟਮੈਂਟ, ਗੌਸ ਥਿਊਰਮ ਕਹਿੰਦੀ ਕੀ ਹੈ। ਜੇ ਤੈਨੂੰ ਆ ਗੱਲ ਸਮਝ ਲੱਗ ਗਈ ਕਹਿੰਦੀ ਕੀ ਹੈ, ਫਿਰ ਇਹਨੂੰ ਅਪਲਾਈ ਕਰਨਾ ਸਿੱਖ ਲਓਗੇ ਤਾਂ ਬਸ ਸਮਝ ਲਓ ਆ ਮਾਮਲਾ ਫਤਿਹ ਹੈ। ਇਹ ਕੀ ਕਹਿੰਦਾ ਗੌਸ ਥਿਊਰਮ? ਇਹ ਕਹਿੰਦਾ ਇਟ ਸਟੇਟਸ that it ਨਾ ਲਿਖੋ, ਗੌਸ's law states that, ਇੱਜ਼ਤ ਦੇ ਦਈਏ ਥੋੜੀ ਜੀ। ਗੌਸ's law states that ਟੋਟਲ ਇਲੈਕਟ੍ਰਿਕ ਫਲਕਸ ਕੈਲਕੂਲੇਟ ਕਰਨ ਦਾ ਕੰਮ ਕਰਦਾ ਬੜੀ ਤੇਜ਼, ਬਹੁਤ ਆਰਾਮ ਨਾਲ ਬੰਦਾ ਕੈਲਕੂਲੇਟ ਕਰ ਲੈਂਦਾ ਇਹਦੇ ਨਾਲ। ਟੋਟਲ ਇਲੈਕਟ੍ਰਿਕ ਫਲਕਸ ਐਸੋਸੀਏਟਿਡ ਜਾਂ ਥਰੂ ਲਿਖ ਦਿੰਦੇ ਆ with a closed surface। देखो ਇਹ closed नहीं लिखिया ना पेपर च कोई नंबर नहीं मिलना, क्योंकि ये लॉ सिर्फ closed surface ਲਈ है, एक open surfaces ਲਈ नहीं है। the total electric flux associated with a closed surface in vacuum ਚ ਗੱਲ ਕਰਦੇ ਨਾਲੇ ਆਪਾਂ, in vacuum is equal to 1/epsilon naught times the charge enclosed inside that surface। ਵੀ ਕਿਸੇ ਵੀ closed surface ਦੇ across flux ਪਤਾ ਕਰਨਾ ਆ ਤਾਂ ਤੁਸੀਂ ਕੀ ਕਰੋਗੇ, 1/epsilon naught times the charge enclosed ਲਿਖ ਦੋਗੇ, ਬਸ ਗੱਲ ਖਤਮ, ਕੁਝ ਹੋਰ ਕਰਨ ਦੀ ਲੋੜ ਨਹੀਂ ਹੈ। ਹੁਣ ਇਹਨੂੰ ਤੁਸੀਂ ਸੋਚ ਕੇ ਦੇਖੋ, ਇਹ ਆਪਾਂ ਸਟੇਟਮੈਂਟ ਲਿਖੀ ਹੈ ਸਿਰਫ, ਇਹਦਾ ਪ੍ਰੂਫ ਕਿੱਥੇ ਹੈ? ਪ੍ਰੂਫ ਆ ਰਿਹਾ, ਪ੍ਰੂਫ ਹੋ ਚੁੱਕਾ, ਆ ਪ੍ਰੂਫ ਹੈ ਇਹਦਾ। ਦੇਖੋ ਤੁਸੀਂ ਮੰਨ ਲਿਓ ਕਿ ਕੋਈ ਕਿਊ ਚਾਰਜ, ਉਹਦੇ ਅਰਾਊਂਡ ਇੱਕ ਕਲੋਜ਼ ਸਰਫੇਸ ਮੰਨ ਲਿਓ ਔਰ ਰੈਡ ਵਾਲਾ ਮੰਨ ਲਿਓ, ਤੇ ਦਿਖਾ ਦਿਓ ਆ d5 ਕੈਲਕੂਲੇਟ ਕਰਕੇ 5 ਕਰ ਦੇਖੋ 1/epsilon टाइम हो गया, hence proved। so this is the proof of Gauss's law, and this is also proof of Gauss's law for any surface। ਇਹ ਕੋਈ ਟੇਢਾ ਮੇਢਾ ਪੁੱਠਾ ਸਰਫੇਸ ਲੈ ਕੇ ਵੀ ਗੱਲ ਕਰ ਸਕਦੇ ਤੁਸੀਂ। ਹੁਣ ds ਤੇ e ਚ ਐਂਗਲ ਦਿਖਾਇਓ ਥੀਟਾ ਤੇ ਆ ਕਰਕੇ ਇਹਦੀ ਵੈਲਿਊ 4π ਕਿੱਥੋਂ ਆਈ ਉਹ ਮੈਂ ਤੁਹਾਨੂੰ ਸਮਝਾਈ ਦਿੱਤਾ ਅੱਜ, ਗੱਲ ਖਤਮ। ਸੋ Gauss's law ਦੇ ਪ੍ਰੂਫ ਦੇ ਵਿੱਚ ਹੁਣ ਆਪਾਂ ਜਾਣ ਦੀ ਲੋੜ ਨਹੀਂ, ਆਪਾਂ ਕਰ ਚੁੱਕੇ ਹਾਂ। ਕੋਈ ਬੰਦਾ ਕਹਿੰਦਾ ਯਾਰ ਫਿਰ ਐ ਦੱਸੋ, ਜੇ ਕੋਈ ਸਰਫੇਸ ਹੋਵੇ ਕਲੋਜ਼ਡ ਤੇ ਉਹਦੇ ਅੰਦਰ ਕੋਈ ਡਾਈਪੋਲ ਪਈ ਹੋਵੇ ਤਾਂ ਕਿੰਨਾ ਫਲਕਸ ਹੋਏਗਾ ਦੱਸੋ? फ्लक्स कितना होएगा सरफेस S ਦੇ थ्रू 1/epsilon टाइम चार्ज एनक्लोज। कितना चार्ज एनक्लोज है दसो, बोलो भी कोई जना। 2 की जीरो नहीं है चार्ज, अंदर चार्ज है ही नहीं। नेट चार्ज 10 एडिटिव नेचर ऑफ चार्ज है ना, अपन पता। टोटल चार्ज सरफेस दे अंदर कितना है? 0 है ना कि नहीं? यस सर। तो जो डाइपोल अंदर है किसी भी ਉਹਦੇ ਤੇ ਉਹਦਾ ਤਾਂ ਟੋਟਲ ਚਾਰਜ ਹੀ 0 है, क्योंकि -q + q = 0 हो गया, नेट चार्ज 0, तो फिर फ्लक्स कितना आएगा? 0 आएगा ना? यस सर। फिर दिमाग 'ਚ ਇੱਕ ਗੱਲ ਆਉਂਦੀ ਹੈ ਯਾਰ 0 ਕਿਵੇਂ ਹੋ ਗਿਆ? ਆ ਦੇਖ ਨਾ, +q ਕਰਕੇ ਜਿੰਨੀਆਂ ਵੀ ਇਲੈਕਟ੍ਰਿਕ ਫੀਲਡ ਲਾਈਨਸ ਨਿਕਲਣਗੀਆਂ ਬਾਹਰ ਨੂੰ ਐ ਕਰਕੇ, ਹਾਂ ਵੈਸੇ ਇਧਰ ਨਹੀਂ ਆਣਗੀਆਂ ਉਦਾਂ ਜਾਣਗੀਆਂ ਇਧਰ ਨੂੰ, मतलब ਹੁਣ ਇਹਦੇ ਅੰਦਰ ਜਿਹੜੀ ਲਾਈਨ ਦਾ ਅੰਦਰ ਰਹਿ ਗਈ ਹੈ ਨਾ ਐ ਕਰਕੇ, ਪਤਾ ਨਾ ਇਹ ਗੱਲ? ਤੇ ਜਿਹੜੀਆਂ ਹੋਰ ਲਾਈਨਸ ਐ ਨਿਕਲੀਆਂ ਐ ਕਰਕੇ ਤਾਂ ਇਧਰੋਂ ਮੈਂ ਐਂਟਰ ਵੀ ਤਾਂ ਕੀਤੀਆਂ ਕਿ ਨਹੀਂ? यस सर। सोच के देख, जिन्नियां लाइंस इथों बाहर आ रही ने उन्नियां एंटर भी तो कर रही है कि नहीं? तो टोटल इनवर्ड फ्लक्स ते आउटवर्ड फ्लक्स बराबर ही हो गया। यस सर। इसलिए वो कहंदे गॉस कहंदा भी देखो जदों तुसी किसी भी क्लोज्ड सरफेस दे थ्रू फ्लक्स पता कर रहे होवो
ਤਾਂ ਇਸ ਗੱਲ ਦੀ ਟੈਨਸ਼ਨ ਲਵੋ ਕਿ ਉਹਦੇ ਅੰਦਰ ਕਿੰਨਾ ਚਾਰਜ ਹੈ, ਉਹਦੇ ਨਾਲ 1/ε ਨੂੰ ਗੁਣਾ ਕਰ ਦਿਓ ਤਾਂ ਫਲਕਸ ਮਿਲ ਜਾਇਆ ਕਰੇਗਾ। ਤੁਹਾਨੂੰ ਉਹਦੇ ਬਾਹਰ ਪਏ ਚਾਰਜ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਜੇ ਬਾਹਰ ਚਾਰਜ ਪਿਆ ਤਾਂ ਕੀ ਕਰਦਾ, ਲੈ ਬਾਹਰ ਆ ਲੈ ਇੱਥੇ ਚਾਰਜ ਰੱਖਦੇ ਨੇ ਇੱਕ ਪਲੱਸ Q, ਉੱਥੇ ਵੀ ਪਿਆ ਇੱਕ, ਤਾਂ ਉਹਨੇ ਕੀ ਕਰ ਲੈਣਾ, ਇਧਰਲਾ ਤਾਂ ਕੋਈ ਫਲਕਸ ਆਇਆ ਨਹੀਂ ਹੈ, ਜਿਹੜਾ ਆਇਆ ਉਹ ਸਰਫੇਸ ਥਰੂ, ਉਹ ਜਿੰਨਾ ਐਂਟਰ ਕੀਤਾ ਉਹਨੇ ਨਿਕਲ ਗਿਆ ਉਹ ਵੀ, ਤਾਂ ਕੈਨ ਇਟ ਕੰਟਰੀਬਿਊਟ ਇਨਟੂ ਦਾ ਫਲਕਸ? No, sir. ਹਾਂ, ਸੋ ਟੋਟਲ ਫਲਕਸ ਕਿਸੇ ਵੀ ਕਲੋਜ਼ ਸਰਫੇਸ ਦੇ ਥਰੂ ਅਗਰ ਪਤਾ ਕਰਨਾ ਹੋਵੇ ਤੇ ਉਹਦੇ ਬਾਹਰ ਜਿਹੜੇ ਚਾਰजेस ਹੁੰਦੇ ਨੇ ਉਹਦੇ ਥਰੂ ਟੋਟਲ ਫਲਕਸ ਦੀ ਕੈਲਕੂਲੇਸ਼ਨ ਚ ਉਹ ਕੁਝ ਨਹੀਂ ਕਰ ਸਕਦੇ, ਸਿਰਫ ਉਹਦੇ ਅੰਦਰ ਜਿਹੜਾ ਚਾਰਜ ਹੈ ਉਹਦੇ ਤੇ ਹੀ ਅਸਰ ਪੈਂਦਾ ਹੈ। ਤਾਂ ਅੰਦਰ ਵਾਲਾ ਨੈਟ ਚਾਰਜ ਹੀ ਆਪਾਂ ਪਤਾ ਕਰਦੇ ਹਾਂ, ਉਹਦੇ ਨਾਲ ਪਤਾ ਲੱਗ ਜਾਂਦਾ ਆਪਾਂ ਨੂੰ। ਕਲੀਅਰ ਹੈ ਗੱਲ? ਹੁਣ ਇਹਦੇ ਬਾਰੇ ਸਿਰਫ ਤੇ ਸਿਰਫ ਤੁਹਾਡੇ ਡਾਊਟਸ ਲਵਾਂਗਾ, ਤੁਸੀਂ ਦੱਸੋ ਤੁਹਾਨੂੰ ਜੋ ਅੱਜ ਦੇ ਲੈਕਚਰ ਚ ਕੁਝ ਵੀ ਚੀਜ਼ ਲੱਗੀ ਹੋਵੇ ਵੀ ਇਸ ਗੱਲ ਤੇ ਥੋੜਾ ਇੱਕ ਵਾਰ ਗੱਲ ਹੋ ਜਾਵੇ ਤਾਂ ਦੱਸੋ। ਹਾਂਜੀ ਮਹਿਕਦੀਪ, ਸਰ ਪਿਛਲੇ ਪੇਜ ਓਪਨ ਕਰੋ, ਕਿਹੜੀ? ਲਾਸਟ ਪੇਜ ਸਰ ਓਪਨ ਕਰੋ। ਹਾਂ, ਕਿ ਆਪਾਂ -Q ਚਾਰਜ ਦਿੱਤਾ +Q, ਇੱਥੇ ਜੇ ਦੋਨੇ ਆਪਾਂ ਪੋਜ਼ਿਟਿਵ ਚਾਰਜ ਲੈ ਲੈਂਦੇ ਫਿਰ ਸਰ ਫਿਰ ਦੋਨਾਂ ਤੋਂ ਹੀ ਆਊਟਵਰਡ ਫਲਕਸ ਆਣਾ ਸੀ ਨਾ, ਫਿਰ 0 ਆਉਣਾ ਆਨਸਰ, 0 ਤੋਂ ਆਉਣਾ। ਜ਼ੀਰੋ ਕਿਉਂ ਆਊਗਾ? ਫਿਰ ਹੱਦ ਹੋ ਗਈ। ਆਪਾਂ ਜ਼ੀਰੋ ਕਿ ਐਵੇਂ ਅੰਨੇਵਾਹ ਥੋੜੀ ਕਰਨਾ ਕੰਮ ਆਪਾਂ। ਆ ਲੈ ਆ ਸਰਫੇਸ ਲੈ ਲਿਆ, ਇੱਥੇ +Q ਹੈਗਾ, ਇੱਥੇ ਵੀ +Q ਲੈ ਲਾ। ਹੁਣ ਤੈਨੂੰ ਪਤਾ ਇਹਦੇ ਕਰਕੇ ਐ ਲਾਈਨਸ ਹੋਣਗੀਆਂ ਨਹੀਂ, ਹਾਂਜੀ ਸਰ, ਹਨਾ? ਐ ਇਹ ਕਰਕੇ ਤਾਂ ਬਸ ਮਤਲਬ ਇਹ ਤਾਂ ਸਿੰਗਲ ਚਾਰਜ ਆਪਾਂ ਲੈ ਸਕਦੇ ਵੀ ਉਹਦਾ ਵੀ ਸਿੰਗਲ ਚਾਰਜ ਫਿਰ ਐਡ ਹੋ ਜਾਣਗੇ ਉਹ। ਇਹਦੇ ਕਰਕੇ ਐ ਹੋਗੀ। ਹਾਂਜੀ ਸਰ, ਤੇ ਸਾਰਾ ਦਾ ਸਾਰਾ ਜਿਹੜਾ ਫਲਕਸ ਹੈਗਾ ਉਹ ਸਾਰਾ ਦਾ ਸਾਰਾ ਕੀ ਹੈ, ਆਊਟਵਰਡ ਹੈ ਕਿ ਨਹੀਂ? ਹਾਂਜੀ ਸਰ, ਤੇ ਆਊਟਵਰਡ ਫਲਕਸ ਪੋਜ਼ਿਟਿਵ ਹੁੰਦਾ ਨੈਗੇਟਿਵ ਹੁੰਦਾ? ਪੋਜ਼ਿਟਿਵ। ਤੇ ਉਹ ਕੀ ਹੋਗਾ, 1/ε ਟਾਈਮ ਚਾਰਜ ਇਨਕਲੋਜ਼ਡ। ਲੈ ਗੱਲ ਖਤਮ, ਆਨਸਰ ਆ ਗਿਆ ਸਟੂਕ ਲੱਗ ਗਈ ਹੈ। ਹਾਂਜੀ ਸਰ, ਠੀਕ ਹੈ ਸਰ, ਲੋੜ ਹੀ ਨਹੀਂ ਆਪਾਂ ਨੂੰ ਕੋਈ ਪੰਗੇ ਲੈਣ ਦੀ। ਹੋਰ ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਬੱਚੇ ਕਿ ਕਨਫਿਊਜ਼ ਹੋ ਜਾਂਦੇ ਆ। ਦੇਖੋ, ਜੇ ਮੈਂ ਆ ਲਿਖ ਰਿਹਾ ਫਲਕਸ through any closed surface S is given by the electric field ਦਾ ਇਹਨੂੰ ਸਰਫੇਸ ਇੰਟੀਗਰਲ ਬੋਲਦੇ ਨੇ, E.ds ਕਰਕੇ ਕਰਦੇ ਨਾ ਆਪਾਂ, ਤੇ ਇੱਥੇ ਆਪਾਂ ਗੋਲ ਐਲ ਪਾ ਦਨੇ, ਇਹਦਾ ਮਤਲਬ ਹੁੰਦਾ ਕਲੋਜ਼ ਸਰਫੇਸ ਹੈ, ਤੇ ਇੱਥੇ S ਲਿਖ ਦਿੰਦੇ ਆ ਵੀ ਪੂਰੇ ਸਰਫੇਸ ਲਈ। ਹੁਣ ਉਹ S ਪਤਾ ਨਹੀਂ ਸਿਲੰਡਰ ਹੈ, ਕੋਨ ਹੈ, ਕਲੋਜ਼ ਜਾਂ ਸਫੀਅਰ ਹੈ, ਮੈਨੂੰ ਲੈਣਾ ਦੇਣਾ ਨਹੀਂ ਹੈ। ਆਹ ਜਿਹੜੀ ਚੀਜ਼ ਮੈਂ ਲਿਖ ਰਿਹਾ ਸਟੇਟਮੈਂਟ, ਆ ਕਿਹਦੀ ਸਟੇਟਮੈਂਟ ਦੱਸੋ? ਇਹ ਕਿਸੇ ਲਾਅ ਦੀ ਸਟੇਟਮੈਂਟ ਨਹੀਂ ਹੈ, ਇਹ ਕੀ ਹੈ? इलेक्ट्रिक फ्लक्स की डेफिनेशन। हाँ, बिल्कुल बिल्कुल करेक्ट। ये आएगी बाय डेफिनेशन ऑफ फ्लक्स, इलेक्ट्रिक फ्लक्स। ਜਿਹੜੇ ਬੱਚੇ ਦੇਖੋ ਕਿਤਾਬਾਂ ਨਾਲ ਪੜਨਗੇ ਉਹਨਾਂ ਨੂੰ ਪਤਾ ਲੱਗੂਗਾ ਕਿਹੜੀ ਗੱਲ ਦਾ ਕੀ ਮਤਲਬ ਹੈ। ਅੱਛਾ, ਜੇ ਮੈਂ ਐ ਲਿਖ ਦਵਾਂ ਕਿ ਫਲਕਸ ਜਿਹੜਾ ਆ ਬਰਾਬਰ ਹੋਏਗਾ ਕਿਸੇ 1/ε ਟਾਈਮਸ ਚਾਰਜ ਐਨਕਲੋਜ਼ਡ, ਜਾਂ ਇਹਨੂੰ ਆਪਾਂ ਐਵੇਂ ਲਿਖ ਦਿੰਦੇ ਆ ਵੀ ਜਿੰਨਾ ਚਾਰਜ ਉਹਦੇ ਅੰਦਰ ਹੈ, Q ਇਨਸਾਈਡ ਦਾ ਸਰਫੇਸ। ਆ ਕਿਹਦੀ ਸਟੇਟਮੈਂਟ ਹੈ? ਗੌਸ ਲੋ। ਇਹ ਹੈਗੀ ਗੌਸ ਲਾ। ਗੌਸ ਲਾ ਇਹ ਕਹਿੰਦਾ ਆ, ਫਲਕਸ ਦੀ ਡੈਫੀਨੇਸ਼ਨ ਉਹ ਕਹਿੰਦੀ ਹੈ। ਤੇ ਜੇ ਦੋਨਾਂ ਨੂੰ ਮਿਲਾ ਕੇ ਮੈਂ ਇਹ ਵੀ ਲਿਖ ਸਕਦਾ ਨਾ ਵੀ ਕਿਸੇ ਵੀ ਸਰਫੇਸ ਦੇ ਥਰੂ ਇਲੈਕਟ੍ਰਿਕ ਫੀਲਡ ਦਾ ਜਿਹੜਾ ਸਰਫੇਸ ਇੰਟੀਗਰਲ ਹੋਏਗਾ ਉਹ 1/ε ਟਾਈਮਸ the charge enclosed by the surface ਹੋਏਗਾ। ਸਮਝ ਲੱਗੀ ਗੱਲ? ਆ ਕੀ ਹੈ? ਇਹ ਵੀ ਗੌਸ ਲਈ ਹੈ। ਸੋ ਗੌਸ ਲਾ ਨੂੰ ਕਈ ਲੋਕ ਐਂ ਡਿਫਾਈਨ ਕਰ ਦਿੰਦੇ ਨੇ ਕਿ ਇਹ, ਪਰ ਕਈ ਬੱਚੇ ਐਂ ਡਿਫਾਈਨ ਕਰਦੇ ਨੇ, ਖਤਰਨਾਕ ਆ ਵੀ ਇਹ ਡੈਫੀਨੇਸ਼ਨ ਥੋੜੀ ਹੋਈ, ਇਹ ਤਾਂ ਡੈਫੀਨੇਸ਼ਨ ਹੋਈ ਉਹਦੀ ਫਲਕਸ ਦੀ, ਗੌਸ ਲਾ ਥੋੜੀ ਹੋਇਆ। ਸੋ ਗੌਸ ਲਾ ਨੂੰ ਦੂਜਾ ਵਾਲਾ ਬੰਦਾ ਪਤਾ ਕਿਵੇਂ ਕਹੇ, ਆਹ ਵਾਲਾ ਬੰਦਾ ਇਹ ਕਹੇਗਾ ਟੋਟਲ ਇਲੈਕਟ੍ਰਿਕ ਫਲਕਸ ਥਰੂ ਅ ਕਲੋਜ਼ਡ ਸਰਫੇਸ ਇਜ਼ ਇਕੁਅਲ ਟੂ 1/ε ਟਾਈਮ ਦ ਚਾਰਜ ਇਨਕਲੋਜ਼ਡ ਇਨ ਦ ਸਰਫੇਸ। ਆ ਨੀਚੇ ਵਾਲਾ ਬੰਦਾ ਪਤਾ ਕੀ ਕਹੇਗਾ, ਆਹ ਵਾਲਾ ਇਹ ਕਹੇਗਾ the surface integral of electric field around a closed surface is equal to 1/ε time the charge enclosed in the surface। ਹੁਣ ਇਹਨੇ ਫਲਕਸ ਦਾ ਨਾਮ ਹੀ ਲਿਆ, ਪਰ ਇਹਨੇ ਇਹ ਕਹਿਤਾ ਇਲੈਕਟ੍ਰਿਕ ਫੀਲਡ ਦਾ ਸਰਫੇਸ ਇੰਟੀਗਰਲ, ਤੇ ਉਹਦਾ ਮਤਲਬ ਫਲਕਸ ਹੀ ਹੁੰਦਾ ਹੈ। ਸੋ ਆ ਗੱਲਾਂ ਨੂੰ ਆਪਾਂ ਯੂਜ਼ ਕਰਾਂਗੇ। ਤੇ ਆ ਜਿਹੜੀ ਨੀਚੇ ਵਾਲੀ ਸਟੇਟਮੈਂਟ ਹੈ, ਆ ਵਾਲੀ, ਬੇਸਿਕਲੀ ਅਸੀਂ ਇਹਨੂੰ ਯੂਜ਼ ਕਰਕੇ ਗੌਸ ਲਾ ਦੀ ਸਾਰੀ ਐਪਲੀਕੇਸ਼ਨਸ ਕਰਾਂਗੇ। ਬਹੁਤ ਧਿਆਨ ਨਾਲ ਗੱਲ ਨੂੰ ਸਮਝੋ। ਅਸੀਂ ਕੀ ਕਰਿਆ ਕਰਾਂਗੇ, ਅਸੀਂ ਇੱਕ ਵਾਰ ਤਾਂ ਬਾय ਡੈਫੀਨੇਸ਼ਨ ਐ ਫਲਕਸ ਕੈਲਕੂਲੇਟ ਕਰਿਆ ਕਰਾਂਗੇ, ਫਿਰ ਅਸੀਂ ਬਾय ਗੌਸ ਲਾ ਐ ਲਿਖ ਦਿਆ ਕਰਾਂਗੇ, ਤੇ ਦੋਨਾਂ ਨੂੰ ਇਕੁਏਟ ਕਰ ਦਿਆ ਕਰਾਂਗੇ, ਤਾਂ ਉਹਦੇ ਨਾਲ ਸਾਨੂੰ ਅਨਨੋਨ ਇਲੈਕਟ੍ਰਿਕ ਫੀਲਡ ਮਿਲ ਜਾਣਗੇ।
ਅਲੱਗ-ਅਲੱਗ ਤਰ੍ਹਾਂ ਦੀ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨਸ ਦੇ ਲਈ, ਜੋ ਕਿ ਗੌਸਿਸ ਲਾ ਦੀ ਐਪਲੀਕੇਸ਼ਨ ਹੈ। ਮੈਂ ਤੁਹਾਨੂੰ ਹਲੇ ਕੋਈ ਬਹੁਤਾ ਤੁਸੀਂ ਕਨਫਿਊਜ਼ ਨਹੀਂ ਕਰਨਾ ਚਾਹੁੰਦਾ। ਕੱਲ ਆਪਾਂ ਐਪਲੀਕੇਸ਼ਨਾਂ ਤੇ ਹੀ ਕੰਮ ਕਰਾਂਗੇ ਸਿਰਫ, ਤੇ ਉਹਦੇ ਨਾਲ ਤੁਹਾਨੂੰ ਕਲੈਰਿਟੀ ਹੋ ਜਾਏਗੀ ਸਾਰੀਆਂ ਚੀਜ਼ਾਂ ਦੀ। ਤੇ ਮੈਨੂੰ ਲੱਗ ਰਿਹਾ ਕਿ ਕੱਲ ਆਪਾਂ ਇਸ ਟੌਪਿਕ ਨੂੰ ਨਿਬੇੜ ਸਕੀਏ, ਤਾਂ ਕਿ ਸੰਡੇ ਨੂੰ ਆਪਾਂ ਸਿਰਫ ਪ੍ਰੈਕਟਿਸ ਸ਼ੀਟ ਤੇ ਸਬਜੈਕਟਿਵ ਟੈਸਟ ਜੋ ਹੋਇਆ ਸੀ ਸਿਰਫ ਉਹੀ ਡਿਸਕਸ ਕਰੀਏ ਉਸ ਦਿਨ। ਤੇ ਕੱਲ ਆਪਣਾ ਹੋ ਜਾਏਗਾ ਕੱਲ ਇਹ ਕੰਮ ਮੋਸਟ ਪ੍ਰੋਬੇਬਲੀ ਬਹੁਤ ਵਧੀਆ ਤਰ੍ਹਾਂ। ਤੇ ਚੰਗਾ ਹੈ, ਅੱਜ ਆਪਣਾ ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਨੂੰ ਥੈਂਕ ਯੂ ਵੀ ਤੁਸੀਂ ਸਾਰੇ ਬਿਲਕੁਲ ਟਾਈਮ ਤੇ 9:30 ਵਜੇ ਮਤਲਬ ਇੰਨੇ ਸ਼ਾਰਟ ਨੋਟਿਸ ਤੇ ਮੇਰੇ ਦੱਸਣ ਤੇ ਆਏ, ਤੇ ਆਪਣੀ ਸਾਰੀ ਗੱਲਬਾਤ ਵਧੀਆ ਰਹੀ, ਸਾਰੇ ਪ੍ਰੈਜ਼ੈਂਟ ਰਹੇ ਲਗਭਗ। ਤੇ ਇਹਦਾ ਆਪਾਂ ਨੂੰ ਫਾਇਦਾ ਹੋਏਗਾ ਸਾਰਿਆਂ ਨੂੰ, ਕਿਉਂਕਿ ਆਪਾਂ ਗੱਲਾਂ ਨੂੰ ਹੋਰ ਤਰੀਕੇ ਨਾਲ ਸਮਝ ਪਾਵਾਂਗੇ। ਨਹੀਂ ਤਾਂ ਆਉਣ ਵਾਲਾ ਟਾਈਮ ਔਖਾ ਹੁੰਦਾ ਜਾਣਾ ਸੀ ਜੇ ਤੁਸੀਂ ਸਮਝਦੇ ਨਾ ਤਾਂ। ਤੇ ਅੱਜ ਦਾ ਲੈਕਚਰ ਬਹੁਤ ਚੰਗੀ ਤਰ੍ਹਾਂ ਛੁੱਟ ਵੀ ਗਿਆ ਕੋਈ ਤਾਂ ਦੁਬਾਰਾ ਸੁਣੋ, ਨੋਟਸ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ। ਕਿਤੇ ਵੀ ਕੋਈ ਅੜਦੇ ਹੋ ਨਾ, ਜਿਵੇਂ ਗੁਰਕੀਰਤ ਨੇ, ਜਸਜੋਤ ਨੇ, ਅਨੁਰਾਗ ਨੇ ਬਹੁਤ ਵਧੀਆ ਵਿੱਚ ਕੀਤਾ, ਅੱਜ ਬਹੁਤ ਵਧੀਆ ਆਪਾਂ ਇੰਟਰੈਕਟ ਕੀਤਾ। ਉਹਦੇ ਸਾਰੇ ਬੱਚੇ ਜੋ ਵੀ ਤੁਹਾਡੀ ਅੱਜ ਦੇ ਲੈਕਚਰ ਜਾਂ ਕੱਲ ਦੇ ਲੈਕਚਰ 'ਚ ਰਹਿ ਗਈ ਗੱਲਬਾਤ, ਕੋਈ ਵੀ ਸਮਝ ਨਹੀਂ ਆਈ ਤਾਂ ਕੱਲ ਨੂੰ ਆ ਜਿਓ ਸਵੇਰੇ, ਆਪਾਂ ਲੈ ਕੇ ਆਪਾਂ ਉੱਤੇ ਗੱਲ ਕਰਾਂਗੇ। ਸਾਰੇ ਜਣੇ ਬੋਲਿਓ, ਸਾਰੇ ਜਣੇ ਆਪਣੇ ਆਪਣੇ ਕੁਐਸਚਨਸ ਲੈ ਕੇ ਆਇਓ, ਤੇ ਇਹਨੂੰ ਚੰਗੀ ਤਰ੍ਹਾਂ ਕਰੋ। ਤੇ ਬਾਕੀ ਆ ਵੀਕਐਂਡ ਆਪਣੇ ਲਈ ਬੜਾ ਇੰਪੋਰਟੈਂਟ ਹੈ। ਆਪਾਂ ਸੈਟਰਡੇ ਸੰਡੇ ਵਿੱਚ ਉਹ ਕੰਮ ਕਰਾਂਗੇ, ਕਿਉਂਕਿ ਆਪਣੇ ਉਹ ਜਦੋਂ ਹੋ ਰਹੇ ਸੀ ਇੰਟਰਵਿਊਜ਼ ਵਗੈਰਾ ਤਾਂ ਕਾਫੀ ਕੁਝ ਤੁਹਾਡਾ ਰਹਿ ਗਿਆ ਸੀ, ਜੋ ਕੰਮ ਯਾਨੀ ਪਿੱਛੇ ਰਹਿ ਗਿਆ ਥੋੜਾ, ਆਪਾਂ ਉਹਨੂੰ ਬਰਾਬਰ ਲੈ ਆਈਏ ਇੱਕ ਵਾਰ, ਫਿਰ ਆਪਾਂ ਆਰਾਮ ਨਾਲ ਚੱਲਾਂਗੇ। ਫਿਰ ਉਸ ਤੋਂ ਬਾਅਦ ਸੰਡੇਜ਼ ਤੁਹਾਨੂੰ ਆਫ ਵੀ ਰਿਹਾ ਕਰੇਗੀ ਤੇ ਆਪਣਾ ਕੰਮ ਵੀ ਹੁੰਦਾ ਰਹੇਗਾ। ਥੈਂਕ ਯੂ ਸਰ। ਹਾਂਜੀ ਸਰ ਉਹ ਟੈਸਟ ਸੈਂਡ ਕਰਦੇ ਨੇ ਸਬਜੈਕਟਿਵਸ ਦੇ, ਚੈੱਕ ਹੋਏ ਨੇ ਸਰ। ਉਹ ਅਲਮਾ ਮੈਮ ਨੂੰ ਮੰਗ ਲਓ, ਉਹਨਾਂ ਕੋਲ ਹੈਗੇ ਸਾਰੇ। ਠੀਕ ਹੈ ਸਰ।